ਵਧੀਆ ਕੁਸ਼ਤੀਆਂ ਮੈਂ ਪਹਿਲਾਂ ਤੋਂ ਝੰਡੀ 'ਤੇ ਹੀ ਲੜਿਆ। ਮੈਂ ਦੂਸਰੇ ਲੋਟ ਨਹੀਂ ਲੜਿਆ ਹੈਗਾ ਵੀ ਜਿਵੇਂ ਆਮ ਹੁੰਦੀਆਂ ਨੇ ਕਹਿੰਦਾ ਥੱਲੇ ਜੋੜਾਂ ਹੁੰਦੀਆਂ ਨੇ, ਉਹਨਾਂ 'ਚ ਨਹੀਂ ਮੈਂ ਲੜਿਆ। ਮੈਂ ਪਹਿਲਾਂ ਤੋਂ ਝੰਡੀ 'ਤੇ ਹੀ ਕੁਸ਼ਤੀ ਲੜਿਆ। ਜਿਹੜੇ ਭਲਵਾਨੀ ਕਰਦੇ ਨੇ ਉਹਨਾਂ ਨੂੰ ਤਾਂ ਦੇਸੀ ਭਲਵਾਨੀ ਕਰਨੀ ਚਾਹੀਦੀ, ਕਿਉਂਕਿ ਜਿਹੜੇ ਦੇਸੀ ਭਲਵਾਨੀ ਵਾਲੇ ਨੇ ਉਹ ਲੰਬਾ ਚੱਲ ਜਾਂਦੇ। ਜਿਹੜੇ ਮੈਡੀਸਨ ਵਾਲੇ ਨੇ, ਮੈਡੀਸਨ ਵਾਲੇ ਲੰਬਾ ਨਹੀਂ ਚੱਲ ਸਕਦੇ। ਮੈਂ ਤਾਂ ਇਹ ਕਹਿਣਾ ਹਰੇਕ ਨੂੰ ਵੀ ਵਰਜਿਸ਼ ਦਾ ਹੀ ਉਹਨਾਂ ਨੂੰ ਨਸ਼ਾ ਕਰਨਾ ਚਾਹੀਦਾ, ਆ ਦੂਜਿਆਂ ਨਸ਼ਿਆਂ ਕੰਨੀ ਨਹੀਂ ਜਾਣਾ ਚਾਹੀਦਾ। ਹੁਣ ਮੈਂ ਇੱਥੇ ਆਪਣੇ ਪਿੰਡ ਵਗ ਜਾਣਾ ਸਕੂਲ ਦੇ ਵਿੱਚ, ਕਦੇ ਕਦੇ ਹਾਈ ਸਕੂਲ 'ਚ ਗਰਾਊਂਡ ਬਣਿਆ ਅਤੇ ਉੱਥੇ ਮੇਰੇ ਨਾਲ ਦੇਖ ਕੇ ਜੀ ਮੈਨੂੰ 10 ਬੱਚੇ ਹੋਰ ਡੰਡ ਲਾਉਣ ਲੱਗ ਜਾਂਦੇ। ਉਹਨਾਂ ਨੂੰ ਵੀ ਇੱਕ ਕਿਸਮ ਦਾ ਨਸ਼ਾ ਹੀ ਹੋ ਗਿਆ। ਉਹ ਮੈਨੂੰ ਉਡੀਕਦੇ ਰਹਿੰਦੇ ਨੇ 5 ਵਜੇ ਤੱਕ ਵੀ ਭਲਵਾਨ ਆਊਗਾ ਨਾਲ ਡੰਡ ਲਾਵਾਂਗੇ ਵੀ। ਪਹਿਲਾਂ ਉਸਤਾਦਾਂ ਨਾਲ ਮੈਂ ਲੜਿਆ ਕੁਸ਼ਤੀ, ਬਾਅਦ ਦੇ ਵਿੱਚ ਉਹਨਾਂ ਦੇ ਚੇਲੇ ਉੱਥੇ ਉਹਨਾਂ ਨਾਲ ਕੁਸ਼ਤੀਆਂ ਲੜਿਆ। ਹਰੇਕ ਤਾਂ ਹੈ ਨਹੀਂ ਭਲਵਾਨ ਵੀ ਜਿਹੜਾ 올림픽 'ਚੋਂ ਜਾਂ ਵਰਲਡ ਚੈਂਪੀਅਨ ਬਣ ਜਾਊਗਾ। ਲੜਨੇ ਤਾਂ ਦੰਗਲੇ ਪੈਣੇ, ਠੀਕ ਹੈ ਕਿ ਨਹੀਂ। ਜੇ ਆਪਾਂ ਲੰਬੀ ਭਲਵਾਨੀ ਕਰਦੇ ਤਾਂ ਅਸੀਂ ਅੱਜ ਵੀ ਕਰੀ ਜਾਂਦੇ ਹਾਂ। ਕੋਈ ਔਖ ਨਹੀਂ ਹੈਗੀ ਸਰੀਰ ਨੂੰ ਵੀ ਜੇ ਆਪਾਂ ਕਹੀਏ ਕੋਈ ਔਖੇ ਹੁੰਦੇ ਹਾਂ। ਅਸੀਂ ਜਿੰਨੇ ਕੁ ਜਵਾਨੀ 'ਚ ਹੁੰਦੇ ਸੀ ਔਖੇ ਓਨੇ ਕੁ ਹੁੰਦੇ ਆ ਹੁਣ। ਸਮਾਂ 'ਤੇ ਜੇ ਜਵਾਨੀ ਦੇ ਵਿੱਚ ਜੇ ਦੋ ਦਿਨ ਮਿਹਨਤ ਨਹੀਂ ਲਾਉਂਦੇ ਸੀ ਤਾਂ ਨੀਂਦ ਆ ਜਾਂਦੀ ਸੀ, ਹੁਣ ਆਉਂਦੀ ਨਹੀਂ ਹੈਗੀ। ਹੁਣ ਨਸ਼ਾ ਹੀ ਇਹਦਾ ਹੋ ਗਿਆ। ਤੇ ਪਹਿਲਵਾਨ ਜੀ, ਜੇਕਰ ਗੱਲ ਕਰੀਏ ਵੀ ਤੁਹਾਨੂੰ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਕਦੋਂ ਮਿਲਿਆ ਤੇ ਕਿਸ ਤੋਂ ਮਿਲਿਆ ਜੀ? ਕੀ ਸਬਕ ਸੀਗਾ ਜਿਹੜਾ ਮਿਲਿਆ? ਸਬਕ ਤਾਂ ਜੀ ਮੇਰੇ ਪਾਪਾ ਜੀਆਂ ਤੋਂ ਹੀ ਮਿਲਿਆ ਮੈਨੂੰ। ਉਹਨਾਂ ਨੇ ਜਿਹੜੀ ਮੇਰੀ ਭਲਵਾਨੀ ਕਰਾਈ ਆ ਦੇਸੀ ਤਰੀਕੇ ਨਾਲ, ਇੱਕੋ ਹੀ ਗੱਲ ਕਹਿੰਦੇ ਹੁੰਦੇ ਸੀ ਮੈਨੂੰ ਬਈ ਜਿਹੜੀ ਦੇਸੀ ਭਲਵਾਨੀ ਆ ਲੋਕਾਂ ਨੂੰ ਕਰਕੇ ਦਿਖਾਈ 45-50 ਸਾਲ ਤੱਕ। ਇਹੀ ਮੈਨੂੰ ਉਹਨੇ ਸਭ ਤੋਂ ਵੱਡਾ ਸਿਖਾਇਆ ਬਈ ਲੋਕਾਂ ਨੂੰ ਇਹ ਪਤਾ ਲੱਗੇ ਵੀ ਦੇਸੀ ਭਲਵਾਨੀ ਹੁੰਦੀ ਕੀ। ਤੇ ਪਹਿਲਵਾਨ ਜੀ, ਜੇਕਰ ਭਵਿੱਖ ਦੇ ਵਿੱਚ ਕੋਈ ਵੀ ਤੁਹਾਨੂੰ ਇੱਛਾ ਪੂਰੀ ਕਰਨ ਦਾ ਮੌਕਾ ਮਿਲੇ ਤੇ ਕਿਹੜੀ ਇੱਛਾ ਤੁਸੀਂ ਆਪਣੀ ਪੂਰੀ ਕਰਨਾ ਚਾਹੋਗੇ? ਇੱਛਾ ਤਾਂ ਜੀ ਮੇਰੀਆਂ ਤਾਂ ਵੈਸੇ ਪੂਰੀਆਂ ਹੀ ਨੇ ਸਾਰੀਆਂ ਭਲਵਾਨੀ ਦੇ ਪੱਖੋਂ, ਪਰ ਮੈਟ ਦੇ ਪੱਖੋਂ ਕੁਛ ਰਹਿ ਗਈਆਂ। ਕਿਉਂਕਿ ਜਿਵੇਂ ਮੇਰੇ ਕੋਲ 2-3-5-6 ਹੋਣਗੇ ਨੈਸ਼ਨਲ ਦੇ, ਫਸਟ ਸੈਕਿੰਡ ਥਰਡ ਆਇਆ ਮੈਂ ਕਈ ਵਾਰ। ਜਿੰਨੀ ਵਾਰ ਵੀ ਮੈਂ ਗਿਆ ਕੋਈ ਨਾ ਕੋਈ ਮੇਰਾ ਮੈਡਲ ਆਇਆ ਹੀ ਆ ਨੈਸ਼ਨਲ 'ਚੋਂ। ਅਤੇ ਪਰ ਇਹ ਆ ਵੀ ਕੋਈ ਬਾਹਰੋਂ ਆ ਜਾਂਦਾ ਤਾਂ ਵੱਡੀ ਗੱਲ ਸੀ ਉਸ ਟਾਈਮ 'ਚ। ਉਸ ਟਾਈਮ ਮੈਟ ਮੂਟ ਹੈ ਨਹੀਂ ਤੀ, ਇੰਨੀ ਮਿੱਟੀ ਦੇ ਖਾੜਿਆਂ 'ਚ ਜ਼ੋਰ ਕਰਕੇ ਗਏ ਹਾਂ ਜੀ ਅਸੀਂ ਤਾਂ। ਮਿੱਟੀ 'ਚ ਉੱਥੇ ਜਾ ਕੇ ਮੈਟ ਦੇਖਦੇ ਸੀ ਨੈਸ਼ਨਲ ਦੇ ਵਿੱਚ, ਇੱਥੇ ਤਾਂ ਮਿੱਟੀ 'ਚ ਜ਼ੋਰ ਕਰਦੇ ਸੀ। ਅਤੇ ਹੁਣ ਅੱਗੇ ਦੇਖਦੇ ਹਾਂ ਜੀ ਕੋਈ ਪਰਿਵਾਰ 'ਚੋਂ ਘਰ 'ਚੋਂ ਬੱਚਾ ਲਾਵਾਂਗੇ ਅਤੇ ਉਹਦੀ ਮੈਟ 'ਤੇ ਭਲਵਾਨੀ ਕਰਾਵਾਂਗੇ, ਜਾਂ ਕੋਈ ਅੱਗੇ ਖਾੜਾ ਬਣਾਵਾਂਗੇ ਚੇਲਿਆਂ ਲਈ, ਮੈਟ 'ਤੇ ਤਿਆਰ ਕਰਾਂਗੇ ਜੀ ਅੱਗੇ ਜਿਹੜੇ ਬਾਹਰੋਂ ਏਸ਼ੀਆ 'ਚੋਂ 올림픽 'ਚੋਂ ਕੋਈ ਨਾ ਕੋਈ ਮੈਡਲ ਲਿਆ ਸਕਣ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜੱਸੀ ਰਾਈਏਵਾਲ, ਤੁਸੀਂ ਦੇਖ ਰਹੇ ਹੋ ਸਟਾਰ ਫਤਿਹ ਟੀਵੀ। ਅਤੇ ਅੱਜ ਅਸੀਂ ਜਿਸ ਯੋਧੇ ਦੇ ਕੋਲ ਪਹੁੰਚੇ ਹਾਂ, ਜਿਸ ਪਹਿਲਵਾਨ ਦੇ ਕੋਲ ਪਹੁੰਚੇ ਹਾਂ, ਉਹਨਾਂ ਨੇ ਆਪਣੇ ਨਾਮ ਦੇ ਨਾਲ ਆਪਣੇ ਨਗਰ ਦਾ ਨਾਮ ਰੋਸ਼ਨ ਕੀਤਾ। ਅਸੀਂ ਪਹੁੰਚੇ ਹੋਏ ਹਾਂ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸਿਹੌੜੇ ਦੇ ਵਿੱਚ। ਸੋਨੀ ਪਹਿਲਵਾਨ ਸਿਹੌੜਾ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਪਹਿਲਵਾਨੀ ਸਫ਼ਰ ਦੇ ਬਾਰੇ ਗੱਲਬਾਤ ਕਰਾਂਗੇ। ਪਹਿਲਵਾਨ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਅਤੇ ਸਾਰੀ ਫਤਿਹ ਟੀਮ ਦਾ, ਸਟਾਰ ਫਤਿਹ ਟੀਮ ਦਾ ਸਵਾਗਤ ਹੈ ਜੀ। ਧੰਨਵਾਦ ਸਾਰਾ। ਪਹਿਲਵਾਨ ਜੀ, ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਕਿੰਨੇ ਕੁ ਸਾਲ ਦੀ ਉਮਰ ਦੇ ਵਿੱਚ ਤੁਸੀਂ ਪਹਿਲਵਾਨੀ ਜਿਹੜੀ ਸ਼ੁਰੂ ਕੀਤੀ ਹੈ? ਪਹਿਲਵਾਨੀ ਤਾਂ ਜੀ ਸਾਡੇ ਘਰ 'ਚ ਸੀ ਪਹਿਲਾਂ ਤੋਂ। ਮੇਰੇ ਡੈਡੀ ਜੀ ਭਲਵਾਨ ਸੀ ਅਤੇ ਮੈਂ 7-8 ਸਾਲ ਦੀ ਉਮਰ 'ਚ ਭਲਵਾਨੀ ਸ਼ੁਰੂ ਕੀਤੀ ਆ ਆਪਦੇ ਘਰ 'ਚ। ਠੀਕ ਹੈ ਜੀ। ਅਤੇ ਪਹਿਲਵਾਨ ਜੀ, ਤੁਹਾਡਾ ਜਨਮ ਕਦੋਂ ਹੋਇਆ ਅਤੇ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ? ਆਪਣੇ ਪਰਿਵਾਰ ਦੇ ਬਾਰੇ ਦੱਸੋ। ਜਨਮ ਜੀ ਮੇਰਾ ਹੈਗਾ 1979 ਦਾ, ਅਤੇ ਪਰਿਵਾਰ ਦੇ ਵਿੱਚ ਇਸ ਟਾਈਮ ਮੈਂ ਆ, ਮੇਰੇ 2 ਬੱਚੇ ਨੇ, ਘਰ ਵਾਲੀ ਔਰ ਮੇਰਾ ਭਰਾ, ਉਹਦੇ ਵੀ 2 ਬੱਚੇ ਨੇ, ਘਰ ਵਾਲੀ, ਅਤੇ ਬਸ ਇਹੀ ਹੈ ਜੀ ਪਰਿਵਾਰ। ਅਤੇ ਪਹਿਲਵਾਨ ਜੀ, ਜਿੱਦਾਂ ਆਪਾਂ ਗੱਲ ਕਰੀਏ ਪਹਿਲਵਾਨੀ ਸਫ਼ਰ ਦੀ, ਚਿਣਗ ਦੀ, ਕਿਵੇਂ ਇਸ ਫੀਲਡ ਦੇ ਵਿੱਚ ਪਹਿਲਵਾਨੀ ਦੇ ਵਿੱਚ ਤੁਹਾਡਾ ਕਿਵੇਂ ਆਉਣਾ ਹੋਇਆ ਜੀ? ਪਹਿਲਵਾਨੀ ਸਾਡੇ ਘਰ 'ਚ ਸੀ ਜੀ ਪਹਿਲਾਂ ਤੋਂ। ਮੇਰੇ ਡੈਡੀ ਜੀ ਭਲਵਾਨ ਸੀ, ਉਹ ਵੀ ਆਪਦੇ ਸਮੇਂ 'ਤੇ ਵਧੀਆ ਕੁਸ਼ਤੀਆਂ ਘੁਲੇ ਨੇ, ਅਤੇ ਬਸ ਉੱਥੋਂ ਹੀ ਲੱਗ ਗਿਆ ਮੈਂ ਉਹਨਾਂ ਨੂੰ ਦੇਖ ਕੇ। ਯਾਨੀ ਕਿ ਕਹਿਣ ਦਾ ਭਾਵ ਤੁਸੀਂ ਆਪਣੇ ਫਾਦਰ ਸਾਹਿਬ ਤੋਂ ਪ੍ਰੇਰਿਤ ਹੋ, ਉਹਨਾਂ ਤੋਂ ਮਤਲਬ ਤੁਹਾਡੇ ਉਹਨਾਂ ਦਾ ਸੁਪਨਾ ਸੀਗਾ ਜਿਹੜਾ ਪਹਿਲਵਾਨ ਬਣਾਉਣਾ ਜੀ? ਹਾਂਜੀ ਹਾਂਜੀ ਹਾਂਜੀ, ਉਹਨਾਂ ਦਾ। ਅਤੇ ਹੁਣ ਤੱਕ ਪਹਿਲਵਾਨ ਜੀ, ਮਤਲਬ ਜੇ ਸ਼ੁਰੂਆਤ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਕੁਸ਼ਤੀ ਦੰਗਲ ਕਿੱਥੇ ਲੜਿਆ ਤੁਸੀਂ ਨੇ?
ਪਹਿਲਵਾਨ ਦੀ ਸ਼ੁਰੂਆਤ ਕਿਹੜੇ ਦੰਗਲ ਤੋਂ ਕੀਤੀ? ਸ਼ੁਰੂਆਤ ਤਾਂ ਜੀ ਪਹਿਲਾਂ ਮੈਂ ਇੱਥੇ ਸਾਡੇ ਘਰ 'ਚ ਅਖਾੜਾ ਸੀ, ਮੈਂ ਇੱਥੇ ਹੀ ਭਲਵਾਨੀ ਆਪਦੀ ਕੀਤੀ ਅਤੇ ਮੇਰੇ ਡੈਡੀ ਨੇ ਭਲਵਾਨੀ ਕਰਾਈ। ਅਤੇ ਫਿਰ ਮੈਂ 13 ਕੁ ਸਾਲ ਦੀ ਉਮਰ ਦੇ ਵਿੱਚ ਇੱਥੇ ਸਾਡੇ ਲਵੇ ਸ਼ਹਿਰ ਆ ਮਲੌਦ, ਅਤੇ ਉੱਥੇ ਮੈਂ ਝੰਡੀ ਲਈ। ਉਸ ਟਾਈਮ 94 ਕੁ ਦੀ ਗੱਲ ਹੋਣੀ ਆ, ਮੈਂ 93 ਦੀ, ਉਸ ਟਾਈਮ ਮੈਂ 1100 ਦੀ ਝੰਡੀ ਇੱਥੇ ਲਈ। ਮਤਲਬ ਪਹਿਲਾ ਦੰਗਲ ਜਿਹੜਾ ਲੜਿਆ ਤੁਸੀਂ ਉਹ ਝੰਡੀ ਤੇ ਹੀ ਲੜੀ ਪਹਿਲੀ ਕੁਸ਼ਤੀ ਜੀ? ਹਾਂਜੀ ਹਾਂਜੀ, ਝੰਡੀ 'ਤੇ ਹੀ ਲੜੀ ਹੈ ਜੀ। ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਸ਼ੁਰੂਆਤ ਹੋਈ ਹੈ ਤੇ ਤੁਸੀਂ ਪਹਿਲਾ ਦੰਗਲ ਜਿਹੜਾ ਬਾਹਰ ਦੰਗਲ ਲੜਿਆ ਉਹ ਝੰਡੀ ਲਈ ਪਹਿਲੀ? ਹਾਂਜੀ ਹਾਂਜੀ, ਪਹਿਲੀ। ਤੇ ਫਿਰ ਉਹ ਮਤਲਬ ਕਿਹੜੇ ਪਹਿਲਵਾਨ ਨੂੰ ਚਿੱਤ ਕੀਤਾ ਸੀ ਉੱਥੇ, ਕੁਝ ਯਾਦ ਹੈਗਾ ਜੀ? ਉਹ ਤਾਂ ਮੇਰੇ ਯਾਦ ਨਹੀਂ ਹੈਗਾ ਜੀ, ਹੁਣ ਕਾਫੀ ਟਾਈਮ ਹੋ ਗਿਆ, ਅਤੇ ਪਰ ਉਹ ਮੇਰੇ ਯਾਦ ਆ ਵੀ ਮੈਂ ਉੱਥੇ ਝੰਡੀ ਉਹ ਲਈ। ਉਸ ਟਾਈਮ ਮੇਰੀ 13-14 ਕੁ ਸਾਲ ਦੀ ਉਮਰ ਸੀ। ਤੇ ਪਹਿਲਵਾਨ ਜੀ ਇਸ ਟਾਈਮ ਕਿੰਨੇ ਸਾਲ ਦੀ ਉਮਰ ਹੋਊਗੀ ਤੁਹਾਡੀ? ਇਸ ਟਾਈਮ 42-43 ਸਾਲ ਦੀ ਹੈਗੀ ਆ ਜੀ, 42 ਦੀ। 7 ਕੁ ਸਾਲ ਦੀ 8 ਸਾਲ ਦੀ ਉਮਰ ਦੇ ਵਿੱਚ ਤੁਸੀਂ ਪਹਿਲਵਾਨੀ ਸ਼ੁਰੂ ਕੀਤੀ ਤੇ ਅੱਜ ਜਿਹੜੀ 42-43 ਸਾਲ ਦੀ ਉਮਰ ਆ, ਭਾਵ 32-33 ਸਾਲ ਦਾ ਤੁਹਾਡਾ ਪਹਿਲਵਾਨੀ ਦਾ ਤਜਰਬਾ ਹੋ ਗਿਆ। ਹਾਂਜੀ ਹਾਂਜੀ, ਇੰਨਾ ਹੋ ਗਿਆ ਜੀ। ਜਿੰਨਾ ਭਲਵਾਨ ਜੀ ਇੰਨੇ ਸਾਲ ਭਲਵਾਨੀ ਕੀਤੀ, ਹਿੰਦੁਸਤਾਨ ਦੇ ਕੁੱਲ ਰੁਸਤਮ ਭਲਵਾਨਾਂ ਨਾਲ ਕੁਸ਼ਤੀਆਂ ਲੜੀਆਂ। ਜੇਕਰ ਗੱਲ ਕਰੀਏ ਸੰਘਰਸ਼ ਦੀ, ਹੁਣ ਤੱਕ ਕਿੰਨਾ ਕੁ ਸੰਘਰਸ਼, ਕਿੰਨੀ ਕੁ ਮਿਹਨਤ ਕੀਤੀ ਹੈ? ਸੰਘਰਸ਼ ਤਾਂ ਜੀ ਭਲਵਾਨੀ 'ਚ ਕਰਨਾ ਹੀ ਪੈਂਦਾ, ਅਤੇ ਕੀਤਾ ਵੀ ਆ, ਬੜਾ ਮੁਸ਼ਕਲ ਸੀ ਉਹ ਟਾਈਮ ਤਾਂ, ਕਿਉਂਕਿ ਉਸ ਟਾਈਮ ਦੇ ਵਿੱਚ ਇੰਨੀਆਂ ਸਹੂਲਤਾਂ ਨਹੀਂ ਤੀ ਹੈਗੀਆਂ, ਇੰਨੇ ਖਾੜੇ ਵੀ ਘੱਟ ਤੀ ਹੁਣ ਨਾਲੋਂ। ਹਾਂਜੀ, ਅਤੇ ਘਰ 'ਚ ਪਹਿਲਾਂ ਭਲਵਾਨੀ ਕੀਤੀ, ਫਿਰ 14 ਕੁ ਸਾਲ ਦੀ ਉਮਰ 'ਚ ਆ ਕੇ ਇੱਥੇ ਜਿਵੇਂ ਪਿੰਡੋਂ ਲਵੇ ਲਾਉਣੇ ਮੁੰਡੇ ਆ ਜਾਂਦੇ ਸੀ, ਉਹ ਭਲਵਾਨ ਤਾਂ ਹੈ ਨਹੀਂ ਤੀ, ਅਤੇ ਉਹਨਾਂ ਜਿਵੇਂ ਕਬੱਡੀ ਵਾਲੇ ਆ ਜਾਂਦੇ ਸੀ, ਉਸ ਟਾਈਮ ਮੇਰੇ ਕਿਸੇ ਭਲਵਾਨ ਨਾਲ ਜ਼ੋਰ ਕਰਦੇ ਦੀ ਬਾਂਹ ਟੁੱਟ ਗਈ, ਅਤੇ ਫਿਰ 1 ਸਾਲ 1.5 ਸਾਲ ਮੈਨੂੰ ਰੁਕਣਾ ਪਿਆ ਭਲਵਾਨੀ 'ਚ, ਅਤੇ 15 ਸਾਲ ਦੇ ਫਿਰ ਦੁਬਾਰਾ ਭਲਵਾਨੀ ਮੈਨੂੰ ਸ਼ੁਰੂ ਕਰਨੀ ਪਈ 15 ਸਾਲ ਦੀ ਉਮਰ 'ਚ, ਅਤੇ 16 ਸਾਲ ਦੀ ਉਮਰ 'ਚ ਆ ਕੇ ਮੈਂ ਜੀ ਫਿਰ ਝੰਡੀਆਂ 'ਤੇ ਘੁਲਣ ਲੱਗ ਗਿਆ। ਪਹਿਲਵਾਨ ਜੀ ਤੁਸੀਂ ਗੱਲ ਕਰੀ ਵੀ 15-16 ਸਾਲ ਦੀ ਉਮਰ ਦੇ ਵਿੱਚ ਤੁਸੀਂ ਝੰਡੀਆਂ 'ਤੇ ਘੁਲਣ ਲੱਗ ਗਏ, ਮਤਲਬ ਕਹਿਣ ਦਾ ਭਾਵ ਤੁਸੀਂ 16 ਸਾਲ ਦੀ ਉਮਰ ਦੇ ਵਿੱਚ ਪੂਰੇ ਤਕੜੇ ਹੋ ਗਏ ਸੀਗੇ? ਹਾਂਜੀ ਹਾਂਜੀ, ਉਸ ਟਾਈਮ ਦੇ ਜਿਹੜੇ ਨਾਮੀ ਭਲਵਾਨ ਸੀ ਉਹਨਾਂ ਨਾਲ ਸਾਰਿਆਂ ਨਾਲ ਕੁਸ਼ਤੀਆਂ ਹੋਣ ਲੱਗ ਗਈਆਂ ਸੀ 16-17 ਸਾਲ ਦੀ ਉਮਰ 'ਚ। ਜੇਕਰ ਪਹਿਲਵਾਨਾਂ ਦੀ ਗੱਲ ਕਰੀਏ ਵਿਸਤਾਰ ਨਾਲ ਦੱਸੋ ਵੀ ਹੁਣ ਤੱਕ ਉਸ ਸਮੇਂ ਦੇ ਵਿੱਚੋਂ 94-95 ਦੀ ਗੱਲ ਕਰਦੇ ਤੁਸੀਂ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕਿਹੜੇ ਕਿਹੜੇ ਪਹਿਲਵਾਨਾਂ ਨਾਲ, ਟੌਪ ਦੇ ਪਹਿਲਵਾਨਾਂ ਨਾਲ, ਕਿਹੜੇ ਕਿਹੜੇ ਮੱਲਾਂ ਨਾਲ ਕੁਸ਼ਤੀਆਂ ਹੋ ਚੁੱਕੀਆਂ ਤੁਹਾਡੀਆਂ? ਉਸ ਟਾਈਮ ਜੀ ਲਾ ਲਓ ਤੁਸੀਂ 96 ਦੇ ਵਿੱਚ, 97 'ਚ ਨੌਦਾਰ ਭਲਵਾਨ ਸੀ, ਉਹਨਾਂ ਦੇ ਵਿੱਚ ਜਿਵੇਂ ਰਾਜਾ ਚੰਡੀਗੜ੍ਹ ਵਾਲਾ, ਓਮਵੀਰ ਭਲਵਾਨ ਚੰਡੀਗੜ੍ਹ, ਅਤੇ ਆਪਣਾ ਜਗਦੀਸ਼ ਦੀ ਹਿਮਾਚਲ ਵਾਲਾ, ਉਹ ਵੀ ਬਹੁਤ ਨਾਮਦਾਰ ਭਲਵਾਨ ਹੋਇਆ ਆਪਦੇ ਟਾਈਮ 'ਚ, ਅਤੇ ਮੁਕੇਸ਼ ਕੁਮਾਰ ਜੀ DSP ਲੱਗੇ ਨੇ ਖੰਨੇ, ਹਾਂਜੀ SP ਸਾਹਿਬ ਨੇ, ਹਾਂਜੀ ਹਾਂਜੀ, ਇਹਨਾਂ ਨਾਲ ਮੇਰੀਆਂ 4-4 5-5 ਕੁਸ਼ਤੀਆਂ ਹੋਈਆਂ ਨੇ ਜੀ। ਇਹ 95, 96, 97 ਦੀ ਉਸ ਟਾਈਮ ਦੀ ਗੱਲ ਹੈ? ਹਾਂਜੀ, 97 'ਚ। ਉਸ ਤੋਂ ਬਾਅਦ ਜਿਹੜਾ ਸਫ਼ਰ ਰਿਹਾ, ਮਤਲਬ ਜਿੱਦਾਂ ਹੁਣ ਤੱਕ ਤੁਸੀਂ ਘੁਲਦੇ ਆ, ਤਕਰੀਬਨ ਸਾਰੇ ਭਲਵਾਨਾਂ ਨਾਲ ਕੁਸ਼ਤੀਆਂ ਲੜ ਚੁੱਕੇ ਹੋ, ਉਹਨਾਂ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਵੀ ਕਿਹੜੇ ਕਿਹੜੇ ਪਹਿਲਵਾਨ ਆ ਜਿਹਨਾਂ ਨਾਲ ਤੁਹਾਡੀਆਂ ਕੁਸ਼ਤੀਆਂ ਹੋਈਆਂ? ਉਸ ਤੋਂ ਬਾਅਦ 'ਚ ਜੀ ਇਹਨਾਂ 'ਚੋਂ ਕੁਛ ਭਲਵਾਨ ਤਾਂ ਮੈਂ ਹਰਾ ਲਏ, ਅਤੇ ਕੁਛ ਆਪ ਬੈਕ ਹਟ ਗਏ, ਅਤੇ ਫਿਰ ਮੈਂ ਅੱਗੇ ਹੋਈਆਂ ਮੇਰੀਆਂ 98 'ਚ ਆ ਕੇ, ਜਿਵੇਂ ਉਹ ਇਹਨਾਂ ਤੋਂ ਥੋੜ੍ਹੇ ਜਿਹੇ ਹੋਰ ਚੰਗੇ ਸੀ ਭਲਵਾਨ, ਵਜ਼ਨ 'ਚ ਵੀ ਜ਼ਿਆਦਾ ਸੀ, ਝੰਡੀਆਂ 'ਤੇ ਘੁਲਦੇ ਸੀ ਵੱਡੀਆਂ, ਅਤੇ ਉਹਨਾਂ 'ਚ ਆ ਗਿਆ ਜੀ ਜਿਵੇਂ ਪਦਾਰਥ ਭਲਵਾਨ ਜੀ ਆ ਗਏ। ਹਾਂਜੀ, ਇਹਦੇ ਨਾਲ 4 ਕੁਸ਼ਤੀਆਂ ਹੋਈਆਂ 98 ਤੋਂ ਲੱਗ ਕੇ 2000 ਦੇ 2 ਸਾਲ 'ਚ 4 ਕੁਸ਼ਤੀਆਂ, ਅਤੇ ਮੀਤਾ ਕਾਂਝਲੀ ਭਲਵਾਨ ਜੀ, ਇਹਨਾਂ ਨਾਲ ਹੋਈਆਂ। ਅਤੇ ਬਾਕੀ ਹਾਂ, ਸੰਮੀ ਭਲਵਾਨ ਜੀ ਹੋ ਗਏ, ਪੰਮਾ ਆਲਮਗੀਰ ਹੋ ਗਿਆ, ਇਹ ਉਸ ਟਾਈਮ ਨਾਮੀ ਭਲਵਾਨ ਸੀ ਜੀ, ਸਰਬਰ ਮੋਹਾਲੀ। ਇਹ ਗੱਲ ਜਿਹੜੀ 2000 ਤੋਂ ਬਾਅਦ ਦੀ ਗੱਲ ਹੈ, 4-5 ਦੇ ਵਿੱਚ ਜੀ? ਨਾ ਜੀ ਨਾ ਜੀ, ਇਹ 98 ਤੋਂ ਸੰਨ 2000-2001 ਤੱਕ ਜੀ। ਅੱਛਾ ਜੀ। ਇਹਨਾਂ ਨਾਲ ਹੋਈਆਂ। ਤੇ ਉਸ ਤੋਂ ਬਾਅਦ ਵੀ ਤੁਸੀਂ, ਤੁਹਾਡਾ ਨਾਮ ਰਿਹਾ ਪੂਰਾ, ਤਕਰੀਬਨ ਹੁਣ ਤੱਕ ਤੁਸੀਂ ਝੰਡੀਆਂ 'ਤੇ ਘੁਲਦੇ ਹੋ, ਤੇ ਜਿਹੜੇ ਅੱਜ ਦੇ ਮੁੰਡੇ ਆ ਉਹਨਾਂ ਵਿੱਚੋਂ ਕਿਹੜੇ ਕਿਹੜੇ ਭਲਵਾਨਾਂ ਨਾਲ ਕੁਸ਼ਤੀਆਂ ਹੋਈਆਂ? ਅੱਜ ਦੀ ਵੀ ਹੋਈ ਜਾਂਦੀਆਂ ਨੇ ਜੀ ਕੁਸ਼ਤੀਆਂ। ਫਿਰ ਸੰਨ 2001 'ਚ ਆ ਕੇ ਮੇਰੀਆਂ ਸੋਨੂ ਨਾਟ ਹੋਣੀਆਂ ਨਾਲ ਹੋਈਆਂ ਕੁਸ਼ਤੀਆਂ। ਹਾਂਜੀ, ਨਾਟ ਬਹੁਤ ਵੱਡੇ ਜਵਾਨ ਸੀ ਉਹ, ਸੋਨੂ ਦਿੱਲੀ ਵਾਲਾ, ਹਾਂ ਸੁਰਿੰਦਰ ਨਾਟ, ਇਹਨਾਂ ਨਾਲ ਕੁਸ਼ਤੀਆਂ ਹੋਈਆਂ 2 ਦਿਨ। ਤੱਖਰਾਂ ਹੋਈ ਪਹਿਲੇ ਦਿਨ ਕੁਸ਼ਤੀ ਸੋਨੂ ਨਾਲ ਬਰਾਬਰ, ਅਤੇ ਦੂਸਰੇ ਦਿਨ ਭਰਤਗੜ੍ਹ ਹੋਈ ਮੇਰੀ ਸੁਰਿੰਦਰ ਨਾਟ ਨਾਲ ਕੁਸ਼ਤੀ ਬਰਾਬਰ। ਇਹ 2 ਭਾਰਤ ਕੇਸਰੀ ਭਲਵਾਨ ਸੀ ਉਸ ਟਾਈਮ 'ਚ। ਇਹ ਦਿੱਲੀ ਦੇ ਇਹਨਾਂ ਨਾਲ ਇਹ ਕੁਸ਼ਤੀ ਘੁਲ ਕੇ ਮੇਰੀ ਵੱਡੇ ਭਲਵਾਨਾਂ 'ਚ ਜ਼ਿਆਦਾ ਵੱਡੀ ਹਵਾ ਆਈ ਹੈ। ਉਸ ਤੋਂ ਬਾਅਦ ਜੀ? ਉਸ ਤੋਂ ਬਾਅਦ 'ਚ ਆ ਗਏ ਜੀ ਜਿਵੇਂ ਫਿਰ ਹਰਵਿੰਦਰ ਭਲਵਾਨ ਜੀਆਂ ਨਾਲ ਹੋਈਆਂ ਨੇ ਕੁਸ਼ਤੀਆਂ,
ਪਹਿਲੀ ਕੁਸ਼ਤੀ ਤਾਂ ਉਹਨੇ ਮੈਨੂੰ ਢਾਹ ਲਿਆ ਸੀ, ਤੇ ਦੂਜੀ ਕੁਸ਼ਤੀ ਮੈਂ ਉਹਨਾਂ ਘੁਲਿਆ ਬਿਲਾਸਪੁਰ ਹਿਮਾਚਲ ਦੇ ਵਿੱਚ। ਉੱਥੇ ਸਾਡੀ ਤਕਰੀਬਨ 40 ਮਿੰਟ ਕੁਸ਼ਤੀ ਬਰਾਬਰ ਹੋਈ ਹੈ। ਠੀਕ ਹੈ ਜੀ। ਜਿੱਦਾਂ ਰੂਬਲ ਹੋਰੀ ਆ ਗਏ ਜਾਂ ਲੱਡੂ, ਰੋਹਿਤ ਕੁਮਾਰ ਲੱਡੂ ਨਾਲ ਵੀ ਹੋਈਆਂ ਕੁਸ਼ਤੀਆਂ ਉਸ ਸਮੇਂ? ਹਾਂਜੀ ਹਾਂਜੀ, ਉਹ ਤੋਂ ਬਾਅਦ 'ਚ ਇਹ ਆ ਗਏ ਜੀ ਆਪਣੇ, ਜਿਵੇਂ ਇਹਨਾਂ 'ਚੋਂ ਆ ਗਏ ਲੱਡੂ ਆ ਗਿਆ, ਕਮਲਜੀਤ ਆ ਗਿਆ, ਪੰਮਾ ਭਲਵਾਨ ਜੀ ਆ ਗਏ ਡੇਰੇ ਵਾਲਾ, ਤੇ ਪਦਾਰਥ ਭਲਵਾਨ ਦਾ ਭਰਾ ਤੀ ਲਾਲੀ ਭਲਵਾਨ। ਤੇ ਇਹਨਾਂ ਭਲਵਾਨਾਂ ਨਾਲ ਹੋਈਆਂ ਨੇ ਜੀ 2004-05 'ਚ ਕੁਸ਼ਤੀਆਂ ਇਹਨਾਂ ਨਾਲ ਹੋਣ ਲੱਗ ਗਈਆਂ। ਅਲੀ ਭਲਵਾਨ ਨਾਲ ਵੀ ਕਾਫੀ ਕੁਸ਼ਤੀਆਂ ਹੋਈਆਂ ਨੇ। ਇਹਨਾਂ ਵਿੱਚੋਂ ਬਹੁਤ ਸਾਰੇ ਪਹਿਲਵਾਨ ਜਿਹੜੇ ਆ, ਜਿੱਦਾਂ ਪਦਾਰਥ ਪਹਿਲਵਾਨ ਦੀ ਗੱਲ ਕੀਤੀ ਆ, ਤੇ ਬਹੁਤ ਸਾਰੇ ਪਹਿਲਵਾਨ ਜਿੱਦਾਂ ਸਰਬਰ ਮੋਹਾਲੀ ਦੀ ਗੱਲ ਕੀਤੀ, ਸਾਰੇ ਪਹਿਲਵਾਨ ਉਹ ਜਿਹੜੇ ਆ ਕੁਸ਼ਤੀ ਤੋਂ ਸੰਨਿਆਸ ਲੈ ਗਿਆ ਤੇ ਅੱਜ ਕੱਲ੍ਹ ਕੁਸ਼ਤੀ ਖਾੜੇ ਚਲਾ ਰਹੇ ਆ, ਬਹੁਤ ਸਾਰੇ ਮੁੰਡੇ ਤਿਆਰ ਕਰਦੇ ਆ। ਜੇਕਰ ਉਸ ਤੋਂ ਬਾਅਦ ਦੀ ਵੀ ਗੱਲ ਕਰੀਏ, ਬਹੁਤ ਸਾਰੇ ਪਹਿਲਵਾਨ ਆਏ, ਜਿੱਦਾਂ ਕ੍ਰਿਸ਼ਨ ਬੀਆਂਪੁਰ ਆਇਆ, ਕਮਲਜੀਤ ਆਇਆ, ਕਮਲਜੀਤ ਡੂਮਸ਼ੇੜੀ, ਰੋਹਿਤ ਲੱਡੂ ਜਾਂ ਫਿਰ ਰੂਬਲ, ਬਹੁਤ ਸਾਰੇ ਪਹਿਲਵਾਨ ਆਏ। ਉਹਨਾਂ ਬਾਰੇ ਦੱਸੋ, ਉਹਨਾਂ ਚੋਂ ਕਿਹੜੇ ਕਿਹੜੇ ਮੱਲਾਂ ਦੇ ਨਾਲ ਕੁਸ਼ਤੀਆਂ ਹੋਈਆਂ? ਉਹਨਾਂ ਸਾਰਿਆਂ ਨਾਲੇ ਹੋਈਆਂ ਨੇ ਜੀ। ਹਾਂ, ਜਿੰਨੇ ਉਸ ਟਾਈਮ 2005 'ਚ ਆਏ ਨੇ ਜਿਹੜੇ ਭਲਵਾਨ, ਉਹਨਾਂ ਸਾਰਿਆਂ ਨਾਲ ਹੋਈਆਂ ਨੇ। ਜਿਹੜੀਆਂ ਪਹਿਲੀਆਂ ਦੱਸੀਆਂ ਨੇ, ਇਹਨਾਂ ਤੋਂ ਬਾਅਦ ਜਿੰਨੇ ਆਏ ਨੇ ਸਭ ਨਾਲ ਹੋਈਆਂ ਨੇ ਕੁਸ਼ਤੀਆਂ। ਪਹਿਲਵਾਨ ਜੀ, ਜੇਕਰ ਤੁਹਾਡੇ ਸਕੂਲੀ ਸਫ਼ਰ ਦੀ ਗੱਲ ਕਰੀਏ, ਸਕੂਲ ਦੇ ਵਿੱਚੋਂ ਕੋਈ ਮੈਡਲ ਜਾਂ ਕੋਈ ਪ੍ਰਾਪਤੀ ਹੈ ਤੁਹਾਡੀ? ਹਾਂ ਜੀ, ਮੈਂ ਇੰਡੀਆ 'ਚੋਂ ਕੋਈ ਨਾ ਕੋਈ ਆਉਂਦਾ ਹੀ ਤੀ ਜੀ। ਮੈਂ ਫਸਟ ਸੈਕਿੰਡ ਕੁਛ ਨਾ ਕੁਛ ਮੈਡਲ ਆਉਂਦਾ ਹੀ ਰਿਹਾ ਮੇਰਾ। 98 'ਚ ਮੇਰਾ ਗੋਲਡ ਹੈ ਇੰਡੀਆ 'ਚੋਂ, ਜੂਨੀਅਰ 'ਚੋਂ। ਹਾਂਜੀ, ਵਾਰਲਾ ਟੂਰ ਇੱਕ ਇੰਗਲੈਂਡ ਦਾ। ਤੇ ਉਸ ਟਾਈਮ ਕਿਹੜੇ ਕਿਹੜੇ ਪਹਿਲਵਾਨਾਂ ਨੂੰ ਚਿੱਤ ਕਰਕੇ ਤੁਸੀਂ ਇੰਡੀਆ 'ਚੋਂ ਗੋਲਡ ਲਿਆ? ਉਸ ਟਾਈਮ ਕੁਛ ਦਿੱਲੀ ਦੇ ਭਲਵਾਨ ਤੇ ਜੀ, ਕੁਛ ਮਹਾਰਾਸ਼ਟਰ ਦੇ ਤੀ, ਉਹਨਾਂ ਨੂੰ ਹਰਾਇਆ। ਤੇ ਸੀਨੀਅਰ ਨੈਸ਼ਨਲ ਦੇ ਵਿੱਚੋਂ ਵੀ ਤੁਹਾਡਾ ਕੋਈ ਪੋਜੀਸ਼ਨ ਹੈ ਜੀ? ਸੀਨੀਅਰ, ਹਾਂਜੀ, ਮਿੱਟੀ ਵਾਲੀ ਨੈਸ਼ਨਲ ਹੁੰਦੀ ਆ ਜੀ ਦਿੱਲੀ, ਤੇ ਉਹਦੇ ਵਿੱਚੋਂ ਮੇਰਾ 2006 ਚੋਂ ਹੈਗਾ। ਉਹਦੇ ਵਿੱਚ ਮੈਂ ਆਤਮਾ ਰਾਮ ਤੇ ਬਾਂਸੀ ਲਾਲ BSF ਦੇ ਵੱਡੇ ਭਲਵਾਨ ਨੇ, ਉਹ ਰੁਸਤਮ, ਉਹਨਾਂ ਨੂੰ ਹਰਾ ਕੇ ਮੈਂ ਉੱਥੇ ਗੋਲਡ ਲਿਆ। ਬਹੁਤ ਬਿਰਲੇ ਪਹਿਲਵਾਨ ਆ ਜਿਹੜੇ ਇੰਨਾ ਲੰਮਾ ਸਮਾਂ ਪਹਿਲਵਾਨੀ ਕਰਦੇ ਆ, ਕਿਉਂਕਿ ਸੋਨੀ ਪਹਿਲਵਾਨ ਜੀ ਸਿਹੋੜਾ, ਉਹਨਾਂ ਦੇ ਨਾਲ ਜਿਹੜੇ ਪਹਿਲਵਾਨਾਂ ਨੇ ਪਹਿਲਵਾਨੀ ਸ਼ੁਰੂ ਕੀਤੀ ਹੈ ਜਾਂ ਉਹਨਾਂ ਤੋਂ ਬਾਅਦ ਬਹੁਤ ਸਾਰੇ ਪਹਿਲਵਾਨ ਆ ਜਿਹੜੇ ਕੁਸ਼ਤੀ ਤੋਂ ਸੰਨਿਆਸ ਲੈ ਕੇ ਕੁਸ਼ਤੀ ਛੱਡ ਗਏ। ਉਹਨਾਂ ਵਿੱਚੋਂ ਭਲਵਾਨ ਜੀ ਤੁਸੀਂ ਕਿਹੜੇ ਕਿਹੜੇ ਪਹਿਲਵਾਨਾਂ ਦਾ ਨਾਮ ਲੈਣਾ ਚਾਹੋਗੇ? ਜਾਂ ਕਹੀਏ ਵੀ ਨਵੇਂ ਮੁੰਡਿਆਂ ਦੀ ਗੱਲਬਾਤ ਕਰੀਏ, ਜਿੱਦਾਂ ਮੈਂ ਸੁਣਨ 'ਚ ਆਇਆ ਵੀ ਧਰਮਿੰਦਰ ਕਹਾਲੀ ਦੇ ਨਾਲ ਵੀ ਕੁਸ਼ਤੀਆਂ ਹੋਈਆਂ, ਸਾਬੇ ਨਾਲ, ਉਹਨਾਂ ਬਾਰੇ ਦੱਸੋ ਥੋੜ੍ਹਾ, ਨਵੇਂ ਮੁੰਡਿਆਂ ਬਾਰੇ। ਨਵਿਆਂ ਨਾਲ ਵੀ ਹੋਈ ਜਾਂਦੀਆਂ ਨੇ ਜੀ, ਕਰੀ ਜਾਂਦੇ ਆ। ਭਲਵਾਨੀ ਤੰਦਰੁਸਤੀ ਆ ਰੱਬ ਦਿੱਤੀ ਹੋਈ ਹੈ, ਕਰੀ ਜਾਂਦੇ ਆ ਭਲਵਾਨੀ। ਉਹਨਾਂ ਨਾਲ ਵੀ ਹੋ ਰਹੀਆਂ ਨੇ। ਪ੍ਰਿੰਸ ਨਾਲ ਹੋਈਆਂ ਨੇ 4 ਕੁਸ਼ਤੀਆਂ, ਤੇ ਧਰਮਿੰਦਰ ਨਾਲ ਵੀ ਹੋਈ ਆ ਕੁਸ਼ਤੀ। ਹਾਂਜੀ, ਗੁਰਦੇਵ ਭਲਵਾਨ ਮਲਕਪੁਰ, ਉਹ 2006 ਦੇ ਵਿੱਚ ਹੋਈ ਆ ਜੀ ਉਹਦੇ ਨਾਲ ਮੇਰੀ ਕੁਸ਼ਤੀ। ਉਸ ਟਾਈਮ ਜਿਹੜੀ ਕੁਸ਼ਤੀ ਹੋਈ ਆ, ਉਹ ਮੈਂ ਤਿਆਰੀ ਕਰਕੇ ਕੁਸ਼ਤੀ ਲੜੀ ਆ ਉਹਦੇ ਨਾਲ, ਪਹਿਲੀ ਕੁਸ਼ਤੀ ਵੱਡੀ ਤਿਆਰੀ ਕਰਕੇ ਆਪਦੀ ਜ਼ਿੰਦਗੀ 'ਚ, ਔਰ 10 ਦਿਨ ਦੀ ਤਿਆਰੀ ਕੀਤੀ ਹੈ ਸਰ। ਹਾਂਜੀ, ਉਹ ਇੱਕ ਇਹੋ ਜਿਹਾ ਪਹਿਲਵਾਨ ਸੀ ਜਿਹੜਾ ਸਾਰੇ ਹਿੰਦੁਸਤਾਨ ਉਹਨੇ ਮੂਹਰੇ ਲਾਇਆ ਹੋਇਆ ਸੀ। ਉਹ ਕਹਿੰਦਾ ਸੀ ਵੀ ਕੋਈ ਲਿਆਓ ਮੇਰੇ ਨਾਲ, ਤੇ ਕੋਈ ਨਹੀਂ ਸੀ ਹਿੰਦੁਸਤਾਨ 'ਚ ਉਸ ਟਾਈਮ ਇਹਨਾਂ ਕੋਲ ਰਿਹਾ। ਤੇ ਮੇਰੇ ਕੋਲ ਆਏ ਫਿਰ ਮੇਜਰ ਭਲਵਾਨ ਜੀ ਕੋ ਘਗਰਾਣੇ, ਉਸ ਟਾਈਮ ਮੈਂ ਉੱਥੇ ਜ਼ੋਰ ਕਰਦਾ ਸੀ ਜੀ ਘਗਰਾਣੇ। ਤੇ ਮੈਂ ਤਾਂ ਵੈਸੇ ਘੁਲ ਕੇ ਰਾਜੀ ਨਹੀਂ ਸੀ। ਮੈਂ ਕਿਹਾ ਚੱਲ ਮੇਰਾ ਚੱਲੀ ਜਾਂਦਾ, ਆਸੇ ਪਾਸੇ ਝੰਡੀਆਂ 'ਤੇ ਘੁਲੀ ਜਾਂਦੇ ਆ। ਤੇ ਭਲਵਾਨ ਜੀਆਂ ਨੇ ਸਾਈ ਫੜ ਲਈ ਕੁਸ਼ਤੀ ਦੀ, ਤੇ ਸੱਤੀ ਭਲਵਾਨ ਤੇ ਲਹਿੰਬਰ ਭਲਵਾਨ ਸਾਹਕੋਟ ਵਾਲੇ ਇਹ ਆਏ ਜੀ ਉੱਥੇ। ਤੇ ਨਵਾਂ ਪਿੰਡ ਦੋਨੇਵਾਲ ਕੁਸ਼ਤੀ ਸਾਡੀ ਤੈਅ ਹੋ ਗਈ। ਤੇ 2006 'ਚ ਉੱਥੇ ਜੀ ਕੁਸ਼ਤੀ ਮੇਜਰ ਭਲਵਾਨ ਜੀਆਂ ਨੇ ਮੇਰੀ ਤਿਆਰੀ ਕਰਾਈ। ਮੈਂ 10-12 ਦਿਨ ਤਿਆਰੀ ਕੀਤੀ, ਤੇ ਮੈਂ ਭਲਵਾਨ ਨਾਲ 40 ਮਿੰਟ ਖੜ੍ਹ ਕੇ ਕੁਸ਼ਤੀ ਬਰਾਬਰ ਕੋਲਿਆ। ਉਸ ਟਾਈਮ ਮੇਹਰਦੀਨ ਭਲਵਾਨ ਜੀ ਵੀ ਜਿਉਂਦੇ ਸੀ। ਤੇ ਪਹਿਲਵਾਨ ਜੀ, ਜਾਣੀ ਕਿ ਜੇਕਰ ਮੈਂ ਗੱਲ ਕਰਾਂ ਵੀ ਕਿਸੇ ਕੁਸ਼ਤੀ ਲਈ ਤੁਹਾਡੀ ਸਪੈਸ਼ਲ ਤਿਆਰੀ ਕੀਤੀ ਹੈ, ਤਾਂ ਉਹ ਕੁਸ਼ਤੀ ਇਹ ਸੀਗੀ ਗੁਰਦੇਵ ਪਹਿਲਵਾਨ ਦੇ ਨਾਲ? ਹਾਂਜੀ ਹਾਂਜੀ, ਇਹ ਕੁਸ਼ਤੀ ਸੀ। ਠੀਕ ਹੈ ਪਹਿਲਵਾਨ ਜੀ। ਤੇ ਪਹਿਲਵਾਨ ਜੀ, ਬਹੁਤ ਲੰਮਾ ਸਮਾਂ ਤੁਸੀਂ ਨੇ ਪਹਿਲਵਾਨੀ ਕੀਤੀ ਹੈ, ਤੇ ਅੱਜ ਵੀ ਤੁਸੀਂ ਚੱਲ ਰਹੇ ਹੋ, ਨਵੇਂ ਮੁੰਡਿਆਂ ਨਾਲ ਵੀ ਕੁਸ਼ਤੀਆਂ ਲੜਦੇ ਹੋ। ਤੇ ਕੀ ਰਾਜ ਕੀ ਹੈ ਇੰਨਾ ਲੰਮਾ ਸਮਾਂ ਚੱਲਣ ਦਾ? ਰਾਜ ਤਾਂ ਜੀ ਬਸ ਇਹੀ ਆ। ਪਹਿਲੀ ਤਾਂ ਗੱਲ ਹੈਗੀ ਆ ਪਰਮਾਤਮਾ ਦੀ ਤੰਦਰੁਸਤੀ। ਹਾਂ, ਜੇ ਸਰੀਰ ਤੰਦਰੁਸਤ ਆ ਫਿਰ ਆਪਾਂ ਭਲਵਾਨੀ ਅੱਗੇ ਲੰਬੀ ਕਰ ਸਕਦੇ ਹਾਂ। ਤੇ ਬਾਕੀ ਦੇਸੀ ਖੁਰਾਕ ਜ਼ਿਆਦਾ ਖਾਂਦੇ ਆ। ਦੇਸੀ ਖੁਰਾਕ ਤੇ ਵਰਜਿਸ਼ 2 ਟਾਈਮ ਲਾਉਂਦੇ ਆ ਜੀ। ਹਾਂ, ਬਾਕੀ ਦੰਗਲ ਦੇਖਦੇ ਆ, ਕਿਉਂਕਿ ਜਿਹੜਾ ਭਲਵਾਨ ਦੰਗਲ ਦੇਖਣੇ ਛੱਡ ਦਿੰਦਾ, ਕਈ ਤਕੜੇ ਸੀ, ਤਕੜਿਆਂ ਨੇ ਭਲਵਾਨੀ ਛੱਡਤੀ, ਕਿਉਂਕਿ ਉਹਨਾਂ ਨੇ ਦੰਗਲ ਦੇਖਣੇ ਛੱਡਤੇ ਵੀ ਨਵੇਂ ਮੁੰਡੇ ਨੇ ਮੈਨੂੰ ਢਾਹ ਲੈਣਗੇ, ਮੇਰੀ ਬੇਇੱਜ਼ਤੀ ਹੋਊਗੀ, ਐਂ ਹੋਊਗਾ।
ਤੇ ਸਾਨੂੰ ਇਹ ਦੀ ਵੀ ਜੇ ਕੋਈ ਗੱਲ ਨਹੀਂ ਦੇਖਦੇ ਆ ਲੜ ਕੇ, ਠੀਕ ਹੈ ਕਿ ਨਹੀਂ। ਸਭ ਤੋਂ ਵੱਡੀ ਗੱਲ ਹੈ ਜੀ ਮਿਹਨਤ। ਤੁਸੀਂ ਕਹਿਣ ਦਾ ਭਾਵ ਤੁਸੀਂ ਮਿਹਨਤ ਕਰਦੇ ਰਹੇ, ਜੀਦਾਰੀ ਨਾਲ ਘੁਲਦੇ ਰਹੇ ਦੰਗਲਾਂ ਦੇ ਵਿੱਚ। ਹਾਂਜੀ ਹਾਂਜੀ ਹਾਂਜੀ। ਪਹਿਲਵਾਨ ਜੀ ਕਿਹੋ ਜਿਹੀ ਮਿਹਨਤ ਰਹਿੰਦੀ ਹੈ ਤੁਹਾਡੀ? ਦਿਨ ਦੀ ਸ਼ੁਰੂਆਤ ਕਿੱਦਾਂ ਦੀ ਹੁੰਦੀ ਹੈ? ਦਿਨ ਦੀ ਸਵੇਰੇ ਤਾਂ ਜੀ ਦੌੜ ਦੂੜ ਲਾ ਲੈਂਦੇ ਆ, 3-4 ਕਿਲੋਮੀਟਰ ਦੀ ਦੌੜ। ਅਤੇ ਜਦੋਂ ਮੈਂ ਭਲਵਾਨੀ ਸ਼ੁਰੂ ਕੀਤੀ ਆ, ਵਧੀਆ ਭਲਵਾਨਾਂ 'ਚ ਮੇਰਾ ਨਾਮ ਹੈ, ਉਸ ਟਾਈਮ ਮੈਂ 500 ਡੰਡ ਲਾਉਂਦਾ ਸੀ ਊਠ ਬੈਠਕ ਦਾ। ਹਾਂਜੀ। ਅਤੇ ਬਾਕੀ ਖਾੜਾ ਗੁੱਡਣਾ 3-4 ਭਲਵਾਨਾਂ ਨਾਲ ਜ਼ੋਰ ਹੁੰਦੇ ਸੀ, ਜ਼ੋਰ ਮੇਰੇ ਤਕੜੇ ਭਲਵਾਨਾਂ ਨਾਲ ਹੁੰਦੇ। ਬੱਬੂ ਭਲਵਾਨ ਨਾਲ ਮੈਂ ਲਗਾਤਾਰ 15 ਸਾਲ ਜ਼ੋਰ ਕੀਤੇ ਨੇ। ਫੱਤੇ ਭਲਵਾਨ ਦੇ ਜਾਂ ਰੁਸਤਮ ਭਲਵਾਨ ਹੋਏ ਨੇ, ਕੇਰ ਸਮੇਰ ਹੋਣੀ ਉਹਨਾਂ ਦਾ ਭਤੀਜਾ, ਉਹਦੇ ਨਾਲ ਮੈਂ 15 ਸਾਲ ਜ਼ੋਰ ਕੀਤੇ ਨੇ। ਉਹ ਬਹੁਤ ਤਕੜਾ ਜਾਨਦਾਰ ਭਲਵਾਨ ਸੀ, ਉਹਦੇ ਨਾਲ ਮੇਰੇ ਬੜੇ ਜ਼ੋਰ ਹੋਏ ਨੇ। ਅਤੇ ਬਾਕੀ ਇੰਨੀ ਮੈਂ ਲਾਈ ਆ ਮਿਹਨਤ ਤਾਂ। ਮੈਂ 500 ਊਠ ਬੈਠਕ, 5-4 ਕਿਲੋਮੀਟਰ ਦੀ ਦੌੜ, ਉਹ 1-2 ਭਲਵਾਨਾਂ ਨਾਲ ਜ਼ੋਰ ਹੋਣੇ ਮੇਰੇ। ਰਫੀ ਗੁੱਜਰ ਸੀ ਮੇਰੇ ਇੱਥੇ ਲੁਧਿਆਣੇ ਦਾ, ਉਹ ਜਾਨਦਾਰ ਭਲਵਾਨ ਸੀ, ਉਹਦੇ ਨਾਲ ਬੜੇ ਜ਼ੋਰ ਹੋਏ ਨੇ ਮੇਰੇ। ਪਹਿਲਵਾਨ ਜੀ ਬਹੁਤ ਸਾਰੇ ਪਹਿਲਵਾਨਾਂ ਦਾ ਮੈਂ ਸੁਣਨ 'ਚ ਵਿੱਚ ਆਉਂਦਾ, ਕੋਈ ਕਹਿੰਦਾ ਪੁਰਾਣੇ ਪਹਿਲਵਾਨ ਕਹਿੰਦੇ ਆ 1000 ਡੰਡ, 2000, 2500, 3000 ਡੰਡ ਵੀ ਲਾਇਆ ਵਿੱਚ ਭਲਵਾਨਾਂ ਨੇ। ਸੁਣਨ ਦੇ ਵਿੱਚ ਆਇਆ, ਮਤਲਬ ਦੱਸਦੇ ਵੀ ਆ ਕਈ ਮਾਲ। ਜੇਕਰ ਹਾਈਐਸਟ ਭਲਵਾਨੀ ਦੀ ਗੱਲ ਕਰੀਏ, ਮਿਹਨਤ ਦੀ ਗੱਲ ਕਰੀਏ, ਡੰਡਾਂ ਬੈਠਕਾਂ ਦੀ ਗੱਲ ਕਰੀਏ, ਕਿੰਨੇ ਕੁ ਡੰਡ ਲਾਏ, ਕਿੰਨੀ ਕੁ ਬੈਠਕ ਲਾਈ ਹੈ ਜੀ? ਮੈਂ ਉਹੀ ਤੁਹਾਨੂੰ ਦੱਸਿਆ ਜੀ, 500 ਲਾਇਆ ਮੈਂ ਤਾਂ। ਬਾਕੀ ਹੋਰ ਵਰਜਿਸ਼ਾਂ ਹੋਰ ਕਰ ਲੈਂਦਾ ਸੀ, ਜਿਵੇਂ ਮੈਂ ਰੱਸਾ ਵੀ ਚੜ੍ਹ ਲੈਂਦਾ ਸੀ 5-4 ਵਾਰ। ਬਾਜ਼ੀਆਂ ਬੂਜੀਆਂ ਹੱਥਾਂ ਹੁੱਥਾਂ 'ਤੇ ਮੈਂ ਹੁਣ ਵੀ ਖੜ੍ਹ ਲੈਂਦਾ ਏਡੀ ਉਮਰ 'ਚ। ਹਾਂ, ਅਤੇ ਇਹ ਮੇਰੀਆਂ ਵਰਜਿਸ਼ ਬਸ 2 ਘੰਟੇ ਮੈਂ ਸ਼ਾਮ ਨੂੰ, 1 ਘੰਟਾ ਮੇਰੀ ਸਵੇਰੇ, 3 ਘੰਟੇ ਵਰਜਿਸ਼। ਅਤੇ ਪਹਿਲਵਾਨ ਜੀ ਖੁਰਾਕ ਦੀ ਗੱਲ ਕਰੀਏ, ਬਹੁਤ ਸਾਰੇ ਨਵੇਂ ਬੱਚੇ ਜਿਹੜੇ ਆ ਪਹਿਲਵਾਨ ਤੁਹਾਨੂੰ ਫੋਲੋ ਕਰਦੇ ਹੋਣੇ ਆ, ਤੁਹਾਨੂੰ ਦੇਖਦੇ ਹੋਣੇ ਆ, ਇੰਟਰਵਿਊ ਸੁਣਦੇ ਹੋਣੇ ਆ। ਮਤਲਬ ਉਹਨਾਂ ਨੂੰ ਵੀ ਅੱਗੇ ਆ ਸਕਣ, ਉਹ ਵੀ ਇਹੋ ਜਿਹੀ ਖੁਰਾਕ ਖਾ ਕੇ। ਤੁਸੀਂ ਮਾੜਾ ਜਿਹਾ ਆਪਣੀ ਖੁਰਾਕ ਦੇ ਬਾਰੇ ਦੱਸੋ, ਕਿਹੋ ਜਿਹੀ ਡਾਈਟ ਰਹਿੰਦੀ ਹੈ, ਕੀ ਕੁਛ ਖਾਂਦੇ ਹੋ ਦਿਨ ਦੇ ਵਿੱਚ, ਔਰ ਇੱਕ ਵਧੀਆ ਪਹਿਲਵਾਨ ਨੂੰ ਕੀ ਕੁਛ ਖਾਣਾ ਚਾਹੀਦਾ ਜੀ? ਦੇਖੋ ਜੀ, ਜਦ ਤਾਂ ਮੈਂ ਭਲਵਾਨੀ ਸ਼ੁਰੂ ਕੀਤੀ ਹੈ, ਉਸ ਟਾਈਮ ਤਾਂ ਮੈਂ ਵੈਸੇ ਘਰ 'ਚ ਸਾਡੇ ਬਹੁਤ ਖੁਰਾਕ ਸੀ। ਅਤੇ ਦੇਸੀ ਮੁਰਗਾ ਮੈਂ ਤੀਜੇ ਦਿਨ ਖਾਂਦਾ ਸੀ, 1 ਮੁਰਗਾ। ਅਤੇ ਬਾਕੀ ਤਕਰੀਬਨ 2 ਕਿਲੋ ਦਹੀਂ, 3 ਲੀਟਰ ਦੁੱਧ, ਅਤੇ 150 ਮੈਂ ਗਿਰੀ ਪੀਂਦਾ ਰਿਹਾ। ਇੰਨੀ ਖੁਰਾਕ ਸੀ ਮੇਰੀ। ਬਾਕੀ ਜੂਜਾ ਹੋਰ ਮਾੜਾ ਮੋਟਾ ਤਾਂ ਚੱਲੀ ਜਾਂਦਾ ਆਪਣਾ, ਬਸ ਇਹ। ਅਤੇ ਬਾਕੀ ਘਿਓ ਵੀ ਦੇਸੀ, ਦਾਲ ਸਬਜ਼ੀ ਸੀ। ਹਾਂਜੀ। ਅਤੇ ਪਹਿਲਵਾਨ ਜੀ ਤੁਹਾਡੇ ਮੁਤਾਬਕ ਜੇਕਰ ਗੱਲ ਕਰੀਏ, ਇੱਕ ਪਹਿਲਵਾਨ ਨੂੰ ਕਿਹੋ ਜਿਹੀ ਜ਼ਿੰਦਗੀ ਜਿਉਣੀ ਚਾਹੀਦੀ ਆ? ਉਹਦਾ ਦਿਨ ਜਿਹੜਾ ਕਿਹੋ ਜਿਹਾ ਹੋਣਾ ਚਾਹੀਦਾ? ਕੀ ਕੁਛ ਕਰਨਾ ਚਾਹੀਦਾ ਪਹਿਲਵਾਨ ਨੂੰ? ਉਹਦੀ ਲਾਈਫ ਕਿਹੋ ਜਿਹੀ ਹੋਣੀ ਚਾਹੀਦੀ ਹੈ ਜੀ? ਦਿਨ ਤਾਂ ਜੀ ਆਏ ਆ, ਭਲਵਾਨ ਨੂੰ ਤਾਂ ਭਲਵਾਨੀ ਦੇ ਵਿੱਚ ਹੀ ਟਾਈਮ ਉਹਦਾ ਤਾਂ ਲੰਘ ਜਾਂਦਾ ਸਾਰਾ ਦਿਨ। ਹੁਣ ਵੀ ਆਪ ਦੀ ਖੁਰਾਕ ਕਾਫੀ ਆਪ ਹੀ ਤਿਆਰ ਕਰਦਾ। ਹੁਣ ਮੀਟ ਮੂਟ ਵੀ ਆਪ ਬਣਾਈ ਦਾ, ਬਦਾਮ ਵੀ ਆਪ ਰਗੜੀ ਦੇ ਨੇ, ਠੀਕ ਹੈ ਕਿ ਨਹੀਂ। ਤਾਂ ਹੀ ਲੰਬਾ ਇੰਨਾ ਚੱਲ ਗਏ ਅਸੀਂ। ਜਿਹੜਾ ਭਲਵਾਨ, ਜੇ ਕੋਈ ਵੀ ਭਲਵਾਨ ਆ ਜਿਹੜਾ ਦੂਜੇ ਸਿਰ 'ਤੇ ਰਹਿੰਦਾ, ਉਹ ਖੁਰਾਕ ਨਹੀਂ ਵਧੀਆ ਖਾ ਸਕਦਾ। ਆਪਦੇ ਤਾਂ ਹੁਣ ਮਨ 'ਚ ਕੁਛ ਆ ਵੀ ਮੈਂ ਹੁਣ ਇਸ ਟਾਈਮ ਇੰਨੇ ਬਦਾਮ ਪੀਣੇ ਨੇ, ਇੰਨੀ ਆਹ ਖੁਰਾਕ ਖਾਣੀ ਆ, ਠੀਕ ਹੈ ਕਿ ਨਹੀਂ। ਦੂਜੇ ਦਾ ਕੀ ਪਤਾ ਉਹ ਬਣਾਵੇ ਕਿਹੋ ਜਿਹੀ ਨਾ ਬਣਾਵੇ। ਅਤੇ ਆਪਦੀ ਖੁਰਾਕ ਆਪ ਤਿਆਰ ਕਰਨੀ ਚਾਹੀਦੀ ਹੈ ਭਲਵਾਨ ਨੂੰ। ਵਰਜਿਸ਼ ਲਾਵੇ, ਖੁਰਾਕ ਤਿਆਰ ਕਰੇ, ਇਹਦੇ ਵਿੱਚ ਟਾਈਮ ਲੰਘ ਜਾਂਦਾ ਸਾਰਾ ਦਿਨ। ਕਹਿਣ ਦਾ ਮਤਲਬ, ਇੱਕ ਜੇਕਰ ਵਧੀਆ ਪਹਿਲਵਾਨ ਬਣਨਾ ਤਾਂ ਉਹਨੂੰ ਇੱਕ ਮਿਹਨਤ ਦਾ ਧਿਆਨ ਰੱਖਣਾ ਚਾਹੀਦਾ, ਖਾਣ ਪੀਣ ਦਾ। ਉਹਦਾ ਦਿਨ ਆ ਜਿਹੜਾ ਪਹਿਲਵਾਨੀ ਵਾਰੀ ਹੀ ਮਤਲਬ ਚੱਲਦਾ ਰਹਿੰਦਾ, ਪਹਿਲਵਾਨੀ ਦੇ ਵਿੱਚ ਜਿਹੜਾ ਦਿਨ ਸਮਾਪਤ ਹੋ ਜਾਂਦਾ। ਹਾਂਜੀ ਹਾਂਜੀ, ਇੱਦਾਂ ਜੀ। ਫਿਰ ਭਲਵਾਨੀ ਬੰਦੇ ਨੂੰ ਸੌਖੀ ਲੱਗਣ ਲੱਗ ਜਾਂਦੀ ਹੈ ਜਦੋਂ ਬੰਦਾ ਆਪ ਕਰਦਾ। ਅਤੇ ਜਦੋਂ ਦੂਜੇ ਸਿਰ 'ਤੇ ਰਹਿੰਦਾ ਫਿਰ ਔਖੀ ਲੱਗਦੀ ਆ। ਹੁਣ ਜਿਹੜਾ ਕਰਾਉਣ ਵਾਲਾ ਜਾਂ ਖਾਣਾ ਬਣਾਉਣ ਵਾਲਾ, ਕੱਲ੍ਹ ਨੂੰ ਉਹ ਢਿੱਲਾ ਪੈ ਜਾਵੇ, ਫਿਰ ਕਿੱਥੋਂ ਕਰੂਗਾ? ਅਸੀਂ ਤਾਂ ਵਰਜਿਸ਼ ਵੀ ਆਪ ਲਾਉਂਦੇ ਆਪਦੀ। ਹਾਂ, ਪਾਪਾ ਜੀ ਨੇ ਸਾਰਾ ਹੀ ਕਰਦੇ ਤੀ ਮੇਰੇ ਪਾਪਾ ਜੀ, ਵੀ ਚੱਲ ਬਈ ਹੋ ਗਿਆ ਟਾਈਮ, ਬਾਕੀ ਆਪ ਲਾਉਂਦੇ। ਇਹ ਨਹੀਂ ਉਹਨਾਂ ਨੇ ਕਦੇ ਕਿਹਾ ਵੀ ਤੂੰ ਇੰਨੀ ਲਾ, ਇੰਨੀ ਗਿਣਤੀ ਦੀ ਨਾ, ਆਪ ਲਾਉਂਦੇ। ਆਪ ਲਾ ਕੇ ਦੱਸ ਦੇਣੀ ਵੀ ਇੰਨੀ ਵਰਜਿਸ਼ ਲਾ ਲਈ। ਅਤੇ ਖੁਰਾਕ ਉਹਨਾਂ ਨੇ ਮੇਰੀ ਆ ਕੇ ਚੈੱਕ ਕਰ ਲੈਣੀ ਵੀ ਹਾਂ, ਉਹਨਾਂ ਨੇ ਮੀਟ ਲਿਆ ਦਿੰਦੇ ਤੀ ਮੈਨੂੰ, ਅਤੇ ਬਾਕੀ ਮੈਂ ਬਣਾ ਕੇ ਆਪਦਾ ਤਿਆਰ ਕਰਕੇ ਰੱਖ ਦੇਣਾ ਮੂਹਰੇ ਵੀ ਮੈਂ ਖਾ ਲਿਆ। ਜਾਂ ਬਦਾਮ ਆਪ ਰਗੜਨੇ ਆਪਦੇ ਹੱਥੀਂ। ਪਹਿਲਵਾਨ ਜੀ ਤੁਹਾਡੇ ਫਾਦਰ ਸਾਹਿਬ, ਤੁਹਾਡੇ ਪਿਤਾ ਜੀ ਆਰਮੀ ਦੇ ਵਿੱਚ ਵੀ ਰਹੇ ਆ ਅਤੇ ਬਹੁਤ ਵਧੀਆ ਪਹਿਲਵਾਨ ਵੀ ਸੀਗੇ। ਅਤੇ ਉਹਨਾਂ ਦਾ ਕਿੰਨਾ ਕੁ ਯੋਗਦਾਨ ਰਿਹਾ, ਕਿੰਨਾ ਕੁ ਸੰਘਰਸ਼ ਰਿਹਾ ਤੁਹਾਨੂੰ ਪਹਿਲਵਾਨ ਬਣਾਉਣ ਪਿੱਛੇ? ਉਹਨਾਂ ਦੀ ਉਹ ਦੇਣ ਆ ਜੀ ਸਾਰੀ, ਉਹਨਾਂ ਦੀ ਉਹ ਦੇਣ ਆ। ਉਹਨਾਂ ਨੇ ਮੈਨੂੰ ਭਲਵਾਨੀ 'ਚ ਲਾਇਆ, ਅਤੇ ਬੜਾ ਮਤਲਬ ਮੈਨੂੰ ਕੋਈ
ਕੱਚ ਨਹੀਂ ਛੱਡਿਆ ਖੁਰਾਕ ਕੰਨੀਓ ਵੀ, ਭਲਵਾਨੀ ਕੰਨੀਓ ਬੜੇ ਹਿਸਾਬ ਨਾਲ ਮੇਰੀ ਭਲਵਾਨੀ ਕਰਾਈ, ਕਿਉਂਕਿ ਮੇਰਾ ਕੱਦ ਛੋਟਾ ਸੀ, ਉਹਦੇ ਕਰਕੇ ਉਹਨਾਂ ਨੇ ਮੈਨੂੰ ਜ਼ਿਆਦਾ ਡੰਡ ਬੈਠਕਾਂ 'ਤੇ ਨਹੀਂ ਲਾਇਆ। ਰੱਸਾ ਵੀ ਚੜਾਇਆ, ਦੌੜ ਵੀ, ਅਤੇ ਬਦਲਵੇਂ ਜ਼ੋਰ ਵੀ ਕੀਤੇ ਨੇ ਅਸੀਂ। ਪਹਿਲਾਂ ਮੈਂ ਜਿਵੇਂ ਮਰੇਕੋਟਲੇ ਜਾਂਦਾ ਰਿਹਾ ਜ਼ੋਰ ਕਰਨ, ਉਸ ਤੋਂ ਬਾਅਦ 'ਚ ਮੈਂ ਖੰਨੇ ਖਾੜੇ 'ਚ ਜ਼ੋਰ ਕੀਤੇ ਨੇ, ਅਤੇ ਇੱਦਾਂ ਬਸ ਮਤਲਬ ਬਦਲਵੇਂ ਜ਼ੋਰ ਕਰਦੇ ਰਹੇ ਹਾਂ ਜੀ ਅਸੀਂ। ਉਹਨਾਂ ਦੀ ਦੇਣ ਆ ਮੈਨੂੰ ਭਲਵਾਨੀ ਵੱਡੀ। ਪਹਿਲਵਾਨ ਜੀ, ਜਿੱਦਾਂ ਤੁਸੀਂ ਦੋ ਭਰਾ ਹੋ ਅਤੇ ਇੱਕੋ ਜਿਹੀ ਖੁਰਾਕ ਰਹਿੰਦੀ ਹੈ ਪਰਿਵਾਰ ਦੇ ਵਿੱਚ, ਉਹੋ ਜਿਹਾ ਹੀ ਖਾਣਾ ਪੀਣਾ ਤੁਹਾਡੇ ਭਰਾ ਨੂੰ ਮਿਲਦਾ ਸੀ, ਉਹੋ ਜਿਹਾ ਹੀ ਤੁਸੀਂ ਮਤਲਬ ਖਾਂਦੇ ਸੀਗੇ, ਉਹੀ ਜਿਹੀ ਮਿਹਨਤ ਰਹਿੰਦੀ ਸੀਗੀ। ਤੁਸੀਂ ਤਗੜੇ ਹੋਏ ਅਤੇ ਉਹ ਇੰਨਾ ਨਾਮ ਨਹੀਂ ਹੋ ਸਕਿਆ ਉਹਨਾਂ ਦਾ ਪਹਿਲਵਾਨੀ ਦੇ ਵਿੱਚ, ਕੀ ਕਾਰਨ ਰਿਹਾ ਜੀ ਇਹਦੇ ਪਿੱਛੇ? ਨਹੀਂ, ਭਲਵਾਨੀ ਉਹਨੇ ਵੀ ਵਧੀਆ ਕੀਤੀ ਹੈ ਜੀ, ਨਾਲ ਮੇਰੇ ਲੱਗਿਆ ਰਿਹਾ, ਇਹੋ ਜਿਹੀ ਨਹੀਂ ਕੋਈ ਗੱਲ ਹੈਗੀ। ਭਲਵਾਨੀ ਵਧੀਆ ਕੀਤੀ ਆ ਉਹਨੇ, ਮੇਰੇ ਤੋਂ ਸਮਾਂ 'ਤੇ ਡੰਡ ਬੈਠਕਾਂ ਜ਼ਿਆਦਾ ਹੀ ਲਾਈਆਂ ਨੇ, ਅਤੇ ਉਹ ਇੱਦਾਂ ਕੁਛ ਕਿਸਮਤ ਦੀਆਂ ਵੀ ਗੱਲਾਂ ਹੁੰਦੀਆਂ ਨੇ। ਅਤੇ ਉਹਦੇ ਨਾ ਸੱਟ ਲੱਗ ਗਈ 2008 ਦੇ ਵਿੱਚ। ਉਹ ਤੋਂ ਬਾਅਦ 'ਚ ਉਹ ਤੋਂ ਵਧੀਆ ਭਲਵਾਨੀ ਨਹੀਂ ਕਰ ਹੋਈ ਹੈਗੀ। ਪਹਿਲਾਂ ਵਧੀਆ ਤੀ, ਲੱਗਦਾ ਤੀ ਮੇਰੇ ਤੋਂ ਵੀ ਟੱਪੂਗਾ ਉਹ, ਕਿਉਂਕਿ ਉਹਦਾ ਕੱਦ ਮੇਰੇ ਤੋਂ ਹਾਈਟ ਜ਼ਿਆਦਾ ਤੀ, ਉਹਦਾ ਕੱਦ, ਅਤੇ ਸਰੀਰ ਵੀ ਸੋਹਣਾ ਤੀ ਉਹਦਾ ਵਧੀਆ। ਭਲਵਾਨੀ ਵਧੀਆ ਉਹਨੇ ਆਖੇ ਲਾ ਕੇ ਕੀਤੀ ਹੈ, ਅਤੇ ਬਾਅਦ 'ਚ ਉਹ ਕਿਸਮਤ 'ਚ ਜਦੋਂ ਨਹੀਂ ਹੁੰਦੀ ਫਿਰ ਉਹਦੇ ਸੱਟ ਲੱਗ ਗਈ। ਉਹ ਤੋਂ ਬਾਅਦ 'ਚ ਉਹ ਤੋਂ ਕਰ ਹੀ ਨਹੀਂ ਹੋਈ ਵਧੀਆ ਭਲਵਾਨੀ। ਅੱਛਾ ਪਹਿਲਵਾਨ ਜੀ, ਤੁਸੀਂ ਕੱਦ ਦੀ ਗੱਲ ਕੀਤੀ ਹੈ, ਜਿੱਦਾਂ ਕੁਛ ਕੁ ਪਹਿਲਵਾਨਾਂ ਦਾ ਮੰਨਣਾ ਜਾਂ ਪੁਰਾਣੇ ਪਹਿਲਵਾਨਾਂ ਦਾ ਕਹਿ ਦਈਏ ਵੀ, ਕਈ ਲੋਕਾਂ ਦੀ ਸੋਚ ਹੈ ਵੀ ਕੱਦ ਬਹੁਤ ਮਾਇਨਾ ਰਖਾਉਂਦਾ ਪਹਿਲਵਾਨੀ ਦੇ ਵਿੱਚ, ਜਾਂ ਕੱਦ ਜਾਂ ਵਜ਼ਨ, ਅਤੇ ਤੁਹਾਡਾ ਕੱਦ ਸਮੱਧਰਾ ਰਿਹਾ, ਵਜ਼ਨ ਵੀ ਕੋਈ ਜ਼ਿਆਦਾ ਨਹੀਂ ਰਿਹਾ, ਫਿਰ ਵੀ ਤੁਸੀਂ ਕੁੱਲ ਦੁਨੀਆ ਦੇ ਨਾਲ ਘੁਲੇ। ਤੁਸੀਂ ਕਿਵੇਂ ਦੇਖਦੇ ਹੋ, ਕੋਈ ਮਾਇਨਾ ਰੱਖਦਾ ਕੱਦ ਕਾਠ ਜੀ? ਨਹੀਂ, ਕੱਦ ਕੁੱਦ ਦਾ ਤਾਂ ਜੀ ਮੈਨੂੰ ਕਦੇ ਕੋਈ ਦਿੱਕਤ ਨਹੀਂ ਆਈ ਹੈਗੀ ਘੁਲਦੇ ਨੂੰ, ਸਮਾਂ ਤਾਂ ਮੈਨੂੰ ਤਾਂ ਸੌਖਾ ਲੱਗਦਾ ਜੀ, ਇਹੋ ਜਿਹੀ ਕੋਈ ਔਖ ਨਹੀਂ ਆਈ ਹੈਗੀ। ਅਤੇ ਵਜ਼ਨ ਜ਼ਰੂਰ ਚਾਹੀਦਾ, ਜਿਵੇਂ ਆਪਾਂ ਦੰਗਲ ਵੱਡੀਆਂ ਕੁਸ਼ਤੀਆਂ ਘੁਲਦੇ ਹਾਂ ਝੰਡੀ 'ਤੇ, ਵਜ਼ਨ 85-90 ਕਿਲੋ ਤੋਂ ਉੱਪਰ ਹੋਣਾ ਚਾਹੀਦਾ ਭਲਵਾਨ ਦਾ। ਛੋਟੇ ਸਾਡੇ ਨਾਲ ਵੀ ਘੁਲੇ ਨੇ, ਫਿਰ ਇੱਕ ਦੋ ਕੁਸ਼ਤੀਆਂ ਘੁਲ ਕੇ ਦੁਬਾਰਾ ਨਹੀਂ ਉਹਨਾਂ ਤੋਂ ਘੁਲ ਹੋਇਆ, ਜਿਹੜੇ ਛੋਟੇ ਵਜ਼ਨ ਵਾਲੇ ਸੀ, ਤਾਂ ਹੀ ਅਸੀਂ ਉੱਪਰ ਟੱਪ ਗਏ। ਹਾਂਜੀ। ਅਤੇ ਪਹਿਲਵਾਨ ਜੀ, ਜਿੱਦਾਂ ਤੁਸੀਂ ਨੇ ਪਹਿਲਵਾਨ ਅਮਰੀਕ ਸਿੰਘ ਰੌਣੀ ਨੂੰ ਆਪਣਾ ਗੁਰੂ ਧਾਰਨ ਕੀਤਾ, ਮਤਲਬ ਉਹਨਾਂ ਦਾ ਕਿੰਨਾ ਕੁ ਯੋਗਦਾਨ ਰਿਹਾ, ਜਾਂ ਕਿਸ ਢੰਗ ਦੇ ਨਾਲ ਤੁਹਾਨੂੰ ਪਹਿਲਵਾਨੀ ਲਈ ਪ੍ਰੇਰਿਤ ਕੀਤਾ ਉਹਨਾਂ ਨੇ, ਤੁਹਾਡੇ ਉਸਤਾਦ ਨੇ? ਇੱਦਾਂ ਜੀ, ਪਹਿਲਾਂ ਤਾਂ ਮੈਂ ਗਿਆ ਮਰੇਕੋਟਲੇ ਖਾੜੇ 'ਚ, ਉੱਥੇ ਮੁੰਡਿਆਂ ਨਾਲ ਜ਼ੋਰ ਕਰਦੇ ਤੀ, ਉਹ ਠੀਕ ਤੀ, ਉਹਨਾਂ ਤੋਂ ਥੋੜ੍ਹਾ ਮੈਂ ਚੰਗਾ ਹੀ ਤੀ, ਉਹ ਵਧੀਆ ਇਸਾਕ ਭਲਵਾਨ ਜੀਆਂ ਦਾ ਖਾੜਾ ਤੀ, ਉਹ ਵੀ ਮੇਰੇ ਉਸਤਾਦ ਨੇ, ਅਤੇ ਉਹਨਾਂ ਦੇ ਕੋਲੇ ਮੈਂ ਜ਼ੋਰ ਕੀਤੇ, ਬਾਬੂ ਭਲਵਾਨ ਜੀ ਲੈ ਕੇ ਗਏ ਮੈਨੂੰ। ਅਤੇ ਫਿਰ ਉਸ ਤੋਂ ਬਾਅਦ 'ਚ ਮੈਂ ਆ ਗਿਆ ਇੱਥੇ, ਬੁੱਧ ਸਿੰਘ ਭਲਵਾਨ ਜੀਆਂ ਨੇ ਖਾੜਾ ਬਣਾ ਲਿਆ, ਪਾਪਾ ਜੀਆਂ ਦਾ ਬੜਾ ਪਿਆਰ ਸੀ ਇਹਨਾਂ ਨਾਲ, ਅਤੇ ਇਹ ਕਹਿੰਦੇ ਵੀ ਸਾਡੇ ਆਓ ਖਾੜੇ 'ਚ, ਅਤੇ ਚਲੋ 2 ਸਾਲ ਉੱਥੇ ਵੀ ਲਾਏ ਮੈਂ ਬੁੱਧ ਸਿੰਘ ਦੇ ਖਾੜੇ 'ਚ। ਉੱਥੇ ਵੀ ਮੁੰਡੇ ਹੀ ਹੈਗੇ ਸੀ ਜਿਨ੍ਹਾਂ ਨੇ ਜ਼ੋਰ ਕਰਦੇ ਸੀ, ਅਤੇ ਜਿਹੜੀ ਮੁੰਡਿਆਂ ਦੀ ਲੜਾਨਤ ਹੁੰਦੀ ਆ ਹੋਰ ਹੁੰਦੀ ਆ, ਸਾਹਮਣੇ ਪਕੜ ਲਾ ਲੈਂਦੇ ਸੀ। ਅਤੇ ਫਿਰ ਭਲਵਾਨ ਜੀਆਂ ਨੇ ਇੱਥੇ ਖਾੜਾ ਬਣਾਇਆ ਤਾਂ ਪਹਿਲਾਂ ਹੀ ਸੀ, ਫਿਰ ਇੱਥੇ ਆ ਗਿਆ ਬੱਬੂ ਭਲਵਾਨ, ਅਤੇ ਫਿਰ ਭਲਵਾਨ ਜੀ ਆਏ ਸਾਡੇ ਕੋਲੇ ਵੀ ਤੁਸੀਂ ਸਾਡੇ ਕੋਲੇ ਆਓ, ਆਪਣੇ ਲਵੇ ਆ ਖਾੜਾ, ਠੀਕ ਹੈ। ਬੱਬੂ ਭਲਵਾਨ ਆ ਗਿਆ ਵੀ ਆਪਾਂ ਇਹਨਾਂ ਨੂੰ ਤਕੜੇ ਕਰੀਏ। ਅਤੇ ਫਿਰ ਮੇਰੇ ਵਿੱਚ ਇੱਕ ਕੱਚ ਸੀ ਵੀ ਮੈਂ ਥੱਲੇ ਦਾ ਕੱਚਾ ਸੀ ਥੋੜ੍ਹਾ ਜਿਹਾ, ਹਾਂ, ਜਿਵੇਂ ਗੋਡਾ ਗਾਡਾ ਮਿੱਟੀ ਦੀ ਕੁਸ਼ਤੀ 'ਚ ਭਲਵਾਨ ਧਰਦੇ ਨੇ, ਲੌਂਧਰਾਂ ਕੱਢਦੇ ਨੇ, ਅਤੇ ਫਿਰ ਜੀ ਭਲਵਾਨ ਜੀ ਆਪ ਉਸ ਟਾਈਮ ਜ਼ੋਰ ਕਰ ਦਿੱਤੀ ਉਸਤਾਦ ਜੀ ਸਾਡੇ, ਅਤੇ ਇਹਨਾਂ ਨੇ ਮੈਨੂੰ ਗੋਡੇ 'ਤੇ ਲੌਂਧਰ ਦਾ ਪੱਕਾ ਕੀਤਾ, ਕਿਉਂਕਿ ਭਲਵਾਨ ਗਰਦਨ ਦਾ ਪੱਕਾ ਹੋਣਾ ਬਹੁਤ ਜ਼ਰੂਰੀ ਆ ਭਲਵਾਨ ਦਾ। ਭਲਵਾਨ 'ਤੇ ਸੱਪ ਗਰਦਨ ਤੋਂ ਹੀ ਮਰਦੇ ਨੇ। ਔਰ ਜਿਹੜੇ ਹਰਵਿੰਦਰ ਨਾਲ ਮੇਰੀ ਕੁਸ਼ਤੀ ਹੋਈ ਆ, ਉਹਨੂੰ ਗੋਡਾ ਧਰਨਾ ਵੀ ਭਲਵਾਨ ਜੀ ਨੇ ਸਿਖਾਇਆ, ਹਾਂ, ਆਲਮਗੀਰ ਖਾੜੇ ਦੇ ਵਿੱਚ। ਅਤੇ ਇੱਧਰੋਂ ਮਤਲਬ ਮੈਨੂੰ ਪੱਕਾ ਵੀ ਇਹਨਾਂ ਨੇ ਕੀਤਾ, ਅਤੇ ਪਹਿਲੀ ਕੁਸ਼ਤੀ ਭਲਵਾਨ ਨੇ ਮੈਨੂੰ ਢਾਹ ਲਿਆ, ਦੂਜੀ ਕੁਸ਼ਤੀ ਮੈਂ ਉਹਨਾਂ 40-50 ਮਿੰਟ ਕੁਸ਼ਤੀ ਮੇਰੀ ਬਰਾਬਰ ਹੋਈ ਆ। ਉਹ ਕੁਸ਼ਤੀ 'ਚ ਵੀ ਮੇਰੀ ਬਹੁਤ ਹਵਾ ਆਈ, ਕਿਉਂਕਿ ਉਹਦਾ ਬਹੁਤ ਵੱਡਾ ਨਾਂ ਸੀ ਭਲਵਾਨ ਦਾ, ਉਹ ਬਹੁਤ ਵੱਡਾ ਖਾੜਾ ਆਲਮਗੀਰ, ਉਹਨਾਂ ਨਾਲ ਤਾਂ ਤੁਹਾਨੂੰ ਪਤਾ ਜੀ, ਜਿਹੜਾ ਕੁੜਦਾ ਸੀ ਉਹ ਟਾਈਮਾਂ 'ਚ ਉਹਦਾ ਨਾਂ ਆਉਂਦਾ ਸੀ। ਬਹੁਤ ਵੱਡੀ ਪਹਿਲਵਾਨੀ ਕੀਤੀ ਹੈ ਹਰਵਿੰਦਰ ਪਹਿਲਵਾਨ ਜੀ ਆਲਮਗੀਰ, ਜਿਨ੍ਹਾਂ ਦੀ ਗੱਲ ਕੀਤੀ ਹੈ ਪਹਿਲਵਾਨ ਜੀ ਨੇ। ਪਹਿਲਵਾਨ ਜੀ, ਕਿਹੋ ਜਿਹਾ ਕਿੰਨਾ ਕੁ ਪਿਆਰ ਰਿਹਾ ਤੁਹਾਡਾ ਉਸਤਾਦ ਦੇ ਨਾਲ, ਕਿੱਦਾਂ ਪ੍ਰੇਰਿਤ ਕਰਦੇ ਆ, ਘੂਰਦੇ ਵੀ ਸੀ ਜਾਂ ਕਿੱਦਾਂ ਦੀ ਪ੍ਰੈਕਟਿਸ ਕਰਾਉਂਦੇ ਆ ਪਹਿਲਵਾਨ ਅਮਰੀਕ ਸਿੰਘ ਜੀ? ਹਾਂਜੀ, ਘੂਰਦੇ ਵੀ ਸੀ। ਕਈ ਵਾਰ ਅਸੀਂ ਜਿਵੇਂ ਭਲਵਾਨ ਜੀਆਂ ਨੇ ਗੋਡਾ ਧਰ ਲੈਣਾ, ਬਾਹਰੇ ਨੂੰ ਨਿਕਲਣਾ, ਉਹਨੇ ਕਹਿਣਾ ਚੱਲ ਤੈਨੂੰ ਸਿਉੜੇ ਹੀ ਛੱਡ ਕੇ ਆਊਂਗਾ, ਨਿਕਲ ਨਹੀਂ ਦਿੰਦਾ। ਹਾਂ, ਬੜੇ ਪੱਕੇ ਸੀ, ਕਿਉਂਕਿ ਉਹਨਾਂ ਨੇ ਕੇਰ ਅਤੇ ਸਮੇਰ, ਫੱਤਾ ਭਲਵਾਨ ਇਹਨਾਂ ਦੇ ਜ਼ੋਰ ਕਰਾਏ ਹੋਏ ਸੀ, ਬੜੇ ਸਿਆਣੇ ਭਲਵਾਨ ਸੀ ਆਪਦੇ ਟਾਈਮ 'ਚ, ਅਤੇ ਉਹਨਾਂ ਨੇ ਮੈਨੂੰ ਗੋਡੇ ਦਾ ਗਰਦਨ ਦਾ ਪੱਕਾ ਕੀਤਾ ਭਲਵਾਨ ਜੀਆਂ ਨੇ। ਅਤੇ ਬਾਕੀ
ਸਾਰਿਆਂ ਨੇ ਜਿੰਨੇ ਹੈਗੇ ਸੀ, ਜਿਹੜੇ ਜਿਹੜੇ ਮੈਂ ਖਾੜੇ ਜ਼ੋਰ ਕੀਤਾ, ਸਭ ਨੇ ਮੈਨੂੰ ਵਧੀਆ ਕੁਛ ਨਾ ਕੁਛ ਦੱਸਿਆ ਹੀ ਹੈ ਜੀ ਭਲਵਾਨੀ 'ਚ। ਬਹੁਤ ਵਧੀਆ ਪਹਿਲਵਾਨ ਨੇ ਪਹਿਲਵਾਨ ਅਮਰੀਕ ਸਿੰਘ ਜੀ ਰੌਣੀ, ਜੋ ਕਿ ਰੌਣੀ ਦੇ ਵਿੱਚ ਕੁਸ਼ਤੀ ਅਖਾੜਾ ਚਲਾਉਂਦੇ ਆ, ਜਿਨ੍ਹਾਂ ਦੀ ਸਰਪ੍ਰਸਤੀ ਦੇ ਹੇਠ ਬਹੁਤ ਸਾਰੇ ਪਹਿਲਵਾਨ ਤਿਆਰ ਹੋਏ ਆ। ਸੋਨੀ ਪਹਿਲਵਾਨ ਸਿਹੋੜੇ ਵਰਗੇ, ਬਾਜ ਪਹਿਲਵਾਨ ਰੌਣੀ ਵਰਗੇ, ਤਾਜ ਪਹਿਲਵਾਨ ਵਰਗੇ ਬਹੁਤ ਵਧੀਆ ਪਹਿਲਵਾਨ ਜਿਹੜੇ ਉਹਨਾਂ ਨੇ ਤਿਆਰ ਕੀਤੇ ਆ। ਪਹਿਲਵਾਨ ਜੀ, ਜੇਕਰ ਇਨਾਮਾਂ ਦੀ ਗੱਲ ਕਰੀਏ, ਹੁਣ ਤੱਕ ਸਭ ਤੋਂ ਵੱਡਾ ਪਹਿਲਾ ਇਨਾਮ ਦੀ ਜਿਹੜਾ ਕਿੱਥੋਂ ਜਿੱਤਿਆ ਸੀਗਾ? ਨਾਮ ਤਾਂ ਜੀ ਸਾਰੇ ਵੱਡੇ ਹੀ ਹੁੰਦੇ ਨੇ, ਚਲੋ ਛੋਟਾ ਕੋਈ ਨਹੀਂ ਹੁੰਦਾ। ਤੇ ਪਰ ਜਿਵੇਂ ਮੈਂ ਰੂਪੋਵਾਲ ਤੋਂ ਵੀ 3 ਮੋਟਰਸਾਈਕਲ ਲਏ ਨੇ ਜੀ, ਬੁਲਟ ਵੀ ਲਿਆ ਉੱਥੇ, ਬਾਕੀ 2 ਛੋਟੇ ਮੋਟਰਸਾਈਕਲ, ਬਾਕੀ ਮੈਨੂੰ ਲੱਗਦਾ ਵੀ 30 ਤੋਂ ਮੋਟਰਸਾਈਕਲ ਮੈਂ ਉੱਪਰ ਲਏ ਨੇ ਹੁਣ ਤੱਕ। ਤੇ 2017 'ਚ ਮੇਰੇ ਮੰਮੀ ਡੈਡੀ ਜੀ ਨਹੀਂ ਰਹੇ, ਉਹਨਾਂ ਦੀ ਡੈਥ ਹੋ ਗਈ, ਕਿਉਂਕਿ ਮਾਤਾ ਜੀ ਨੂੰ ਕੈਂਸਰ ਸੀ ਤੇ ਪਾਪਾ ਜੀ ਅਸੀਂ ਦੂਜੇ ਵਿਆਹ ਦੇ ਆ ਜੀ, ਉਹ ਥੋੜ੍ਹਾ ਜਿਹਾ ਵਿਆਹ ਲੇਟ ਕਰਾਇਆ, ਕੁਛ ਉਹਨਾਂ ਨੂੰ ਸ਼ੂਗਰ ਸੀ, ਇਸ ਕਰਕੇ ਉਹ ਵੀ ਫਿਰ 2017 'ਚ ਉਹ ਪੂਰੇ ਹੋ ਗਏ। ਤੇ ਉਸੇ ਟਾਈਮ ਮੈਂ ਤਕੜਾ ਹੋਇਆ, ਉਸ ਟਾਈਮ ਮੇਰੇ ਮੋਟਰਸਾਈਕਲ ਲੈਣ ਦਾ ਸਮਾਂ ਸੀ, ਪਰ ਉਹ ਫਿਰ ਮੈਂ 2 ਸਾਲ ਭਲਵਾਨੀ ਨਹੀਂ ਮੇਰੇ ਤੋਂ ਹੋਈ ਵਧੀਆ, ਬਸ ਫਿਰ ਤਾਂ ਟਾਈਮ ਪਾਸ ਹੀ ਕਰਦੇ ਰਹੇ ਹਾਂ ਜੀ। ਤੁਹਾਡੇ ਫਾਦਰ ਸਾਹਿਬ ਬਾਰੇ ਦੱਸਿਆ ਤੁਸੀਂ ਨੇ, ਉਹਨਾਂ ਦੀ ਕੋਈ ਇਹੋ ਜਿਹੀ ਇੱਛਾ ਜਿਹੜੀ ਪੂਰੀ ਕੀਤੀ ਹੈ ਤੁਸੀਂ ਨੇ, ਕੋਈ ਗੱਲਬਾਤ ਉਹਨਾਂ ਦੇ ਬਾਰੇ ਦੱਸੋ ਕੋਈ ਨਾ ਕੋਈ। ਹਾਂ ਜੀ, ਸਾਰੀਆਂ ਕੀਤੀਆਂ ਨੇ ਮੈਂ ਤਾਂ, ਜਿੰਨੀਆਂ ਉਹਨਾਂ ਨੇ ਕਿਹਾ ਮੈਨੂੰ ਕੁਸ਼ਤੀਆਂ ਲੜਨ ਨੂੰ। ਤੇ ਹਾਂ, ਜਿਵੇਂ ਮੈਂ ਹੁਣ ਤੁਹਾਨੂੰ ਮੈਂ ਜਿਹੜੇ 30 35 40 ਲੈ ਲਏ ਹੋਣਗੇ, ਪਰ ਜੇ ਮੈਂ ਉਹ 2 ਸਾਲ ਮੇਰੇ ਨਾ ਖਰਾਬ ਹੁੰਦੇ, ਮੈਂ 100 ਤੋਂ ਟੱਪਿਆ ਹੁੰਦਾ, ਕਿਉਂਕਿ ਉਸ ਟਾਈਮ ਮੈਂ ਰੂਬਲ ਨੂੰ ਹਰਾਇਆ। ਤੇ ਸਾਬੇ ਨਾਲ ਮੇਰੀ ਕੁਸ਼ਤੀ ਹੋਈ ਅਨੰਦਪੁਰ ਸਾਹਿਬ। ਉਹ ਇੱਦਾਂ ਹੋਇਆ ਜੀ, ਜਿਵੇਂ ਰੂਬਲ ਭਲਵਾਨ ਆ, ਰੂਬਲ ਉਸ ਟਾਈਮ ਤਕੜਾ ਹੋਇਆ ਹੀ ਸੀ ਨਵਾਂ, ਤੇ ਰੂਬਲ ਨਾਲ ਮੇਰੀਆਂ 2 ਕੁਸ਼ਤੀਆਂ ਬਰਾਬਰ ਹੋਈਆਂ, ਇੱਕ ਰੂਪੋਵਾਲ ਇੱਕ ਚੰਡੀਗੜ੍ਹ। ਤੇ ਉਹ ਤੋਂ ਬਾਅਦ ਦੇ ਵਿੱਚ ਮੈਨੂੰ ਸੁਰਜੀਤ ਭਲਵਾਨ ਜੀਆਂ ਦਾ ਫੋਨ ਆ ਗਿਆ ਵੀ ਅਨੰਦਪੁਰ ਸਾਹਿਬ ਦੰਗਲ ਤੂੰ ਆਉਣਾ ਉੱਥੇ। ਤੇ ਮੈਂ ਗਿਆ ਜੀ ਉੱਥੇ, ਤੇ ਚਲੋ ਮੈਂ ਫਾਈਨਲ ਤੱਕ ਗਿਆ, ਤੇ ਰੂਬਲ ਨੇ ਮੈਨੂੰ ਹਰਾ ਲਿਆ ਫਾਈਨਲ 'ਚ। ਤੇ ਉਹ ਤੋਂ ਅਗਲੇ ਸਾਲ ਜੀ ਚਲੋ ਫਿਰ ਮੇਰੇ ਕੋਲੇ ਬੇਟੇ ਦਾ ਰੱਬ ਨੇ ਜਨਮ ਹੋਇਆ, ਹਾਂਜੀ, ਦਾਤ ਬਖਸ਼ੀ। ਤੇ ਪਾਪਾ ਜੀ ਮੇਰੇ ਬੜੇ ਖੁਸ਼ ਹੋਏ, ਤੇ ਉਹ ਕਹਿੰਦੇ ਬਈ ਚਲੋ ਬਹੁਤ ਵਧੀਆ ਹੋ ਗਿਆ, ਮੈਂ ਤੇਰਾ ਬੇਟਾ ਦੇਖ ਲਿਆ, ਢਿੱਲੇ ਢੁੱਲੇ ਜੇ ਰਹਿੰਦੇ ਆ, ਕੀ ਪਤਾ ਹੁੰਦਾ ਜ਼ਿੰਦਗੀ ਦਾ। ਤੇ ਚਲੋ ਮੈਂ ਕਿਹਾ ਠੀਕ ਆ, ਮੈਂ ਕਿਹਾ ਆਪੇ ਚਲੋ ਹੁਣ ਤਾਂ ਆਪਣਾ ਸਾਰਾ ਕੁਛ ਲੋਟ ਆ, ਹੈ ਨਾ, ਬੱਚੇ ਦੇਖ ਲਏ ਤੁਸੀਂ, ਮੇਰੀ ਭਲਵਾਨੀ ਦੇਖ ਲਈ। ਨਹੀਂ ਕਹਿੰਦੇ ਜਿਹੜੇ ਆ ਹੁਣ ਨਵੇਂ ਮੁੰਡੇ ਉੱਠੇ ਨੇ, ਇਹਨਾਂ ਨੇ ਇੱਕ ਵਾਰ ਫੇਰ ਲੜ ਕੇ ਦਿਖਾ ਕੁਸ਼ਤੀ। ਅੱਛਾ ਜੀ। ਤੇ ਚਲੋ ਮੈਂ ਕਿਹਾ ਹੈ ਤਾਂ ਲੜਨਾ ਔਖਾ, ਕਿਉਂਕਿ ਉਮਰ ਦਾ ਕਾਫੀ ਫਰਕ ਪੈ ਗਿਆ। ਮੇਰੀ ਉਸ ਟਾਈਮ ਹੈਗੀ ਤੀ ਉਮਰ ਜੀ 35 ਤੋਂ ਟੱਪਿਆ ਹੋਇਆ ਸੀ, ਇਹ ਹੁਣ 25 26 ਸਾਲ ਦੇ ਮੁੰਡੇ, ਫਰਕ ਤਾਂ ਪੈਂਦਾ ਹੈ ਨਾ, ਉਹ ਵੀ ਰੁਸਤਮ। ਤੇ ਜੀ ਫਿਰ ਦੁਬਾਰਾ ਤਿਆਰੀ ਕੀਤੀ ਜੀ, ਫਿਰ ਹੋਈਆਂ ਕੁਸ਼ਤੀਆਂ, ਉੱਥੇ ਮੈਂ ਕਾਕਾ ਘੁਆਲੀ ਹਰਾਇਆ, ਤੇ ਇਹਨੂੰ ਰੋਬਲ ਭਲਵਾਨ ਨੂੰ ਹਰਾਇਆ ਮੈਂ ਉੱਥੇ। ਤੇ ਫਿਰ ਸਾਬੇ ਨਾਲ ਕੁਸ਼ਤੀ ਲੜਿਆ, ਸਾਬੇ ਨੂੰ ਮੈਂ ਢਾਕ ਮਾਰ ਕੇ ਚਿੱਤ ਕਰ ਲਿਆ ਤੀ, ਤੇ ਫਿਰ ਉਹ ਮੇਰੇ ਤੋਂ ਦੱਬਿਆ ਨਹੀਂ ਗਿਆ ਸਾਬਾ ਭਲਵਾਨ। ਹਾਂ, ਕਿਉਂਕਿ ਮਿੱਟੀ ਵਾਲਿਆਂ ਨੂੰ ਆਦਤ ਹੁੰਦੀ ਆ ਥੋੜ੍ਹੀ ਵੀ, ਚਿੱਤ ਹੋ ਗਈ ਕੁਸ਼ਤੀ ਛੱਡਤੀ, ਮੈਂ ਢਿੱਲਾ ਪੈ ਗਿਆ ਤੇ ਉਹ ਬਚ ਗਿਆ ਉੱਥੋਂ, ਤੇ ਉਹਦੇ ਮੈਨੂੰ ਪੈਂਟ ਮਿਲ ਗਏ। ਮਤਲਬ ਮਿੱਟੀ ਵਾਲੀ ਦਾ ਚਿੱਤ ਹੋ ਗਈ ਕੁਸ਼ਤੀ, ਪਰ ਮੈਟ ਦੇ ਹਿਸਾਬ ਨਾਲ ਹਾਂ ਮੇਰੇ ਤੋਂ ਦੱਬਿਆ ਨਹੀਂ ਗਿਆ ਉਹ, ਫਿਰ ਉਹ 1 ਪੁਆਇੰਟ 'ਤੇ ਮੇਰੇ ਤੋਂ ਜਿੱਤ ਗਿਆ ਫਾਈਨਲ 'ਚ। ਹਾਂਜੀ, ਇਹ 3 ਕੁਸ਼ਤੀਆਂ ਮੇਰੀਆਂ ਉਹ ਟਾਈਮ 'ਚ ਵੱਡੀਆਂ ਹੋਈਆਂ। ਪਾਪਾ ਜੀ ਬੜੇ ਖੁਸ਼ ਹੋਏ ਜਾ ਮੈਂ ਆ ਕੇ ਦੱਸਿਆ। ਕਹਿਣ ਦਾ ਮਤਲਬ ਤੁਸੀਂ ਨੇ ਆਪਣੇ ਪਿਤਾ ਜੀ ਦੀ ਇੱਛਾ ਜਿਹੜੀ ਪੂਰੀ ਕਰਤੀ, ਜਿਹੜਾ ਉਹਨਾਂ ਨੇ ਕਿਹਾ, ਆਪਣੇ ਮੂੰਹ ਤੋਂ ਕਿਹਾ ਵੀ ਮੈਨੂੰ ਘੁਲ ਕੇ ਦਿਖਾਓ ਨਵੇਂ ਮੁੰਡਿਆਂ ਨਾਲ ਦੁਬਾਰੇ, ਫਿਰ ਤੁਸੀਂ ਉਹ ਪੂਰਾ ਕਰਿਆ, ਤੇ ਅੱਜ ਵੀ ਜਿਹੜਾ ਬਰਕਰਾਰ ਆ ਉਹ ਕੰਮ ਤੁਹਾਡਾ। ਹਾਂਜੀ ਹਾਂਜੀ, ਉਹ ਤਾਂ ਬੜੇ ਖੁਸ਼ ਗਏ ਨੇ ਜੀ, ਇਹੋ ਜਿਹੀ ਗੱਲ ਨਹੀਂ ਹੈਗੀ। ਚਲੋ ਜਾਣਾ ਤਾਂ ਸਭ ਨੇ ਹੀ ਆ, ਬੜੇ ਖੁਸ਼ ਗਏ ਨੇ ਉਹ, ਭਲਵਾਨੀ ਦੇ ਪੱਖੋਂ ਵੀ, ਹੋਰ ਵੀ ਸਾਰਾ ਪਰਿਵਾਰ ਉਹਨੇ ਵਧੀਆ ਦੇਖਿਆ। ਤੇ ਕਿਉਂਕਿ ਅਸੀਂ ਇਕੱਲੇ ਸੀ, ਅਸੀਂ ਕਿਸੇ ਜ਼ਿਆਦਾ ਅਖਾੜੇ 'ਚ ਰਹੇ ਨਹੀਂ ਹੈਗੇ, ਜ਼ੋਰ ਕਰਕੇ ਵਾਪਸ ਆਉਂਦੇ ਜੀ ਘਰੇ। ਹਾਂ, ਉਹਨਾਂ ਨੇ ਮੇਰੀ ਇਹੋ ਜਿਹੇ ਹਿਸਾਬ ਨਾਲ ਭਲਵਾਨੀ ਕਰਾਈ। ਔਰ ਜਿਹੜੇ ਖਾੜਿਆਂ ਦੇ ਨਾਲ ਮੇਰੀਆਂ ਕੁਸ਼ਤੀਆਂ ਹੁੰਦੀਆਂ ਸੀ, ਜਿਵੇਂ ਖਾੜਾ ਆਪਣਾ ਆਲਮਗੀਰ ਹੋ ਗਿਆ, ਪਦਾਰਥ ਭਲਵਾਨ ਜੀ ਹੋਵੇ, ਇਹਨਾਂ ਦੇ ਪਦਾਰਥ ਭਲਵਾਨ ਤੋਂ ਲੱਗ ਕੇ ਹੁਣ ਤੱਕ ਜਿੰਨੇ ਭਲਵਾਨ ਨੇ, ਸਭ ਨਾਲ ਮੇਰੀਆਂ ਕੁਸ਼ਤੀਆਂ ਹੋਈਆਂ ਨੇ। ਪਦਾਰਥ ਭਲਵਾਨ ਤੋਂ ਲੱਗ ਕੇ ਜਿੰਨੇ, ਉਹਨਾਂ ਦੇ ਬਾਅਦ ਜਿੰਨੇ ਚੇਲੇ ਵੀ, ਉਹਨਾਂ ਨਾਲ ਵੀ ਹੋਈਆਂ ਨੇ ਕੁਸ਼ਤੀਆਂ ਮੇਰੀਆਂ, ਜਿਹਨਾਂ ਤੁਸੀਂ ਨਾਂ ਲਿਆ। ਤੇ ਬਾਕੀ ਇਹ ਲਾ ਲਓ ਡੂਮਸੇੜੀ ਖਾੜਾ ਹੋ ਗਿਆ, ਇੱਥੇ ਸਾਰੇ ਭਲਵਾਨ ਤੀ ਜਿਹੜੇ, ਪਹਿਲਾਂ ਕਮਲਜੀਤ ਦਾ ਚਾਚਾ ਤੀ, ਇਹਦੇ ਨਾਲ ਮੇਰੀਆਂ 3-4 ਕੁਸ਼ਤੀਆਂ ਹੋਈਆਂ ਨੇ। ਤੇ ਫਿਰ ਪਾਲਾ ਭਲਵਾਨ ਉੱਠਿਆ, ਫਿਰ ਹੌਲੀ ਹੌਲੀ ਕਮਲਜੀਤ ਹੋਏ, ਡੂਮਸੇੜੀ ਭਲਵਾਨ ਜੀਆਂ ਨਾਲ ਵੀ ਹੋਈ ਮੇਰੀ 20-25 ਮਿੰਟ ਕੁਸ਼ਤੀ ਹੋਈ ਆ ਇੱਥੇ ਆਪਣੇ ਸਲਾਣੇ ਦੰਗਲ 'ਚ। ਹਾਂ, ਭਲਵਾਨ ਜੀ ਸਾਤੋਂ ਸੀਨੀਅਰ ਸੀ,
ਤੇ ਜੇ ਹੋਰਾਂ ਨੂੰ ਕੱਟਿਆ ਤਾਂ ਹੀ ਮੌਕਾ ਮਿਲਦਾ ਸੀ ਜੀ, ਉੱਦਾਂ ਤਾਂ ਕੋਈ ਕਰਾਉਂਦਾ ਨਹੀਂ ਹੈਗਾ ਝੰਡੀ ਤੇ ਕੁਸ਼ਤੀ। ਹਾਂ, ਜੇ ਹੋਰਾਂ ਨੂੰ ਕੱਟਿਆ ਤਾਂ ਹੀ ਪਾਪਾ ਜੀ ਖੁਸ਼ ਸੀ। ਉਹ ਕਹਿੰਦੇ ਬੜੀ ਵੱਡੀ ਮੈਨੂੰ ਖੁਸ਼ੀ ਆ ਵੀ ਤੂੰ ਐਡੇ ਖਾੜਿਆਂ ਨਾਲ ਇਕੱਲਾ ਆਪਦੇ ਘਰ ਦੇ ਵਿੱਚ ਰਹਿ ਕੇ। ਹਾਂਜੀ। ਕਹਿਣ ਦਾ ਭਾਵ ਭਲਵਾਨ ਜੀ, ਜਿਨ੍ਹਾਂ ਪਹਿਲਵਾਨਾਂ ਨਾਲ ਤੁਸੀਂ ਅੱਜ ਤੋਂ ਜਾਂ ਕਹਿ ਲਈਏ ਵੀ 20 ਸਾਲ 25 ਸਾਲ ਪਹਿਲਾਂ ਲੜੇ, ਅੱਜ ਤੁਸੀਂ ਉਹਨਾਂ ਦੇ ਬੱਚਿਆਂ ਨਾਲ ਵੀ ਕੁਸ਼ਤੀਆਂ ਲੜੀਆਂ। ਹਾਂਜੀ ਹਾਂਜੀ, ਕਈ ਭਲਵਾਨ ਹੈਗੇ ਨੇ ਜੀ, ਜਿਵੇਂ ਹੈਗਾ ਆਪਣਾ ਬੱਗਾ ਭਲਵਾਨ। ਹਾਂ, ਉਹਦੇ ਡੈਡੀ ਨਾਲ ਵੀ ਮੇਰੀਆਂ ਕੁਸ਼ਤੀਆਂ ਹੋਈਆਂ ਨੇ ਇੱਕ ਦੋ ਪਹਿਲਾਂ। ਨਿਸ਼ਾਨ ਉਹ ਉੱਧਰ ਦੇ ਨੇ, ਉਹ ਕਿਹੜਾ ਪਿੰਡ ਆ ਉਹਨਾਂ ਦਾ, ਹਾਂ ਹਾਂ ਹਾਂ, ਨਿਸ਼ਾਨ। ਆਪਣੇ ਨਿਸ਼ਾਨ ਪਹਿਲਵਾਨ, ਉਹਨਾਂ ਦਾ ਬੇਟਾ ਬੱਗਾ ਚੀਕਾ ਜੀ। ਹਾਂਜੀ, ਪਹਿਲਾਂ ਉਹਦੇ ਡੈਡੀ ਨਾਲ 2 ਕੁਸ਼ਤੀਆਂ ਹੋਈਆਂ ਜੀ ਮੇਰੀਆਂ, ਤੇ ਬਾਅਦ 'ਚ ਫਿਰ ਬੱਗਾ ਉੱਠ ਖੜਿਆ 2005-6 'ਚ, ਫਿਰ ਬੱਗੇ ਭਲਵਾਨ ਜਿਆਂ ਨਾਲ ਵੀ ਕੁਸ਼ਤੀਆਂ ਹੋਈਆਂ ਮੇਰੀਆਂ। ਹਾਂਜੀ, ਇੱਦਾਂ ਕਈ ਭਲਵਾਨ ਹੋਰ ਵੀ ਹੈਗੇ ਨੇ ਜਿਨ੍ਹਾਂ ਦੇ ਪਹਿਲਾਂ ਉਸਤਾਦਾਂ ਨਾਲ ਮੈਂ ਲੜਿਆ ਕੁਸ਼ਤੀ, ਬਾਅਦ ਦੇ ਵਿੱਚ ਉਹਨਾਂ ਦੇ ਚੇਲੇ ਉੱਠੇ, ਉਹਨਾਂ ਨਾਲ ਕੁਸ਼ਤੀਆਂ ਲੜਿਆ। ਹਾਂ, ਪਦਾਰਥ ਦੇਖੋ, ਪਦਾਰਥ ਦੇ ਜਿੰਨੇ ਅੱਗੇ ਹੁਣ ਤੱਕ ਭਲਵਾਨ ਨੇ ਸਾਰਿਆਂ ਨਾਲ, ਪ੍ਰਿੰਸ ਭਲਵਾਨ ਨਾਲ ਮੇਰੀਆਂ 4 ਕੁਸ਼ਤੀਆਂ ਹੋਈਆਂ ਨੇ। ਹਾਂਜੀ। ਪਹਿਲਵਾਨ ਜੀ, ਹੁਣ ਤੱਕ ਦੀ ਸਭ ਤੋਂ ਟਫ ਕੁਸ਼ਤੀ ਬਾਰੇ ਦੱਸੋ। ਕੋਈ ਜਿਹੜੀ ਕੁਸ਼ਤੀ ਤੁਹਾਨੂੰ ਲੱਗੀ ਹੋਵੇ ਵੀ ਬਹੁਤ ਸੰਘਰਸ਼ ਵਾਲੀ ਰਹੀ ਆ, ਜਾਂ ਟਫ ਕੁਸ਼ਤੀ ਰਹੀ ਆ ਜਿਹਨੂੰ ਘੁਲਣ ਤੋਂ ਬਾਅਦ ਤੁਹਾਨੂੰ ਮਾਣ ਮਹਿਸੂਸ ਹੋਇਆ ਹੋਵੇ। ਮਾਨ ਤਾਂ ਜੀ ਸਾਰੀਆਂ ਜਿਹੜੀਆਂ ਵੱਡੀਆਂ ਕੁਸ਼ਤੀਆਂ ਵੈਸੇ ਤਾਂ ਵਧੀਆ ਹੀ ਲੜਿਆ, ਇਹੋ ਜਿਹੀ ਨਹੀਂ ਕੋਈ ਗੱਲ। ਤੇ ਬਾਕੀ ਗੁਰਦੇਵ ਵਾਲੀ ਕੁਸ਼ਤੀ ਉਸ ਟਾਈਮ ਦੇ ਵਿੱਚ ਉਹਦੀ ਬਹੁਤ ਜ਼ਿਆਦਾ ਹਵਾ ਸੀ, ਕਿਉਂਕਿ ਉਹਦੇ ਨਾਲ ਹਰੇਕ ਭਲਵਾਨ ਹੱਥ ਨਹੀਂ ਤੀ ਮਿਲਾਉਂਦਾ ਜਾ ਕੇ ਦੰਗਲ ਦੇ ਵਿੱਚ। ਉਹ ਵਿੱਚ ਖੜ ਜਾਂਦਾ ਸੀ, ਕਹਿੰਦਾ ਤੀ ਹੱਥੇ ਮਿਲਾ ਲਓ ਕੋਈ ਆ ਕੇ। ਤੇ ਉਸ ਟਾਈਮ ਉਹ ਸਾਰੇ ਖਾੜਿਆਂ 'ਚ ਜਾ ਕੇ ਫੇਰ ਆਏ ਨੇ ਮੇਜਰ ਭਲਵਾਨ ਕੋਲੇ। ਤੇ ਮੈਂ ਤਾਂ ਉੱਥੇ ਹੈ ਵੀ ਨਹੀਂ ਤੀ ਖਾੜੇ 'ਚ, ਭਲਵਾਨ ਜੀਆਂ ਨੇ ਸਾਈ ਫੜ ਲਈ ਵੀ ਚਲੋ ਕੁਸ਼ਤੀ ਲੜਾਂਗੇ ਅਸੀਂ। ਮੈਂ ਵੈਸੇ ਲੜ ਕੇ ਨਹੀਂ ਤੀ ਰਾਜੀ, ਕਿਉਂਕਿ ਭਲਵਾਨ ਚੰਗਾ ਹੋ ਗਿਆ ਸੀ ਸਭ। ਉਸ ਟਾਈਮ ਭਾਰਤ ਕੇਸਰੀ ਵੀ ਬਣਿਆ ਗੁਰਦੇਵ। ਤੇ ਚਲੋ ਫਿਰ 10 ਦਿਨ ਮੈਂ ਤਿਆਰੀ ਕੀਤੀ ਜੀ। 10 ਦਿਨਾਂ ਬਾਅਦ ਵੱਡੀ ਕੁਸ਼ਤੀ ਮੈਂ 40-45 ਮਿੰਟ ਕੁਸ਼ਤੀ ਉਹ ਲੜਿਆ। ਫਿਰ ਮਿਹਰਦੀਨ ਭਲਵਾਨ ਜੀਆਂ ਨੇ ਉੱਠ ਕੇ ਕੁਸ਼ਤੀ ਛੜਾਈ ਬਰਾਬਰ ਸਾਡੀ। ਪਹਿਲਵਾਨ ਜੀ, ਤੁਹਾਡਾ ਬਹੁਤ ਲੰਮਾ ਸਫ਼ਰ ਰਿਹਾ ਪਹਿਲਵਾਨੀ ਦਾ। ਇਸ ਸਫ਼ਰ ਦੇ ਵਿੱਚ ਕਦੇ ਸੰਤੁਸ਼ਟ ਹੋ, ਕਦੇ ਕਿਸੇ ਨਾਲ ਕੋਈ ਕਮੇਟੀ ਨਾਲ ਅਣਬਣ ਹੋਈ ਹੋਵੇ, ਜਾਂ ਕਿਸੇ ਪਹਿਲਵਾਨ ਦੇ ਨਾਲ ਕੋਈ ਇਹੋ ਜਿਹੀ ਗੱਲਬਾਤ ਕੋਈ ਸਾਂਝੀ ਕਰੋ, ਕੋਈ ਕਦੇ ਜ਼ਿੰਦਗੀ ਦੇ ਵਿੱਚ ਕੋਈ ਵਧੀਕੀ ਹੋਈ ਹੋਵੇ ਜੀ। ਨਹੀਂ ਨਹੀਂ ਜੀ, ਆਪਣੀ ਕਿਸੇ ਨਾਲ ਨਹੀਂ ਕੋਈ ਹੋਈ। ਤੇ ਕੇਰਾਂ ਮੈਂ ਛੋਟਾ ਜਿਹਾ ਇੱਥੇ ਦੰਗਲ ਕੁਸ਼ਤੀ ਲੜਨ ਗਿਆ ਜੀ ਮਰੇਕੋਟਲੇ। ਤੇ ਉੱਥੇ ਬਾਹਰੇ ਮੈਂ ਬੈਠਾ, ਤੇ ਉੱਥੇ ਸਿਕੰਦਰ ਭਲਵਾਨ ਜੀ ਵੀ ਬੈਠੇ। ਮੈਂ ਗੋਡੀ ਹੱਥ ਲਾਇਆ ਤੇ ਉਹਨੇ ਪੁੱਛਿਆ ਵੀ ਤੂੰ ਫੌਜੀ ਭਲਵਾਨ ਦਾ ਮੁੰਡਾ ਸਿਆਉੜੇ ਵਾਲੇ ਦਾ? ਮੈਂ ਕਿਹਾ ਹਾਂ ਜੀ। ਤੇ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਸੀ ਵੀ ਇਹ ਭਲਵਾਨੀ ਵਧੀਆ ਕਰ ਰਿਹਾ, ਆਪਦੇ ਡੈਡੀ ਦੇ ਆਖੇ ਲੱਗ ਰਿਹਾ, ਵਧੀਆ ਜ਼ੋਰ ਕਰਦਾ ਨਿੱਤ। ਤੇ ਉਹ ਕਹਿੰਦੇ ਬਈ ਤੂੰ ਭਲਵਾਨ ਬਣ ਜਾਣਾ ਵੱਡਾ, ਕਿਉਂਕਿ ਸਾਡੇ ਘਰੇ ਵੀ ਉਹਨਾਂ ਦੀ ਆਉਣੀ ਜਾਣੀ ਸੀ ਪਹਿਲਾਂ ਤੋਂ ਹੀ। ਪਾਪਾ ਜੀ ਉੱਥੇ ਜ਼ੋਰ ਕਰਦੇ ਰਹੇ ਨੇ ਆਲਮਗੀਰ ਖਾੜੇ 'ਚ। ਤੇ ਉਹ ਕਹਿੰਦੇ ਵੀ ਪਰ ਕਿਸੇ ਨਾਲ ਜ਼ਿੰਦਗੀ 'ਚ ਲੜੀ ਨਾ। ਹਾਂ, ਜਿਹੜੀ ਲੜਾਈ ਆ, ਜਿਹੜੀ ਹਵਾਬਾਜ਼ੀ ਆ, ਇਹ ਭਲਵਾਨੀ ਦੇ ਵਿੱਚ ਰੋਕ ਲਾ ਦਿੰਦੀ ਆ। ਹਾਂ, ਜਿਹੜਾ ਭਲਵਾਨ ਬੰਦਾ ਇਹਨੂੰ ਤਾਂ ਆਪਦੀ ਖੁਰਾਕ ਤੋਂ ਵਰਜਿਸ਼ ਨੂੰ ਨਹੀਂ ਵਿਹਲ ਹੈਗਾ, ਉਹਨੇ ਲੜ ਕੇ ਕੀ ਲੈਣਾ ਕਿਸੇ ਨਾਲ। ਕੋਈ ਤਾਂ ਖਾੜੇ 'ਚ ਲੜਾਈ ਹੋ ਜਾਂਦੀ ਆ। ਹਾਂਜੀ। ਜਿਹੜੇ ਤੁਹਾਡੇ ਫਾਦਰ ਸਾਹਿਬ ਸੀਗੇ ਜੀ, ਉਹ ਤੁਹਾਡੇ ਖੁਰਾਕ ਪਾਣੀ ਦਾ ਕਿੱਦਾਂ ਮਤਲਬ ਮਿਹਨਤ ਦਾ ਜਾਂ ਖੁਰਾਕ ਪਾਣੀ ਦਾ ਕਿੱਦਾਂ ਰੱਖਦੇ ਸੀ ਗੌਰ, ਕਿੱਦਾਂ ਧਿਆਨ ਰੱਖਦੇ ਸੀਗੇ? ਉਹ ਜਿਹੜੀ ਚੀਜ਼ ਦੀ ਮੈਨੂੰ ਲੋੜ ਹੁੰਦੀ ਸੀ ਜੀ, ਮੈਂ ਦੱਸ ਦਿੰਦਾ ਸੀ, ਉਹ ਲਿਆ ਦਿੰਦੇ ਸੀ। ਇਹੋ ਜਿਹੀ ਨਹੀਂ ਕੋਈ ਗੱਲ। ਉਹ ਆਪ ਹਾਂ, ਹਾਂਜੀ ਹਾਂਜੀ, ਉਹ ਮੈਨੂੰ ਲਿਆ ਦਿੰਦੇ ਸੀ ਖੁਰਾਕ ਜੀ ਸਾਰੀ। ਅਤੇ ਬਾਕੀ ਜਿਵੇਂ ਮੈਂ ਖਾੜੇ ਦੇ ਵਿੱਚ ਜ਼ੋਰ ਕਰਕੇ ਆਉਣਾ ਜਾਂ ਰੌਣੀ ਖਾੜੇ 'ਚੋਂ, ਅਤੇ ਮੇਰੇ ਤੋਂ ਮੀਟ ਖਾ ਘੱਟ ਹੁੰਦਾ ਸੀ। ਬੱਕਰਾ ਬੁੱਕਰਾ ਜਿਵੇਂ ਥੋੜ੍ਹਾ ਹੈ ਨਾ, ਮੇਰੀ ਖੁਰਾਕ ਖਾ ਘੱਟ ਹੁੰਦਾ ਸੀ। ਅਤੇ ਫਿਰ ਉਹਨਾਂ ਨੇ ਮੈਨੂੰ ਸੂਫ ਲਾਇਆ ਵੀ ਤੂੰ ਸੂਫ ਪੀਆ ਕਰ। ਫਿਰ ਮੈਂ ਉਹ ਸੂਫ ਪੀਣਾ ਜੀ, ਕਿਲੋ ਕੁ ਮਤਲਬ ਕੱਢ ਕੇ ਜ਼ਖਣੀ ਉਹਦੀ ਪੀਣੀ। ਅਤੇ ਉਦੋਂ ਬਾਅਦ 'ਚ ਮੈਨੂੰ ਘੰਟਾ 1.5 ਘੰਟਾ ਡੰਬਲ ਫਿਰ ਫਰਾਉਣੇ ਉਹਨਾਂ ਨੇ, ਵੀ ਇਹਦਾ ਵੀ ਪਸੀਨਾ ਕੱਢਦੇ ਹੁਣ, ਇਹ ਅੰਦਰ ਨਾ ਰਹੇ ਤੇਰੇ। ਹਾਂਜੀ, ਇੱਦਾਂ ਦੀ ਮੇਰੀ ਭਲਵਾਨੀ ਕਰਾਈ ਆ ਜੀ ਉਹਨਾਂ ਨੇ। ਮੈਂ ਆਖੇ ਲੱਗਦਾ ਸੀ ਉਹਨਾਂ ਦੇ। ਜਿਹੜੇ ਟਾਈਮ ਉਹ ਕਹਿੰਦੇ ਸੀ ਰਾਤ ਨੂੰ, ਵੀ ਮੈਂ ਰਾਤ ਨੂੰ ਵੀ ਤੁਰ ਪੈਂਦਾ ਸੀ ਉੱਠ ਕੇ। ਹਾਂਜੀ, ਭਲਵਾਨ ਉਹੀ ਬਣਦਾ ਜੀ ਜਿਹੜਾ ਆਖੇ ਲੱਗਦਾ। ਅੱਛਾ ਪਹਿਲਵਾਨ ਜੀ, ਜੇਕਰ ਇੱਕ ਵਧੀਆ ਖਾੜੇ ਦੇ ਮਾਹੌਲ ਦੀ ਗੱਲ ਕਰੀਏ, ਤੁਹਾਡੇ ਮੁਤਾਬਕ ਇੱਕ ਵਧੀਆ ਖਾੜੇ ਦਾ ਮਾਹੌਲ ਕਿਹੋ ਜਿਹਾ ਹੋਣਾ ਚਾਹੀਦਾ? ਕਿਹੋ ਜਿਹਾ ਖਾੜਾ ਹੋਣਾ ਚਾਹੀਦਾ, ਜਾਂ ਕਿੱਦਾਂ ਪਹਿਲਵਾਨ ਨੂੰ ਉੱਥੇ ਰਹਿਣਾ ਸਹਿਣਾ ਚਾਹੀਦਾ ਜੀ? ਰਹਿਣਾ ਸਹਿਣਾ ਤਾਂ ਜੀ ਆਏ ਆ ਖਾੜੇ ਦੇ ਵਿੱਚ। ਪਹਿਲਾਂ ਤਾਂ ਆਉਂਦੀ ਆ ਗੁਰੂ ਦੀ ਗੱਲ। ਜੇ ਗੁਰੂ ਪਹਿਰਾ ਦਿੰਦਾ
ਜਿਵੇਂ ਭਲਵਾਨ ਜੀ ਰੌਣੀ ਵਾਲੇ ਨੇ, ਖਾੜੇ 'ਚ ਰਹਿੰਦੇ ਨੇ, ਹਰ ਵਕਤ ਪਹਿਰਾ ਦਿੰਦੇ ਨੇ, ਗੇਟ ਤੋਂ ਬਾਹਰ ਨਹੀਂ ਜਾਣ ਦਿੰਦੇ ਕਿਸੇ ਨੂੰ। ਅਤੇ ਬਾਕੀ ਭਲਵਾਨ ਦੇ ਆਪਦੇ ਸਿਰ 'ਤੇ ਆ ਵੀ ਆਪ ਉਹ ਜੇ ਉਹਨੂੰ ਸ਼ੌਂਕ ਹੋਵੇ ਅਤੇ ਉਹਨੂੰ ਫਿਰ ਭਲਵਾਨੀ ਕਨੀ ਨਹੀਂ ਵਿਹਲ ਮਿਲਦਾ। ਕਦੇ ਖੁਰਾਕ ਬਣਾ ਲਈ, ਉਹੀ ਪਹਿਲਾਂ ਦੱਸ ਕੇ ਹਟਿਆ ਵੀ ਵਰਜਿਸ਼ ਲਾਓ ਵੱਧ ਤੋਂ ਵੱਧ। ਕਿਹੜਾ ਕੋਈ ਬਾਹਾਂ ਫੜਦਾ, 3 ਟਾਈਮ ਲਾ ਲਓ, ਚਾਹੇ 4 ਟਾਈਮ ਲਾ ਲਓ, ਕੋਈ ਗੱਲ ਨਹੀਂ ਹੈਗੀ। ਜਿੰਨੀ ਵਰਜਿਸ਼ ਕੋਈ ਵੱਧ ਲਾਊਗਾ, ਜਿੰਨੀ ਵਧੀਆ ਖੁਰਾਕ ਖਾਊਗਾ, ਉਹ ਓਨਾ ਵਧੀਆ ਭਲਵਾਨ ਬਣੂਗਾ। ਵਿਹਲੇ ਟਾਈਮ ਦੇ ਵਿੱਚ ਭਲਵਾਨਾਂ ਦੀਆਂ ਗੱਲਾਂ ਸੁਣੋ, ਸਿਆਣਿਆਂ ਦੀਆਂ, ਉਹਨਾਂ 'ਚੋਂ ਵੀ ਸਿੱਖਣ ਨੂੰ ਮਿਲਦਾ। ਕਿਉਂਕਿ ਭਲਵਾਨੀ ਦੇ ਵਿੱਚ ਇਕੱਲੀ ਜਾਨ ਦੀ ਲੋੜ ਨਹੀਂ ਹੈਗੀ, ਇਕੱਲੀ ਖੁਰਾਕ ਦੀ ਲੋੜ ਨਹੀਂ ਹੈਗੀ। ਭਲਵਾਨੀ ਦੇ ਵਿੱਚ ਸਿਆਣਪ ਦੀ ਵੀ ਲੋੜ ਆ, ਜੀਦਾਰੀ ਦੀ ਲੋੜ ਆ। ਜਿਹੜਾ ਭਲਵਾਨ ਜੀਦਾਰ ਨਹੀਂ ਹੈਗਾ, ਦਿਲ ਸਾਡਾ ਉਹ 'ਚ ਕਿੰਨੀ ਉਹ ਤਾਕਤ ਆ, ਚਾਹੇ ਉਹ ਕੁਸ਼ਤੀ 'ਚ ਤਾਕਤ ਨਹੀਂ ਲਾ ਸਕਦਾ ਪੂਰੀ ਆਪਦੀ। ਤਾਕਤ ਉਹ ਭਲਵਾਨ ਲਾਊਗਾ ਜਿਹੜਾ ਜੀਦਾਰ ਆ। ਜੀਦਾਰ ਉਹ ਆ ਜਿਹੜਾ ਵੱਡੇ ਭਲਵਾਨਾਂ ਦੀਆਂ ਗੱਲਾਂ ਸੁਣਦਾ ਵੀ ਤੁਸੀਂ ਭਲਵਾਨ ਜੀ ਕਿਹੜੇ ਟਾਈਮ 'ਚ ਕਿਵੇਂ ਕੁਸ਼ਤੀਆਂ ਕੋਲੇ। ਮੈਨੂੰ ਤਾਂ ਯਾਦ ਸੀ ਪਹਿਲਾਂ ਤੋਂ ਹੀ, ਜੀ ਮੈਂ ਸੁਣਦਾ ਸੀ ਵੱਡੇ ਭਲਵਾਨ ਜੀਆਂ ਦੇ। ਹੁਣ ਵੀ ਮੈਂ ਕਈ ਭਲਵਾਨ ਜੀਆਂ ਕੋਲੇ ਜਾਂਦਾ, ਮੈਂ ਹੁਣ ਵੀ ਅਸੀਂ ਭਲਵਾਨੀ ਦੀ ਗੱਲ ਕਰਦੇ ਹਾਂ ਉੱਥੇ ਜਾ ਕੇ ਖਾੜੇ 'ਚ। ਅਤੇ ਭਲਵਾਨ ਜੀ ਬੜੇ ਵੱਡੇ ਰੁਸਤਮ ਹੋਏ ਨੇ। ਉਹ ਇੱਕੋ ਇੰਡੀਆ ਦੇ ਵਿੱਚ, ਮੈਨੂੰ ਤਾਂ ਮੇਰੀ ਨਿਗਾਹ 'ਚ ਉਹ ਰੁਸਤਮ ਭਲਵਾਨ ਹੋਏ ਨੇ ਜਿਹੜੇ ਹੁਣ ਤੱਕ ਕੋਈ ਨੂਰਾ ਕੁਸ਼ਤੀ ਨਹੀਂ ਉਹ ਲੜੇ ਅੱਜ ਤੱਕ। ਸਾਰੀਆਂ ਹੀ ਕਾਂਟਾ ਕੁਸ਼ਤੀਆਂ ਲੜੀਆਂ ਨੇ ਉਹਨਾਂ ਨੇ, ਸਾਰੇ ਰੁਸਤਮ ਉਹਨਾਂ ਨੇ ਹਰਾਏ ਨੇ ਇੰਡੀਆ ਦੇ। ਅਤੇ ਉਹਨਾਂ ਦੀ ਮੈਂ ਗੱਲਬਾਤ ਸੁਣਦਾ, ਉਹਨਾਂ ਨੇ ਮੈਨੂੰ ਬੜੀਆਂ ਕੁਸ਼ਤੀਆਂ ਲੜਾਈਆਂ ਜੀ ਜੀਦਾਰੀ ਨਾਲ। ਵੀ ਹਾਂ, ਕੁਸ਼ਤੀ ਜੀਦਾਰੀ ਦੀ ਹੈ। ਜਾਨ ਉਦੋਂ ਹੀ ਕੰਮ ਕਰੂਗੀ ਜਦੋਂ ਆਪਣੇ ਵਿੱਚ ਜੀਦਾਰੀ ਆ। ਕਈ ਤਕੜੇ ਹੋਏ ਨੇ ਸਾਤੋਂ ਜਾਨਦਾਰ ਸੀ ਭਲਵਾਨ, ਪਰ ਉਹਨਾਂ ਤੋਂ ਕੁਸ਼ਤੀਆਂ ਨਹੀਂ ਸਾਡੇ ਜਿੰਨੀਆਂ ਕੋਲ ਹੁੰਦੀਆਂ। ਪਹਿਲਵਾਨ ਜੀ, ਤੁਸੀਂ ਨੂਰਾ ਕੁਸ਼ਤੀ ਦੀ ਗੱਲ ਕੀਤੀ ਆ, ਅਤੇ ਇਹਦੇ ਬਾਰੇ ਅੱਜ ਕੱਲ੍ਹ ਬਹੁਤ ਜ਼ਿਆਦਾ ਮਤਲਬ, ਚਲੋ ਉਹਨਾਂ ਤਾਂ ਨਹੀਂ ਹੈਗਾ, ਪਰ ਕਈ ਜਗ੍ਹਾ ਹੋ ਜਾਂਦੀ ਆ, ਅਤੇ ਇਹਦੇ ਨਾਲ ਪਹਿਲਵਾਨ ਨੂੰ ਢਾਹ ਲੱਗਦੀ ਆ, ਜਾਂ ਕਿੱਦਾਂ ਕੁਛ ਕਹਿਣਾ ਚਾਹੁੰਦੇ ਇਹਦੇ ਬਾਰੇ? ਨੂਰਾ ਕੁਸ਼ਤੀ ਦੇਖੋ ਜੀ, ਚਲੋ ਕੋਈ ਪੁਰਾਣੇ ਹੋ ਗਏ ਭਲਵਾਨ, ਕੀ ਕਹਿਣਾ, ਇੱਕ ਅੱਧੀ ਲੜ ਲਈ ਕੁਸ਼ਤੀ, ਅਤੇ ਪਰ ਇੱਕ ਤਾਂ ਇਹ ਆ ਵੀ ਢਾਹ ਤਾਂ ਲੱਗਦੀ ਹੈ ਜੀ ਇਹਦੇ ਵਿੱਚ। ਸਾਨੂੰ ਤਾਂ 10 ਸਾਲ ਮੈਂ ਕੁਸ਼ਤੀਆਂ ਕੋਲ ਆ, ਮੈਨੂੰ ਤਾਂ ਇਹੀ ਨਹੀਂ ਪਤਾ ਲੱਗਿਆ ਵੀ ਇਹ ਕੁਸ਼ਤੀ ਕੀ ਹੁੰਦੀ ਹੈ। ਨਾ, ਅਸੀਂ ਤਾਂ ਪਾਪ ਸਮਝ ਦਿੱਤੀ ਕੁਸ਼ਤੀ ਨੂੰ, ਜਿੰਨਾ ਚਿਰ ਆਪਦੀ ਅਸਲੀ ਭਲਵਾਨੀ ਕੀਤੀ ਅਸੀਂ, ਠੀਕ ਹੈ ਕਿ ਨਹੀਂ। ਅਤੇ ਬਾਕੀ ਢਾਹ ਤਾਂ ਲੱਗਦੀ ਆ। ਨੂਰਾ ਕੁਸ਼ਤੀ ਆਪਦਾ ਹੀ ਘੱਟ ਆ ਜਿਹੜਾ ਘੁਲਦਾ ਜ਼ਿਆਦਾ ਕੁਸ਼ਤੀ ਨੂਰਾ, ਜੀਦਾਰੀ ਟੁੱਟਦੀ ਆ। ਉਹ ਵੱਡੀ ਕੁਸ਼ਤੀ ਨਹੀਂ, ਉਹ ਤੋਂ ਫਿਰ ਲੜ ਹੁੰਦਾ ਕਾਂਟਾ ਕੁਸ਼ਤੀ। ਅਤੇ ਪਹਿਲਵਾਨ ਜੀ, ਅੱਜ ਕੱਲ੍ਹ ਜਿੱਦਾਂ ਇੱਕ ਮਤਲਬ ਬਹੁਤ ਸਾਰੇ ਲੋਕ ਆ ਜਿਹੜੇ ਕੁਸ਼ਤੀ ਨੂੰ ਘੁਣ ਵਾਂਗੂ ਖਾ ਰਹੇ ਆ, ਜਾਂ ਕੁਸ਼ਤੀ ਨੂੰ ਨੁਕਸਾਨ ਪਹੁੰਚਾ ਰਹੇ ਆ, ਉਹਨਾਂ ਬਾਰੇ ਕੁਛ ਕਹਿਣਾ ਚਾਹੁੰਦੇ ਹੋ? ਜਿੱਦਾਂ ਅੱਜ ਕੱਲ੍ਹ ਦਲਾਲਬਾਜ਼ੀ ਚੱਲਦੀ ਆ, ਜਾਂ ਜਿੱਦਾਂ ਵੀ ਕਹਿ ਲਓ, ਉਹਨਾਂ ਬੰਦਿਆਂ ਬਾਰੇ ਕੁਛ ਕਹਿਣਾ ਚਾਹੁੰਦੇ ਹੋ? ਉਹਦੇ ਨਾਲ ਕੀ ਨੁਕਸਾਨ ਹੈ, ਜਾਂ ਕਿੱਦਾਂ ਉਸ ਚੀਜ਼ ਨੂੰ ਠੱਲ ਪਾਈ ਜਾ ਸਕਦੀ ਹੈ ਜੀ? ਨੁਕਸਾਨ ਤਾਂ ਜੀ ਹੈਗਾ ਹੀ ਆ ਭਲਵਾਨੀ 'ਚ। ਬਾਕੀ ਉਹ ਬੰਦੇ ਨੇ ਜੀ ਜਿਨ੍ਹਾਂ ਨੂੰ ਭਲਵਾਨੀ ਦਾ ਪਤਾ ਨਹੀਂ ਹੈਗਾ, ਜਿਹੜੇ ਗੱਲਾਂ ਬਾਤਾਂ ਸੁਣ ਕੇ ਭਲਵਾਨ ਬਣੇ ਹੋਏ ਨੇ, ਕੋਚ ਬਣੇ ਹੋਏ ਨੇ, ਖਲੀਫੇ ਨੇ। ਜਿਹੜੇ ਅਸਲੀ ਭਲਵਾਨ ਨੇ ਉਹ ਤਾਂ ਛੇਤੀ ਨਹੀਂ ਇਹ ਕੰਮ ਕਰਦੇ। ਜੇ ਕੋਈ ਕਰਦਾ ਤਾਂ ਉਹਦੇ ਲਈ ਮਾੜੀ ਗੱਲ ਹੈ ਇਹ। ਅਤੇ ਬਾਕੀ ਜਿੰਨੇ ਕੋਚ ਨੇ, ਵਧੀਆ ਨੇ ਕੋਚ, ਮੈਂ ਉਹਨਾਂ ਕੋਲੇ ਵੀ ਕੈਂਪ ਲਾਏ ਨੇ, ਰਿਹਾ, ਸੁਣਿਆ ਗੱਲਾਂ। ਵੱਡੇ ਰੁਸਤਮ ਭਲਵਾਨਾਂ ਕੋਲੇ ਬੈਠੇ ਹਾਂ, ਕੋਈ ਇਹੋ ਜਿਹੀ ਗੱਲ ਨਹੀਂ ਸੁਣੀ। ਅਤੇ ਕੁਛ ਲੋਕ ਵਿੱਚ ਬੜੇ ਹੋਏ ਨੇ ਭਲਵਾਨੀ ਦੇ, ਅਤੇ ਜਿਨ੍ਹਾਂ ਨੇ ਗੱਲਾਂ ਬਾਤਾਂ ਰਾਹੀਂ ਭਲਵਾਨੀ ਸਿੱਖੀ ਹੋਈ ਆ, ਉਹੀ ਇਹ ਕੰਮ ਕਰਦੇ ਨੇ ਜ਼ਿਆਦਾ। ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਇਹ ਕੰਮ, ਕਿਉਂਕਿ ਦੁਨੀਆ ਬੜੀ ਸਿਆਣੀ ਹੋ ਗਈ ਅੱਜ ਕੱਲ੍ਹ। ਸਭ ਕੁਸ਼ਤੀ ਦਾ ਪਤਾ ਲੱਗ ਜਾਂਦਾ, ਇਹੋ ਜਿਹੀ ਨਹੀਂ ਕੋਈ ਗੱਲ ਹੈਗੀ। ਚਾਹੇ ਠੀਕ ਆ, ਚੁੱਪ ਕਰ ਜਾਂਦੇ ਨੇ ਲੋਕ, ਪਤਾ ਸਭ ਦਾ ਲੱਗ ਜਾਂਦਾ ਵੀ ਕਿਹੜਾ ਕਾਂਟਾ ਘੁਲਦਾ, ਕਿਹੜਾ ਸੈਜੂ ਘੁਲਦਾ। ਅਤੇ ਇਹ ਜਿਹੜਾ ਨੁਕਸਾਨ ਭਲਵਾਨੀ ਦਾ ਹੋ ਸਕਦਾ, ਇਹ ਕਿੱਦਾਂ ਦੂਰ ਹੋ ਸਕਦਾ? ਜਿੱਦਾਂ ਜੇਕਰ ਕਮੇਟੀਆਂ ਸਿੱਧਾ ਸੰਪਰਕ ਬਣਾਉਣ ਪਹਿਲਵਾਨਾਂ ਦੇ ਨਾਲ, ਇੱਦਾਂ ਕੁਛ ਹੋ ਸਕਦਾ ਫਾਇਦਾ ਪਹਿਲਵਾਨੀ ਦਾ, ਜਿਹੜੇ ਬੰਦੇ ਵਿੱਚ ਪੈ ਕੇ ਗਲਤ ਕੰਮ ਕਰਦੇ ਆ ਜੀ? ਹਾਂ ਜੀ, ਇਹ ਤਾਂ ਹੁਣ ਕਮੇਟੀਆਂ ਨੂੰ ਚਾਹੀਦਾ, ਹਾਂ, ਸਿੱਧਾ ਕਰਨ, ਜਾਂ ਕੋਈ ਵਿੱਚ ਜੀ ਕੋਈ ਵਧੀਆ ਜਿਹੜਾ ਭਲਵਾਨ 10 ਭਲਵਾਨਾਂ ਤੋਂ ਪਤਾ ਲੈ ਲੈਣ ਪਹਿਲਾਂ 5 ਤੋਂ, ਵੀ ਹਾਂ ਇਹ ਵਧੀਆ ਭਲਵਾਨ ਹੈ, ਇਹ ਤਾਂ ਨਹੀਂ ਵਿੱਚੋਂ ਕੋਈ ਇਹੋ ਜਿਹੀ ਗੱਲ ਕਰੂਗਾ, ਅਤੇ ਉਹਨੂੰ ਅੱਗੇ ਕਰਨ ਕੁਸ਼ਤੀਆਂ ਕਰਾਉਣ 'ਚ। ਕਈ ਵਾਰ ਇੱਦਾਂ ਹੁੰਦਾ ਕਮੇਟੀਆਂ ਥੋੜ੍ਹੀਆਂ ਡਰ ਜਾਂਦੀਆਂ ਨੇ ਵੀ ਸਾਨੂੰ ਪਤਾ ਨਹੀਂ ਲੱਗਣਾ, ਭਲਵਾਨਾਂ ਨੇ ਰਾਹ ਨਹੀਂ ਦੇਣਾ ਮੁੜ ਕੇ, ਪਰ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਅਤੇ ਕਾਂਟਾ ਕੁਸ਼ਤੀ ਦਾ ਤਾਂ ਜੀ ਇਹੀ ਆ ਵੀ ਸਿੱਧਾ ਭਲਵਾਨਾਂ ਨਾਲ ਸੰਪਰਕ ਕਰਨ। ਅਤੇ ਚੰਗੇ ਬੰਦੇ ਆ ਜਿਹੜੇ, ਉਹ ਅੱਗੇ ਆਉਣ, ਉਹ ਆ ਕੇ ਕੁਸ਼ਤੀਆਂ ਕਰਾਉਣ ਜੀ। ਹਾਂ, ਉਹਨਾਂ ਬੰਦਿਆਂ ਨੂੰ ਅੱਗੇ ਕੀਤਾ ਜਾਵੇ।
ਤੇ ਪਹਿਲਵਾਨ ਜੀ ਜੇਕਰ ਗੱਲ ਕਰੀਏ ਹੁਣ ਤੱਕ ਹੋਰ ਵੱਡੀਆਂ ਕੁਸ਼ਤੀਆਂ ਦੇ ਬਾਰੇ ਚਾਨਣਾ ਪਾਓ, ਜਿਹੜੀਆਂ ਵੱਡੀਆਂ ਕੁਸ਼ਤੀਆਂ ਵੱਡੇ ਭਲਵਾਨਾਂ ਨਾਲ ਕੁਸ਼ਤੀਆਂ ਹੋਈਆਂ, ਉਹ ਕਿਹੜੀਆਂ-ਕਿਹੜੀਆਂ ਕਿਹੜੇ-ਕਿਹੜੇ ਪਹਿਲਵਾਨਾਂ ਨਾਲ ਹੋਈਆਂ? ਵੱਡੇ ਜੀ ਜਿੰਨੇ ਕੁ 20 ਸਾਲਾਂ ਦੇ ਵਿੱਚ ਹੋਏ ਨੇ ਜੀ, ਸਾਰਿਆਂ ਨਾਲੇ ਹੋਈਆਂ ਨੇ ਵੱਡੀਆਂ ਕੁਸ਼ਤੀਆਂ। ਤੇ ਜਿਵੇਂ ਹਰਿਆਣੇ ਦੇ ਵਧੀਆ ਭਲਵਾਨ ਸੀ ਜਿਹੜੇ, ਉਹਨਾਂ ਨਾਲ ਸਾਰਿਆਂ ਨਾਲ ਹੋਈਆਂ ਨੇ ਕੁਸ਼ਤੀਆਂ। ਜਿਨ੍ਹਾਂ 'ਚ ਰਜੀਤ ਨੰਬਰ, ਉਹਦੇ ਨਾਲ 2 ਕੁਸ਼ਤੀਆਂ ਬਰਾਬਰ ਹੋਈਆਂ ਨੇ ਜੀ ਮੇਰੀਆਂ। ਜੋਗਿੰਦਰ ਨਾਲ ਬਰਾਬਰ ਹੋਈ ਆ ਕੁਸ਼ਤੀ। ਤੇ ਨਰਿੰਦਰ ਖੁਗਨੀਆ, ਉਹ ਮੈਂ ਜਿੱਤ ਕੀਤਾ ਮਹਾਰਾਸ਼ਟਰ 'ਚ। ਤੇ ਬਾਕੀ ਰਮੇਸ਼ ਪੂਰਾ ਵਰਲਡ ਚੈਂਪੀਅਨ, ਉਹਦੇ ਨਾਲ ਬਰਾਬਰ ਹੋਈਆਂ ਨੇ ਕੁਸ਼ਤੀਆਂ ਜੀ। ਤੇ ਬਾਕੀ ਸਰਵਰ ਮੋਹਾਲੀ ਸ਼ਮਸ਼ੇਰ ਭਾਰਤ ਕੇਸਰੀ, ਉਹਦੇ ਨਾਲ ਬਰਾਬਰ ਹੋਈ ਆ ਕੁਸ਼ਤੀ। ਤੇ ਓਲੰਪੀਅਨ ਸੁਸ਼ੀਲ ਕੁਮਾਰ ਨਾਲ ਕੁਸ਼ਤੀਆਂ ਬਰਾਬਰ ਹੋਈਆਂ ਨੇ ਜੀ। ਇਹ ਹਰਿਆਣੇ ਦੇ ਜਿਹੜੇ ਰੁਸਤਮ ਵਧੀਆ ਵੱਡੇ ਭਲਵਾਨ ਸੀ, ਇਹਨਾਂ ਨਾਲ ਸਾਰਿਆਂ ਨਾਲ ਹੋਈਆਂ ਨੇ ਜੀ। ਤੇ ਬਾਕੀ ਆਪਣੇ ਪੰਜਾਬ ਦੇ ਵੀ ਜਿੰਨੇ ਵਧੀਆ ਭਲਵਾਨ ਹੋਏ ਨੇ, ਇਹਨਾਂ ਨਾਲ ਸਾਰਿਆਂ ਨਾਲ ਹੋਈਆਂ ਨੇ। ਜਿਵੇਂ ਕਰਮਾ ਭਲਵਾਨ ਆ, ਕਰਮੇ ਭਲਵਾਨ ਨਾਲ ਸੰਮੀ ਪੰਮਾ ਭਲਵਾਨ ਹੋ ਗਿਆ। ਸਤੀਸ਼ ਆਲਮਗੀਰੀਆ, ਉਹਨਾਂ ਦਾ ਭਰਾ ਬਲਜੀਤ ਨਾਲ ਪਹਿਲਾਂ ਹੋਈਆਂ ਨੇ ਸੰਨ 2000 'ਚ ਕੁਸ਼ਤੀਆਂ। ਤੇ ਸਤੀਸ਼ ਨਾਲ 2003-4 'ਚ ਹੋਣ ਲੱਗ ਗਈਆਂ ਕੁਸ਼ਤੀਆਂ। ਤੇ ਅਸਰਾ ਭਲਵਾਨ ਹੱਲੇ ਵਾਲਾ ਵੀ ਰੁਸਤਮ ਭਲਵਾਨ ਹੋਇਆ, ਇਹਦੇ ਨਾਲ ਬਰਾਬਰ ਹੋਈਆਂ ਨੇ ਕੁਸ਼ਤੀਆਂ, ਬਹੁਤ ਹੋਈਆਂ ਨੇ ਇਹਦੇ ਨਾਲ ਵੀ। ਤੇ ਇਹ ਭਲਵਾਨਾਂ ਨਾਲ ਹੋਈਆਂ ਨੇ। ਸਰਵਰ ਭਲਵਾਨ ਨਾਲ ਬਹੁਤ ਕੁਸ਼ਤੀਆਂ ਹੋਈਆਂ ਨੇ ਜੀ, 8-10 ਕੁਸ਼ਤੀਆਂ। ਤੇ ਸਰਵਰ ਭਲਵਾਨ ਨੂੰ 2 ਕੁਸ਼ਤੀਆਂ ਮੈਂ ਹਰਾਇਆ। ਇੱਕ ਤਾਂ ਜੀ ਆਪਣੇ ਬਿਟਨ ਪਿੰਡ ਆ ਇੱਧਰ ਹਿਮਾਚਲ 'ਚ ਪੈਂਦਾ, ਉੱਥੇ। ਤੇ ਇੱਕ ਕੁਸ਼ਤੀ ਮੈਂ ਭਲਵਾਨ ਜੀਆਂ ਨੂੰ ਹਰਾਇਆ ਘਮਾਰਵੀਂ। ਉਹ ਵੀ ਬਹੁਤ ਤਕੜੇ ਮਤਲਬ ਭਲਵਾਨ ਹੋਏ ਨੇ, ਆਪਦੇ ਟਾਈਮ ਦੇ ਰੁਸਤਮ ਭਲਵਾਨ ਹੋਏ ਨੇ। 8-10 ਕੁਸ਼ਤੀਆਂ ਸਾਡੀਆਂ ਬਰਾਬਰ ਹੋਈਆਂ ਨੇ। ਹਾਂਜੀ, ਬਾਕੀ ਮਾਸੂਵਾੜੇ ਵਾਲੇ ਗੌਰਵ ਭਲਵਾਨ ਜੀਆਂ ਨਾਲ 3 ਕੁਸ਼ਤੀਆਂ ਹੋਈਆਂ ਨੇ। ਤੇ ਇੱਕ ਕੁਸ਼ਤੀ ਮੈਂ ਇਹਨਾਂ ਨੂੰ ਢਾਹਿਆ ਜੀ, ਇੱਥੇ ਆਪਣੇ ਭਗਰਾਣਾ ਪਿੰਡ ਪੈਂਦਾ ਜੀ ਇੱਥੇ, ਹਾਂਜੀ ਸਰਹੰਦ ਕੋਲੇ ਨੂੰ ਸ਼ਾਇਦ, ਹੈ ਨਾ ਜੀ। ਹਾਂ, ਇੱਥੇ ਢਾਹਿਆ। ਤੇ 2 ਕੁਸ਼ਤੀਆਂ, ਇੱਕ ਚੰਡੀਗੜ੍ਹ ਕੁਸ਼ਤੀ ਹੋਈ ਹੈ, ਇੱਕ ਮੇਰੇ ਹੋਰ ਧਿਆਨ 'ਚ ਨਹੀਂ। 3 ਕੁਸ਼ਤੀਆਂ ਹੋਈਆਂ ਨੇ, 2 ਬਰਾਬਰ, ਇੱਕ ਮੈਂ ਭਲਵਾਨ ਨੂੰ ਢਾਹਿਆ ਕੁਸ਼ਤੀ। ਤੇ ਖਲੀ ਬਾਰਨ ਨਾਲ ਹੋਈਆਂ ਨੇ ਜੀ ਕੁਸ਼ਤੀਆਂ, 2-3 ਕੁਸ਼ਤੀਆਂ ਉਹਦੇ ਨਾਲ ਬਰਾਬਰ ਹੋਈਆਂ ਨੇ। ਅਤੇਸ਼ ਕਾਲੇ ਨਾਲ 2-3 ਕੁਸ਼ਤੀਆਂ ਬਰਾਬਰ ਹੋਈਆਂ ਨੇ, ਉਹ ਵੀ ਰੁਸਤਮ ਭਲਵਾਨ ਆ ਜੀ ਇਹਨਾਂ। ਤੇ ਪਹਿਲਵਾਨ ਜੀ ਹੁਣ ਤੱਕ ਕਿਹੜੀਆਂ-ਕਿਹੜੀਆਂ ਸਟੇਟਾਂ ਦੇ ਵਿੱਚ ਤੁਹਾਨੂੰ ਜਾਣ ਦਾ ਮੌਕਾ ਮਿਲਿਆ? ਕਿੱਥੇ-ਕਿੱਥੇ ਤੁਸੀਂ ਆਪਣੀ ਕੁਸ਼ਤੀ ਦੇ ਜ਼ੋਰ ਦਿਖਾਇਆ? ਜ਼ਿਆਦਾ ਤਾਂ ਜੀ ਮੈਂ ਹਿਮਾਚਲ ਤੇ ਪੰਜਾਬ ਦੇ ਵਿੱਚ ਕੁਸ਼ਤੀਆਂ ਵੱਡੀਆਂ ਲੜਿਆ। ਹਰਿਆਣੇ 'ਚ ਵੀ ਲੜਿਆ ਜਾ ਕੇ ਕੁਸ਼ਤੀਆਂ। ਹਾਂ, ਜੰਮੂ ਮਹਾਰਾਸ਼ਟਰ 'ਚ ਵੀ ਲੜਿਆ। ਹਰਿਆਣੇ 'ਚ ਮੈਂ ਰੋਹਤਕ, ਇੱਕ ਮੇਰਾ ਦੋਸਤ ਸੀ ਭਲਵਾਨ ਅਮਿਤ, ਉਹਦੇ ਕੋਲੇ ਰਹਿ ਕੇ ਆਉਂਦਾ ਸੀ ਮੈਂ। ਉੱਥੇ 10-15 ਦਿਨ ਲਾਏ ਆਉਂਦਾ ਸੀ। ਉੱਥੇ ਮੇਰੀਆਂ ਸਾਰੀਆਂ ਹਰਿਆਣੇ ਵਾਲੇ ਭਲਵਾਨਾਂ ਨਾਲ ਕੁਸ਼ਤੀਆਂ ਹੋਈਆਂ। ਤਕਰੀਬਨ ਤੁਸੀਂ ਕਹਿਣ ਦਾ ਮਤਲਬ ਕੁੱਲ ਦੁਨੀਆ ਨਾਲ ਇਹ ਕਹਿ ਸਕਦੇ ਹਾਂ ਵੀ ਜਿਹੜੇ ਮੌਜੂਦਾ ਸਮੇਂ ਦੇ ਪਹਿਲਵਾਨ ਰਹੇ ਆ ਇਸ ਸਫ਼ਰ ਦੇ ਵਿੱਚ, 30-35 ਸਾਲ ਦੇ ਵਿੱਚ ਜਿੰਨੇ ਵੀ ਰੁਸਤਮ ਪਹਿਲਵਾਨ ਰਹੇ ਆ, ਸਾਰਿਆਂ ਨਾਲ ਹੀ ਕੁਸ਼ਤੀਆਂ ਹੋ ਚੁੱਕੀਆਂ ਤੁਹਾਡੀਆਂ? ਹਾਂਜੀ ਹਾਂਜੀ, ਜਿੰਨੇ 20-25 ਸਾਲਾਂ 'ਚ ਹੋਏ ਨੇ ਜੀ, ਬਾਕੀ ਸਭ ਨਾਲ ਕੁਸ਼ਤੀਆਂ ਹੋਈਆਂ ਨੇ ਜੀ ਆਪਣੀਆਂ। ਤੇ ਪਹਿਲਵਾਨ ਜੀ ਜੇਕਰ ਗੱਲ ਕਰੀਏ ਵੀ ਹਰੇਕ ਪਹਿਲਵਾਨ ਦਾ ਇੱਕ ਸੁਪਨਾ ਹੁੰਦਾ, ਇੱਕ ਆਈਡਲ ਹੁੰਦਾ। ਜਦੋਂ ਤੁਸੀਂ ਭਲਵਾਨੀ ਸ਼ੁਰੂ ਕੀਤੀ ਆ ਸ਼ੁਰੂਆਤ ਦੇ ਵਿੱਚ, ਉਸ ਟਾਈਮ ਦੇ ਵਿੱਚ ਤੁਸੀਂ ਕਿਸੇ ਨੂੰ ਆਪਣਾ ਆਈਡਲ ਮੰਨਦੇ ਸੀ, ਜਾਂ ਕੋਈ ਸੁਪਨਾ ਹੁੰਦਾ ਬੰਦੇ ਦਾ ਵੀ ਮੈਂ ਉਸ ਪਹਿਲਵਾਨ ਵਰਗਾ ਬਣਨਾ ਚਾਹੁੰਦਾ? ਉਸ ਸਮੇਂ ਦਾ ਕੋਈ ਰੁਸਤਮ ਪਹਿਲਵਾਨ ਜਿਹਨੂੰ ਦੇਖ ਕੇ ਤੁਸੀਂ ਪ੍ਰੇਰਿਤ ਹੋਵੋ, ਉਹਦੇ ਵਰਗਾ ਬਣਨਾ ਚਾਹੁੰਦੇ ਹੋ, ਕੋਈ ਹੈ ਇਹੋ ਜਿਹਾ ਤੁਹਾਡਾ ਮਨ ਦਾ? ਹਾਂਜੀ, ਹੁਣ ਤਾਂ ਮੈਂ ਵੈਸੇ ਪਾਪਾ ਜੀ ਮੇਰੇ ਭਲਵਾਨ ਸੀ, ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਸਾਰੇ ਭਲਵਾਨ ਸਾਡੇ ਆਉਂਦੇ ਜਾਂਦੇ ਵੀ ਸੀ, ਮਿਲਦੇ ਵੀ ਸੀ। ਪਰ ਮੈਂ ਥੋੜ੍ਹਾ ਜਗਦੀਸ਼ ਭੋਲੇ ਤੋਂ ਥੋੜ੍ਹਾ ਜ਼ਿਆਦਾ ਸੀ ਵੀ ਮੈਂ, ਹਾਂ ਮੇਰਾ ਵਜ਼ਨ ਘੱਟ ਸੀ ਥੋੜ੍ਹਾ ਜਿਹਾ ਉਸ ਟਾਈਮ। ਪਰ ਮੈਂ ਉਹਨੂੰ ਦੇਖ ਕੇ ਮੈਂ ਭਲਵਾਨ ਨੂੰ ਵਜ਼ਨ ਵਧਾਇਆ। ਅਤੇ ਭਲਵਾਨ ਜੀਆਂ ਦੀਆਂ ਕੁਸ਼ਤੀਆਂ ਮੈਂ ਬਹੁਤ ਦੇਖੀਆਂ, ਜਗਦੀਸ਼ ਭੋਲੇ ਦੀਆਂ। ਅਤੇ ਬਾਕੀ ਤੇ ਪਹਿਲਵਾਨ ਜੀ ਜੇਕਰ ਭਵਿੱਖ ਦੇ ਵਿੱਚ ਕੋਈ ਵੀ ਤੁਹਾਨੂੰ ਇੱਛਾ ਪੂਰੀ ਕਰਨ ਦਾ ਮੌਕਾ ਮਿਲੇ, ਤੇ ਕਿਹੜੀ ਇੱਛਾ ਤੁਸੀਂ ਆਪਣੀ ਪੂਰੀ ਕਰਨਾ ਚਾਹੋਗੇ? ਹਿੱਸਾ ਤਾਂ ਜੀ ਮੇਰੀਆਂ ਤਾਂ ਵੈਸੇ ਪੂਰੀਆਂ ਹੀ ਨੇ ਸਾਰੀਆਂ ਭਲਵਾਨੀ ਦੇ ਪੱਖੋਂ, ਪਰ ਮੈਟ ਦੇ ਪੱਖੋਂ ਕੁਛ ਰਹਿ ਗਈਆਂ। ਹਾਂ, ਕਿਉਂਕਿ ਜਿਵੇਂ ਮੇਰੇ ਕੋਲ 2-3 5-6 ਹੋਣਗੇ ਨੈਸ਼ਨਲ ਦੇ, ਫਸਟ ਸੈਕਿੰਡ ਥਰਡ ਆਇਆ ਮੈਂ ਕਈ ਵਾਰ। ਜਿੰਨੀ ਵਾਰ ਵੀ ਮੈਂ ਗਿਆ ਕੋਈ ਨਾ ਕੋਈ ਮੇਰਾ ਮੈਡਲ ਆਇਆ ਹੀ ਆ ਨੈਸ਼ਨਲ 'ਚੋਂ। ਅਤੇ ਪਰ ਇਹ ਆ ਵੀ ਕੋਈ ਬਾਹਰੋਂ ਆ ਜਾਂਦਾ ਤਾਂ ਵੱਡੀ ਗੱਲ ਸੀ ਉਸ ਟਾਈਮ 'ਚ। ਉਸ ਟਾਈਮ ਮੈਟ ਮੂਟ ਹੈ ਨਹੀਂ ਤੀ ਇੰਨੇ, ਮਿੱਟੀ ਦੇ ਖਾੜਿਆਂ 'ਚ ਜ਼ੋਰ ਕਰਕੇ ਗਏ ਹਾਂ ਜੀ ਅਸੀਂ ਤਾਂ, ਮਿੱਟੀ 'ਚ। ਉੱਥੇ ਜਾ ਕੇ ਮੈਟ ਦੇਖਦੇ ਤੀ ਨੈਸ਼ਨਲ ਦੇ ਵਿੱਚ, ਇੱਥੇ ਤਾਂ ਮਿੱਟੀ 'ਚ ਜ਼ੋਰ ਕਰਦੇ ਸੀ। ਅਤੇ ਹੁਣ ਅੱਗੇ ਦੇਖਦੇ ਹਾਂ ਜੀ, ਕੋਈ ਪਰਿਵਾਰ 'ਚੋਂ ਘਰ 'ਚੋਂ ਬੱਚਾ ਲਾਵਾਂਗੇ ਅਤੇ ਉਹਦੀ ਮੈਟ 'ਤੇ ਭਲਵਾਨੀ ਕਰਾਵਾਂਗੇ, ਜਾਂ ਕੋਈ ਅੱਗੇ ਖਾੜਾ ਬਣਾਵਾਂਗੇ ਚੇਲਿਆਂ ਦੀ।
ਹਾਂ ਮੈਟ 'ਤੇ ਤਿਆਰ ਕਰਾਂਗੇ ਜੀ ਅੱਗੇ, ਜਿਹੜੇ ਬਾਹਰੋਂ ਏਸ਼ੀਆ 'ਚੋਂ 올림픽 'ਚੋਂ ਕੋਈ ਨਾ ਕੋਈ ਮੈਡਲ ਲਿਆ ਸਕਣ। ਇਹ ਤੁਹਾਡੇ ਮਨ ਦੀ ਇੱਛਾ ਹੈ ਵੀ ਆਪਣੇ ਬੱਚਿਆਂ ਨੂੰ ਜਾਂ ਕਿਸੇ ਜ਼ਿਲ੍ਹੇ ਨੂੰ ਓਲੰਪਿਕ ਦੇ ਵਿੱਚੋਂ ਇੰਡੀਆ ਲਈ ਕੋਈ ਮੈਡਲ ਲੈ ਕੇ ਆਵੇ ਜੀ? ਹਾਂਜੀ ਹਾਂਜੀ, ਕੋਈ ਏਸ਼ੀਆ 'ਚੋਂ 올림픽 'ਚੋਂ ਕੋਈ ਬਾਹਰੋਂ ਮੈਡਲ ਲੈ ਕੇ ਆਉਣ, ਮਨ ਦੀ ਹੈਗੀ ਹੈ ਜੀ ਇਹ ਤਾਂ। ਪਹਿਲਵਾਨ ਜੀ, ਪਹਿਲਵਾਨੀ ਤੋਂ ਇਲਾਵਾ ਵੀ ਕੋਈ ਸ਼ੌਕ ਹੈਗਾ ਤੁਹਾਨੂੰ? ਪਹਿਲਵਾਨੀ ਤੋਂ ਇਲਾਵਾ ਤਾਂ ਜੀ ਕੋਈ ਖਾਸ ਨਹੀਂ ਹੈਗੇ ਸ਼ੌਂਕ, ਬਸ ਇਹੀ ਆ ਖੁਰਾਕ ਖਰੂਕ ਦਾ ਹੀ ਆ ਬਸ। ਆ ਹੁਣ ਕੱਪੜੇ ਕੁੱਪੜੇ ਪਾ ਲਈਦੇ ਨੇ ਮਾੜੇ ਜਿਹੇ ਪੁਰਾਣੇ ਹੋ ਗਏ, ਅਤੇ ਬ੍ਰਾਂਡ ਬਰੂੰਡ ਦੇ, ਬਾਕੀ ਹੋਰ ਤਾਂ ਹੈ ਨਹੀਂ ਐਡਾ ਕੋਈ ਜ਼ਿਆਦਾ। ਹਾਂਜੀ, ਫਿਰਨ ਤੁਰਨ ਦਾ ਤਾਂ ਹੈ ਨਹੀਂ ਜ਼ਿਆਦਾ ਬਹੁਤਾ ਆਪਣਾ, ਕਿਉਂਕਿ ਖਾੜੇ ਵਗ ਜਾਂਦੇ ਹਾਂ, ਖਾੜੇ ਬਾਕੀ ਆਪਦਾ ਘਰ 'ਚ ਰਹੀਦਾ, ਮਿਹਨਤ ਲਾਈ ਦੀ ਹੈ ਔਰ ਸਰੀਰ ਨੂੰ ਫਿੱਟ ਰੱਖੀਦਾ, ਇਹੀ ਸ਼ੌਂਕ ਆ ਮੇਰਾ ਤਾਂ ਵੱਡਾ। ਹਾਂ, ਕਿਉਂਕਿ ਜਦ ਹਜੇ ਵੀ ਮੈਂ ਕਿਤੇ ਜਾਂਦਾ, ਮੇਰੇ ਵਧੀਆ ਕੱਪੜੇ ਕੁੱਪੜੇ ਪਾਏ ਹੁੰਦੇ ਨੇ, ਕੋਈ ਟੀ ਸ਼ਰਟ, ਤਾਂ ਹਰੇਕ ਦੇਖ ਕੇ ਕਹਿੰਦਾ ਭਲਵਾਨ ਜੀ ਤੁਸੀਂ ਅਜੇ ਫਿੱਟ ਪਏ ਹੋ। ਫਿਰ ਬੜੀ ਮਨ ਨੂੰ ਖੁਸ਼ੀ ਹੁੰਦੀ ਆ ਵੀ ਹੋਰ ਮਿਹਨਤ ਲਾਈਏ, ਹੋਰ ਕਰੀਏ। ਨਹੀਂ ਪਹਿਲਵਾਨ ਜੀ, ਇਹ ਬਹੁਤ ਵੱਡੇ ਮਾਣ ਵਾਲੀ ਗੱਲ ਹੈ, ਕਿਉਂਕਿ ਇੰਨੀ ਉਮਰ ਦੇ ਵਿੱਚ ਵੀ ਆਪਣੇ ਆਪ ਨੂੰ ਫਿੱਟ ਰੱਖਣਾ, ਅੱਜ ਦੇ ਨਵੇਂ ਪਹਿਲਵਾਨਾਂ ਦੇ ਨਾਲ ਕੁਸ਼ਤੀਆਂ ਲੜਨੀਆਂ ਬਹੁਤ ਮਾਣ ਵਾਲੀ ਗੱਲ ਆ। ਅਤੇ ਪਹਿਲਵਾਨ ਜੀ, ਜੇਕਰ ਗੱਲ ਕਰੀਏ ਵੀ ਤੁਹਾਨੂੰ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਕਦੋਂ ਮਿਲਿਆ ਅਤੇ ਕਿਸ ਤੋਂ ਮਿਲਿਆ ਜੀ? ਕੀ ਸਬਕ ਸੀਗਾ ਜਿਹੜਾ ਮਿਲਿਆ? ਸਬਕ ਤਾਂ ਜੀ ਮੇਰੇ ਪਾਪਾ ਜੀਆਂ ਤੋਂ ਹੀ ਮਿਲਿਆ ਮੈਨੂੰ। ਉਹਨਾਂ ਨੇ ਜਿਹੜੀ ਮੇਰੀ ਭਲਵਾਨੀ ਕਰਾਈ ਆ ਦੇਸੀ ਤਰੀਕੇ ਨਾਲ, ਅਤੇ ਮੈਨੂੰ ਸਿਖਾ ਵੀ ਗਏ ਸਭ ਕੁਛ ਉਹ, ਠੀਕ ਹੈ ਕਿ ਨਹੀਂ, ਕਿਉਂਕਿ ਉਹ ਢਿੱਲੇ ਰਹਿੰਦੇ ਸੀ। ਉਹ ਮੈਨੂੰ 2016-17 ਦੇ ਵਿੱਚ ਉਹ ਢਿੱਲੇ ਰਹਿਣ ਲੱਗ ਗਏ ਥੋੜ੍ਹੇ ਜ਼ਿਆਦਾ, ਅਤੇ 17 'ਚ ਤਾਂ ਪੂਰੇ ਹੀ ਹੋ ਗਏ, 16 'ਚ ਜ਼ਿਆਦਾ। ਉਹ ਇੱਕੋ ਹੀ ਗੱਲ ਕਹਿੰਦੇ ਹੁੰਦੇ ਸੀ ਮੈਨੂੰ, ਬਈ ਜਿਹੜੀ ਦੇਸੀ ਭਲਵਾਨੀ ਆ ਲੋਕਾਂ ਨੂੰ ਕਰਕੇ ਦਿਖਾਈ 45-50 ਸਾਲ ਤੱਕ। ਇਹੀ ਮੈਨੂੰ ਉਹਨੇ ਸਭ ਤੋਂ ਵੱਡਾ ਸਿਖਾਇਆ, ਬਈ ਲੋਕਾਂ ਨੂੰ ਇਹ ਪਤਾ ਲੱਗੇ ਵੀ ਦੇਸੀ ਭਲਵਾਨੀ ਹੁੰਦੀ ਕੀ ਆ। ਨਹੀਂ ਤਾਂ ਮੈਡੀਸਨ ਵਾਲੇ ਨੇ ਮੁੰਡੇ ਜਾਂ ਨਵੇਂ ਉੱਠਦੇ ਨੇ ਅੱਜ ਕੱਲ੍ਹ, ਇਹ ਕੋਈ 2-4 ਕੋਈ 4 ਸਾਲ ਘੁਲ ਲਿਆ, 5 ਸਾਲ, ਵੀ ਇਹ ਨਹੀਂ ਭਲਵਾਨੀ ਕਰਨੀ ਹੈਗੀ, 45-50 ਸਾਲ ਤੱਕ ਲੋਕਾਂ ਨੂੰ ਭਲਵਾਨੀ ਕਰਕੇ ਦਿਖਾਈ। ਇਹ ਉਹਨਾਂ ਨੇ ਜੀ ਮੈਨੂੰ ਮਤਲਬ ਸਭ ਲਾ ਲਓ, ਉਹਨਾਂ ਨੇ, ਹਾਂ ਇਹੀ ਪੜ੍ਹਾਈ ਆ ਮੈਨੂੰ। ਅਤੇ ਉਹਦੇ 'ਤੇ ਮੈਂ ਕੋਸ਼ਿਸ਼ ਕਰਦਾ ਵੀ ਮੈਂ ਖਰਾ ਭਰਾ ਵੀ ਮੈਂ ਪੂਰੀ 45-50 ਸਾਲ ਤੱਕ ਲੋਕਾਂ ਨੂੰ ਭਲਵਾਨੀ ਕਰਕੇ ਦਿਖਾਵਾਂ। ਬਹੁਤ ਵੱਡੀ ਗੱਲ ਤੁਹਾਡੇ ਫਾਦਰ ਸਾਹਿਬ ਨੇ ਤੁਹਾਨੂੰ ਸਮਝਾਈ, ਅਤੇ ਇਹ ਹੋਰ ਲੋਕਾਂ ਦੇ ਵੀ ਢੁਕਦੀ ਹੈ ਕਿ ਦੇਸੀ ਖੁਰਾਕ ਖਾਣਾ ਜਿਹੜਾ ਔਰ ਪਹਿਲਵਾਨੀ ਕਰਨਾ, ਲੰਮਾ ਸਮਾਂ ਚੱਲਣਾ, ਉਹ ਬੰਦਾ ਲੰਮਾ ਸਮਾਂ ਚੱਲ ਸਕਦਾ। ਬਹੁਤ ਵੱਡਾ ਸਬਕ ਹੈ ਜੀ ਇਹ। ਭਲਵਾਨ ਵੀ ਚੱਲ ਰਿਹਾ ਜੀ। ਹਾਂ, ਇਹ ਕੁਛ ਸੰਮੀ ਭਲਵਾਨ ਵੀ ਠੀਕ ਆ, ਅਤੇ ਪੰਮਾ ਵੀ ਵਧੀਆ ਚੱਲ ਰਿਹਾ। ਅੱਛਾ ਪਹਿਲਵਾਨ ਜੀ, ਜੇਕਰ ਮਤਲਬ ਤੁਹਾਨੂੰ ਕਿੰਨਾ ਸੁਰਖੀਆਂ ਦੇ ਵਿੱਚ ਕਿੰਨਾ ਕੁ ਰਹਿਣਾ ਤੁਹਾਨੂੰ ਪਸੰਦ ਹੈ, ਔਰ ਸ਼ਾਂਤੀ ਦੇ ਵਿੱਚ ਤੁਸੀਂ ਕਿੰਨਾ ਕੁ ਰਹਿੰਦੇ ਹੋ? ਰਹਿੰਦੇ ਤਾਂ ਜੀ ਸ਼ਾਂਤੀ 'ਚ ਆ ਵੈਸੇ, ਕਿਉਂਕਿ ਘਰ ਘੁਰ 'ਚ ਰਹਿੰਦੇ ਹਾਂ, ਜ਼ਿਆਦਾ ਨਹੀਂ ਫਿਰਨ ਤੁਰਨ ਦਾ ਸ਼ੌਂਕ ਹੈਗਾ। ਪਰ ਸੁਰਖੀਆਂ 'ਚ ਤਾਂ ਇੱਦਾਂ ਭਲਵਾਨ ਬੰਦਾ ਆਪੇ ਆ ਜਾਂਦਾ ਜਦੋਂ ਕੁਸ਼ਤੀ ਲੜਦਾ। ਉਹ ਅੱਜ ਵੀ ਨਵੇਂ ਮੁੰਡਿਆਂ ਨਾਲ ਘੁਲਦੇ ਆ ਜੀ ਕੁਸ਼ਤੀਆਂ, ਜਿਵੇਂ ਹੁਣ ਵੱਡਾ ਜੱਸਾ, ਉਹਦੇ ਨਾਲ ਕੁਸ਼ਤੀ ਹੋਈ ਆ। ਵੱਡਾ ਜੱਸਾ ਬਾੜੋਵਾਲ ਜੀ? ਹਾਂਜੀ ਹਾਂਜੀ, ਉਹਦੇ ਨਾਲ ਕੁਸ਼ਤੀ ਹੋਈ ਆ ਬਰਾਬਰ। ਅਤੇ ਹੋਰ ਨਵੇਂ ਮੁੰਡੇ, ਇੱਕ ਮੁੰਡਾ ਬੱਬਾ ਅਟਾਰੀ ਵਾਲਾ, ਉਹ ਹਰਾਇਆ ਐਸੇ ਸੀਜ਼ਨ ਦੇ ਵਿੱਚ। ਅਤੇ ਬਾਕੀ ਹੋਰ ਵੀ ਕਈ ਨਵੇਂ ਮੁੰਡੇ ਨੇ ਜਿਹੜੇ, ਬਾਕੀ ਰੋਜੀ ਕਪੂਰਥਲੇ ਵਾਲਾ, ਉਹਦੇ ਨਾਲ ਕੁਸ਼ਤੀ ਹੋਈ ਆ। ਹੋਰ ਵੀ ਜਿੰਨੇ ਨਵੇਂ ਮੁੰਡੇ ਨੇ ਇਹਨਾਂ ਨਾਲ ਕੁਸ਼ਤੀਆਂ ਹੁੰਦੀਆਂ ਨੇ। ਜੱਸੇ ਪੱਟੀ ਨਾਲ ਹੋਈ ਆ ਕੁਸ਼ਤੀ ਪਹਿਲਾਂ। ਜੱਸੇ ਆ ਜਿਹੜਾ ਜੱਸਾ ਭਲਵਾਨ ਆ ਪੱਟੀ ਵਾਲਾ, ਉਹਦੇ ਉਸਤਾਦ ਨਾਲ ਵੀ ਮੇਰੀ ਕੁਸ਼ਤੀਆਂ ਹੋਈਆਂ ਨੇ। ਅਤੇ ਇਹ ਆ ਵੀ ਸੁਰਖੀਆਂ 'ਚ ਤਾਂ ਫਿਰ ਆਪੇ ਰਹਿੰਦਾ ਜੀ ਭਲਵਾਨ ਜਦੋਂ ਕੁਸ਼ਤੀ ਲੜਦਾ, ਇਹੀ ਸ਼ੌਂਕ ਆਪਾਂ ਹੁੰਦਾ। ਬਿਲਕੁਲ ਜੀ, ਬਿਲਕੁਲ। ਅਤੇ ਪਹਿਲਵਾਨ ਜੀ, ਜਦੋਂ ਮਤਲਬ ਉਹਨਾਂ ਪਲਾਂ ਦੀ ਕੋਈ ਅਹਿਮੀਅਤ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ, ਜਦੋਂ ਤੁਸੀਂ ਸ਼ੁਰੂਆਤ ਕੀਤੀ ਪਹਿਲਵਾਨੀ ਦੀ, ਕੋਈ ਪਹਿਲੀ ਕੁਸ਼ਤੀ ਲੜੀ ਜਾਂ ਕੋਈ ਪਹਿਲਾ ਇਨਾਮ ਜਿੱਤਿਆ, ਉਹਨਾਂ ਦੀ ਕੋਈ ਅਹਿਮੀਅਤ ਹੈ? ਹਾਂ ਜੀ, ਖੁਸ਼ੀ ਤਾਂ ਹੋਈ ਵੀ ਹੈ ਜੀ। ਪਹਿਲਾ ਇਨਾਮ ਜਦੋਂ ਜਿੱਤਿਆ, ਵਧੀਆ ਕੁਸ਼ਤੀਆਂ ਮੈਂ ਪਹਿਲਾਂ ਤੋਂ ਝੰਡੀ 'ਤੇ ਹੀ ਲੜਿਆ। ਮੈਂ ਦੂਸਰੇ ਲੋਟ ਨਹੀਂ ਲੜਿਆ ਹੈਗਾ, ਵੀ ਜਿਵੇਂ ਆਮ ਹੁੰਦੀਆਂ ਨੇ ਕਹਿੰਦਾ ਥੱਲੇ ਜੋੜਾਂ ਹੁੰਦੀਆਂ ਨੇ, ਉਹਨਾਂ 'ਚ ਨਹੀਂ ਮੈਂ ਲੜਿਆ। ਮੈਂ ਪਹਿਲਾਂ ਤੋਂ ਝੰਡੀ 'ਤੇ ਹੀ ਕੁਸ਼ਤੀ ਲੜਿਆ। ਹਾਂਜੀ, ਉਸ ਟਾਈਮ ਉਹ ਕੁਛ ਪੁਰਾਣੇ ਭਲਵਾਨ ਸੀ, ਉਹਨਾਂ ਨਾਲ ਵੀ ਮੇਰੀਆਂ ਕੁਸ਼ਤੀਆਂ ਹੋਈਆਂ ਨੇ। ਅਤੇ ਜਿਹੜੇ ਮੇਰੇ ਤੋਂ 15-20 ਸਾਲ ਵੱਡੇ ਸੀ, ਉਹਨਾਂ ਨਾਲ ਵੀ ਕੁਸ਼ਤੀਆਂ ਹੋਈਆਂ ਨੇ ਮੇਰੀਆਂ। ਸਾਰਿਆਂ ਨਾਲ ਹੋਈਆਂ ਨੇ ਲਗਭਗ ਕੁਸ਼ਤੀਆਂ, ਪਰ ਮੈਂ ਝੰਡੀ ਤੋਂ ਹੀ ਕੁਸ਼ਤੀ ਮੇਰੀ ਸ਼ੁਰੂਆਤ ਹੋਈ ਆ। 13 ਕੁ ਸਾਲ ਦਾ, ਅਤੇ ਉਦੋਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਮੈਂ ਉਹਨਾਂ ਨਾਲ ਕੁਸ਼ਤੀ ਝੰਡੀ ਲਈ ਆ। ਉਸ ਟਾਈਮ ਮੈਂ 1100 ਦੀ, ਸਾਡਾ ਇੱਥੇ ਮਲਾਓ ਦਾ ਲਵੀ ਸ਼ਹਿਰ, ਉੱਥੇ। ਹਾਂਜੀ। ਅਤੇ ਉਦੋਂ ਤੋਂ ਅੱਜ ਤੱਕ ਜਿਹੜੀਆਂ ਝੰਡੀ 'ਤੇ ਹੀ ਕੁਸ਼ਤੀਆਂ ਲੜਦੇ ਰਹੇ ਹੋ? ਹਾਂਜੀ ਹਾਂਜੀ, ਉਦੋਂ ਤੋਂ। ਉਹ ਵਿੱਚ ਦੀ ਬਾਂਹ ਟੁੱਟ ਗਈ, ਉਹ 2 ਸਾਲ ਦੀ ਖੜਕ ਪੈ ਗਈ, ਅਤੇ ਜਾਂ 17 'ਚ ਪਈ ਆ ਜਦੋਂ ਮੇਰੇ ਪਾਪਾ ਜੀ ਪੂਰੇ ਹੋ ਗਏ।
ਤੇ ਉਸ ਤੋਂ ਨਹੀਂ ਤਾਂ ਬਾਕੀ ਸਾਰਾ ਹੁਣ ਤੱਕ ਝੰਡੀ ਤੇ ਹੀ ਲੜਦਾ ਆਇਆ ਜੀ ਮੈਂ ਤਾਂ ਕੁਸ਼ਤੀਆਂ। ਅੱਛਾ ਪਹਿਲਵਾਨ ਜੀ, ਤੁਹਾਡੀ ਜ਼ਿੰਦਗੀ ਦਾ ਕੋਈ ਇਹੋ ਜਿਹਾ ਇਨਸਾਨ ਜਿਹਦੇ ਨਾਲ ਕੋਈ ਤੁਸੀਂ ਆਪਣੇ ਦਿਲ ਦੀ ਹਰੇਕ ਗੱਲ ਜਿਹੜੀ ਆ ਸਾਂਝੀ ਕਰਦੇ ਹੋ, ਕੋਈ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਖਾਸ ਇਨਸਾਨ? ਖਾਸ ਤਾਂ ਜੀ ਪਹਿਲਾਂ ਮੈਂ ਆਪਦੇ ਡੈਡੀ ਨਾਲੇ ਆਪਦੇ ਪਿਤਾ ਪਾਪਾ ਜੀ ਨਾਲੇ ਕਰਦਾ ਸੀ ਸਾਰੀਆਂ ਗੱਲਾਂ। ਆ ਕੇ ਉਹਨਾਂ ਨੂੰ ਮੈਂ ਕੁਸ਼ਤੀ ਦੱਸਣੀ ਵੀ ਮੈਂ ਜਿੱਤਿਆ ਆ ਜਾਂ ਮੈਂ ਹਾਰਿਆ ਆ। ਹਰੇ ਤੇ ਵੀ ਉਹਨਾਂ ਨੇ ਮੈਨੂੰ ਦੱਸਣਾ ਵੀ ਤੇਰੇ 'ਚ ਆਹ ਕਮੀ ਆ, ਤੂੰ ਇਹ ਕਮੀ ਕੱਢ ਆਪਦੀ। ਕੋਈ ਵੀ ਘਰ ਦੀ ਹੋਰ ਵੀ ਗੱਲ ਅਸੀਂ ਉਹਨਾਂ ਸਾਂਝੀ ਕਰਦੇ ਸੀ ਤੇ ਹੁਣ ਮੈਂ ਆਪਦੇ ਪਰਿਵਾਰ 'ਚ ਕਰ ਲੈਂਦਾ ਜੀ। ਇਹੋ ਜਿਹੀ ਗੱਲ ਨਹੀਂ ਹੈਗੀ, ਇਹ ਵੀ ਮੈਨੂੰ ਸਾਰੇ ਕਹਿੰਦੇ ਰਹਿੰਦੇ ਨੇ, ਵਧੀਆ ਮੈਨੂੰ ਸਹਿਯੋਗ ਦਿੰਦੇ ਨੇ ਵੀ ਤੂੰ ਭਲਵਾਨੀ ਕਰ, ਕੋਈ ਗੱਲ ਨਹੀਂ ਅਸੀਂ ਘਰ ਸਾਂਭਦੇ ਹਾਂ। ਭਰਾ ਮੇਰਾ, ਮੇਰੇ ਘਰ ਵਾਲੀ ਆ, ਭਰਾ ਦੇ ਬੱਚੇ ਸਾਰੇ, ਮੇਰਾ ਮੈਂ ਜਾਂ ਝੰਡੀ ਲੈ ਕੇ ਆਉਣਾ ਤੇ ਸਾਰੇ ਬੜੇ ਖੁਸ਼ ਹੁੰਦੇ ਨੇ। ਹਾਂਜੀ, ਔਰ ਮੈਨੂੰ ਇਹ ਆ ਵੀ ਮੈਂ ਝੰਡੀਆਂ ਲਿਆਉਂਦਾ ਵੀ ਰਹਾਂ, ਹਜੇ ਕਾਇਮ ਰਹਾਂ, ਜੇ ਰੱਬ ਮੇਰੇ 'ਤੇ ਵਧੀਆ ਕਿਰਪਾ ਰੱਖੇ। ਮੈਨੂੰ ਤੰਦਰੁਸਤੀ ਤਾਂ ਪਰਮਾਤਮਾ ਦੇ ਹੱਥ ਆ, ਠੀਕ ਹੈ ਕਿ ਨਹੀਂ। ਅਤੇ ਜੇ ਮੈਂ ਤੰਦਰੁਸਤ ਰਿਹਾ ਪੂਰਾ, ਮੈਨੂੰ ਲੱਗਦਾ ਵੀ ਮੈਂ 50 ਸਾਲ ਤੱਕ ਭਲਵਾਨੀ ਕਰਕੇ ਦਿਖਾਵਾਂ ਲੋਕਾਂ ਨੂੰ। ਬਿਲਕੁਲ ਪਹਿਲਵਾਨ ਜੀ, ਅਸੀਂ ਵੀ ਕਾਮਨਾ ਕਰਦੇ ਹਾਂ ਵੀ ਤੁਸੀਂ ਸਦਾ ਹੀ ਜਿਹੜਾ ਫਿੱਟ ਰਹੋ, ਸਦਾ ਹੀ ਤੁਸੀਂ ਝੰਡੀਆਂ ਜਿੱਤਦੇ ਰਹੋ। ਪਹਿਲਵਾਨ ਜੀ, ਜੇਕਰ ਬੱਚਿਆਂ ਦੀ ਗੱਲ ਕਰੀਏ, ਕਿਸੇ ਬੱਚੇ ਨੂੰ ਵੀ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਲਾਇਆ ਪਹਿਲਵਾਨੀ ਦੇ ਵਿੱਚ? ਹੋਰ ਪਹਿਲਵਾਨੀ 'ਚ ਬੱਚੇ ਤਾਂ ਜੀ ਸਾਡੇ ਛੋਟੇ ਨੇ। ਇੱਕ ਭਰਾ ਕੋਲੇ ਗੁੱਡੀ ਆ, ਉਹ ਵੀ ਵੱਡੀ ਆ, ਅਤੇ ਮੇਰੀ ਗੁੱਡੀ ਵੀ ਵੱਡੀ ਆ। ਅਤੇ ਜਿਹੜੇ ਸਾਡੇ ਬੇਟੇ ਨੇ ਦੋਵੇਂ ਹਜੇ ਛੋਟੇ ਨੇ, ਪਰ ਉਹਨਾਂ ਨੂੰ ਲਾਵਾਂਗੇ, ਮੈਟ 'ਤੇ ਭਲਵਾਨੀ ਕਰਾਵਾਂਗੇ। ਅਤੇ ਜੇ ਮੈਟ 'ਤੇ ਉਹਨਾਂ ਦੀ ਕਿਸਮਤ ਦੇ ਵਿੱਚ ਹੋਇਆ ਤਾਂ ਮੈਟ 'ਤੇ, ਨਹੀਂ ਮਿੱਟੀ 'ਤੇ ਵੀ ਲੜਾਵਾਂਗੇ, ਉਹਨਾਂ ਨੂੰ ਲਾਵਾਂਗੇ ਜੀ ਭਲਵਾਨੀ 'ਚ। ਅਤੇ ਪਹਿਲਵਾਨ ਜੀ 42 43 ਸਾਲ ਦੀ ਉਮਰ ਆ ਤੁਹਾਡੀ, ਅਤੇ ਜੇਕਰ ਗੱਲ ਕਰੀਏ ਮਿਹਨਤ ਦੀ, ਵੀ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਹੈ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ, ਜਾਂ ਜਦੋਂ ਪੂਰਾ ਨਾਮ ਚੱਲਦਾ ਸੀ, ਜਦੋਂ ਪੂਰਾ ਮਤਲਬ 15 17 20 ਸਾਲ ਦੀ ਉਮਰ ਦੇ ਵਿੱਚ ਦੀ, ਉਸ ਟਾਈਮ ਦੇ ਵਿੱਚ ਜਦੋਂ ਜ਼ਿਆਦਾ ਮਿਹਨਤ ਕਰਨੀ ਪਈ ਹੈ ਤੁਹਾਨੂੰ? ਇੱਦਾਂ ਜੀ, ਜਿਹੜੀ ਹੁਣ ਦੀ ਭਲਵਾਨੀ ਆ ਪਹਿਲਾਂ ਨਾਲੋਂ ਥੋੜ੍ਹੀ ਜਿਹੀ ਬਦਲ ਗਈ। ਹੁਣ ਸਾਰੇ ਜਿੰਨੇ ਭਲਵਾਨ ਨੇ ਜਿਹੜੇ ਹੁਣ ਨਵੇਂ ਨੇ, ਇਹ ਥੋੜ੍ਹੇ ਜਿਹੇ ਜ਼ਿਆਦਾ ਤੇਜ਼ ਕੁਸ਼ਤੀ ਲੜਦੇ ਨੇ ਪਹਿਲਿਆਂ ਨਾਲੋਂ, ਅਤੇ ਹੁਣ ਵਰਜਿਸ਼ ਦੀ ਜ਼ਿਆਦਾ ਲੋੜ ਆ। ਹੁਣ ਤਾਂ ਮੈਂ ਡਬਲ ਕਰਦਾ ਪਹਿਲਾਂ ਨਾਲੋਂ। ਹਾਂ, ਪਹਿਲਾਂ ਕਿੰਨੀ ਕੁ ਕੀਤੀ ਆ, ਹੁਣ ਕਿੰਨੀ ਕੁ? ਪਹਿਲਾਂ ਤਾਂ ਮੈਂ 500 ਡੰਡੇ ਲਾਉਂਦਾ ਸੀ। 500, ਕਿਉਂਕਿ ਇੱਕ ਤਾਂ ਸਾਨੂੰ ਜ਼ੋਰਾਂ ਨੂੰ ਦੂਰ ਆਉਣਾ ਜਾਣਾ ਪੈਂਦਾ ਸੀ, ਅਤੇ ਹੁਣ ਤਾਂ ਦੰਗਲ ਵੀ ਪਹਿਲਾਂ ਨਾਲੋਂ ਜ਼ਿਆਦਾ ਹੁੰਦੇ ਨੇ। ਅੱਗੇ ਇੰਨੇ ਦੰਗਲ ਨਹੀਂ ਤੀ ਹੁੰਦੇ, ਕਿਤੇ ਕਿਤੇ ਦੇਖਦੇ ਸੀ ਦੰਗਲ, ਹੁਣ ਜ਼ਿਆਦਾ ਦੰਗਲਾਂ ਦੇ ਫੋਨ ਆਉਂਦੇ ਨੇ। ਉਸ ਟਾਈਮ ਤਾਂ ਫੋਨ ਫਾਨ ਵੀ ਹੈ ਨਹੀਂ ਤੀ ਇੰਨੇ ਆਉਂਦੇ, ਅਤੇ ਫੋਨ ਹੈ ਹੀ ਨਹੀਂ ਤੀ। ਅਤੇ ਹੁਣ ਮਤਲਬ ਜ਼ਿਆਦਾ ਮੈਂ ਹੁਣ ਡਬਲ ਲਾਉਣਾ ਮਿਹਨਤ, ਜਿੰਨੀ ਜਵਾਨੀ ਚਲਾਈ ਆ ਉਹਨਾਂ ਡਬਲ ਲਾਉਣਾ। ਬਾਕੀ ਕੋਈ ਇਹਦੇ ਵਿੱਚ ਉਮਰ ਦੀ ਗੱਲ ਨਹੀਂ ਹੁੰਦੀ ਜ਼ਿਆਦਾ। ਕਈ ਵਾਰ ਜਿਵੇਂ ਤੁਸੀਂ ਕਿਹਾ 42 ਸਾਲ ਦੀ, ਮੈਨੂੰ ਕੋਈ ਔਖ ਨਹੀਂ ਲੱਗਦੀ ਹੈਗੀ ਲਾਉਣ 'ਚ। ਹਾਂ, ਅਤੇ ਪਹਿਲਵਾਨ ਜੀ, ਜੇਕਰ ਤੁਹਾਨੂੰ ਪਿੱਛੇ ਮੋੜਿਆ ਜਾਵੇ ਉਮਰ ਵੱਲੋਂ, ਤੁਹਾਨੂੰ 20 ਸਾਲ ਦੀ 18 ਸਾਲ ਦੀ ਉਮਰ ਦੇ ਵਿੱਚ ਤੁਸੀਂ ਪਿੱਛੇ ਚਲੇ ਜਾਓ, ਅਤੇ ਫਿਰ ਤੁਸੀਂ ਕੀ ਕਰਨਾ ਚਾਹੋਗੇ ਅੱਜ ਦੇ ਸਮੇਂ 'ਚ? ਜੇ ਹੁਣ ਪਿੱਛੇ ਵਗ ਜਾਵਾਂ ਉਮਰ 'ਚ, ਹੁਣ ਤਾਂ ਮੇਰਾ ਦਿਲ ਐਂ ਕਰਦਾ ਵੀ ਮੈਂ ਓਲੰਪਿਕ 'ਚੋਂ ਮੈਡਲ ਲੈ ਆਵਾਂ, ਵਰਲਡ ਚੈਂਪੀਅਨ ਬਣ ਜਾ, ਜਿਹੜੇ ਮੈਂ ਭਲਵਾਨਾਂ ਨਾਲ ਘੁਲਿਆ। ਕੁਛ ਗੱਲਾਂ ਦਾ ਉਹ ਟਾਈਮਾਂ ਸਾਨੂੰ ਪਤਾ ਨਹੀਂ ਸੀ ਹੈਗਾ, ਠੀਕ ਹੈ ਕਿ ਨਹੀਂ। ਉਹ ਟਾਈਮ ਇਹੋ ਜਿਹੇ ਸੀ ਕਿਉਂਕਿ ਮੈਟ ਘੱਟ ਤੀ, ਇਹ ਚੀਜ਼ਾਂ ਦਾ ਪਤਾ ਨਹੀਂ ਤੀ। ਹੁਣ ਤਾਂ ਜਿਵੇਂ ਨੈੱਟ ਉੱਤੇ ਦੇਖਦੇ ਹਾਂ, ਯੂਟਿਊਬ 'ਤੇ ਕੁਸ਼ਤੀਆਂ ਦੇਖਦੇ ਹਾਂ, ਓਲੰਪਿਕ ਵਾਲੇ ਭਲਵਾਨ ਜਾਂ ਵਰਲਡ ਚੈਂਪੀਅਨ ਨੇ, ਇਹਨਾਂ ਦੀ ਇੰਨੀ ਹਵਾ ਐਡਾ ਨਵਾਂ। ਅਤੇ ਹੁਣ ਤਾਂ ਇੰਨੀ ਭਲਵਾਨੀ ਕਰੀਏ, ਜੇ ਮੇਰੇ ਪਿਛਲਾ ਟਾਈਮ ਆ ਜਾਵੇ 18 20 ਸਾਲ ਆ, ਕਹਿੰਦੇ ਐਂ ਲੱਗਦਾ ਵੀ ਦੁਨੀਆ ਜਿੱਤ ਲਈਏ, ਇੰਨੀ ਮਿਹਨਤ ਕਰੀਏ। ਤਾਂ ਹੀ ਹੁਣ ਕਰ ਰਹੇ ਹਾਂ, ਹੁਣ ਜਵਾਨੀ ਨਾਲੋਂ ਜ਼ਿਆਦਾ ਕਰਦੇ ਹਾਂ ਜੀ। ਅਤੇ ਹੁਣ ਕੋਸ਼ਿਸ਼ ਇਹੀ ਰਹੂਗੀ ਵੀ ਬੱਚਿਆਂ ਨੂੰ ਅੱਗੇ ਇਸ ਲੈਵਲ ਦੀ ਪਹਿਲਵਾਨੀ ਕਰਾਈਏ? ਹਾਂਜੀ ਹਾਂਜੀ, ਮਨ 'ਚ ਤਾਂ ਇਹੀ ਹੈ ਜੀ। ਬਾਕੀ ਚਲੋ ਪਰਮਾਤਮਾ ਹੱਥ ਆ, ਠੀਕ ਹੈ ਕਿ ਨਹੀਂ। ਆਪਣੀ ਤਾਂ ਇਹੀ ਹੈ ਮਨ ਦੀ ਵੀ ਉਹਨਾਂ ਨੂੰ ਮੈਟ 'ਤੇ ਵਧੀਆ ਭਲਵਾਨ ਬਣਾਈਏ, ਅਤੇ ਵਧੀਆ ਦੰਗਲ ਵੀ ਲੜਨ। ਉਹਨਾਂ ਦੀ ਸੋਚ ਅੱਗੇ ਜਾ ਕੇ ਜਿਉਂ ਤਕੜੇ ਹੋਣਗੇ। ਹੁਣ ਜਿਵੇਂ ਰੂਬਲ ਆ, ਮੈਟ 'ਤੇ ਵੀ ਚੱਲਿਆ, ਮਿੱਟੀ 'ਤੇ ਵੀ ਚੱਲਿਆ। ਹਾਂ, ਇੱਦਾਂ ਉਹ ਤਾਂ ਉਹਨਾਂ ਦੀ ਸੋਚ ਆ ਵੀ, ਪਰ ਆਪਣੀ ਸੋਚ ਇਹ ਆ ਵੀ ਉਹ ਇੰਡੀਆ ਲਈ ਬਾਹਰੋਂ ਮੈਡਲ ਲੈ ਕੇ ਆਉਣਾ। ਸਾਡੇ ਬੱਚੇ ਆਪਦੇ ਖਾੜੇ ਦੇ ਬੱਚੇ ਹੋਣ, ਆਪਦੇ ਪਰਿਵਾਰ ਦੇ ਬੱਚੇ ਹੋਣ। ਹਾਂਜੀ ਪਹਿਲਵਾਨ ਜੀ, ਕਦੇ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹਾ ਸਮਾਂ ਆਇਆ ਵੀ ਤੁਹਾਡਾ ਮਨ ਟੁੱਟਿਆ ਹੋਵੇ ਵੀ ਅੱਜ ਤੋਂ ਬਾਅਦ ਪਹਿਲਵਾਨੀ ਛੱਡ ਦੇਣੀ ਆ, ਸੰਨਿਆਸ ਲੈ ਲੈਣਾ ਪਹਿਲਵਾਨੀ ਤੋਂ? ਕੁਝ ਇਹੋ ਜਿਹਾ ਕੋਈ ਪਲ ਆਇਆ ਜ਼ਿੰਦਗੀ ਦੇ ਵਿੱਚ ਜੀ? ਹਾਂ ਜੀ, 2 ਵਾਰ ਆਇਆ। 2 ਵਾਰ ਤਾਂ, ਇੱਕ ਵਾਰ ਤਾਂ ਜਦੋਂ ਪਾਪਾ ਜੀਆਂ ਦੀ ਡੈਥ ਹੋਈ, ਉਹ ਪੂਰੇ ਹੋ ਗਏ, ਉਸ ਟਾਈਮ ਮਨ ਜਿਹਾ ਟੁੱਟ ਗਿਆ, ਕਿਉਂਕਿ ਉਹਨਾਂ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਸੀ। ਅਤੇ ਉਸ ਤੋਂ ਬਾਅਦ 'ਚ ਫਿਰ ਮੰਮੀ ਜੀ ਵੀ ਮੇਰੇ, ਉਹਨਾਂ ਨੂੰ ਕੈਂਸਰ ਦੀ ਹੈਗਾ ਤੀ ਨੁਕਸ, ਅਤੇ ਉਹ ਵੀ 7 8 ਮਹੀਨੇ ਬਾਅਦ ਪੂਰੇ ਹੋ ਗਏ ਸੀ।
ਤੇ ਚਲੋ ਉਹ ਸਮਾਂ ਲੰਘਿਆ ਮਾੜਾ ਕੁਛ, ਫਿਰ ਅੱਗੇ ਮੈਂ 1.5-2 ਸਾਲ ਮੈਂ ਨਹੀਂ ਲਾਈ ਭਲਵਾਨੀ ਵਧੀਆ ਕੀਤੀ, ਉੱਦਾਂ ਮਾੜੀ ਮੋਟੇ ਡੰਬਲ ਫੇਰ ਲੈਂਦਾ, ਜ਼ਿਆਦਾ ਨਹੀਂ ਕੀਤੀ। ਤੇ ਫਿਰ ਉਹ ਤੋਂ ਬਾਅਦ 'ਚ ਮੈਂ 6 ਮਹੀਨੇ ਭਲਵਾਨੀ ਕੀਤੀ। ਫਿਰ ਜਿਵੇਂ ਧਰਮਿੰਦਰ ਨਾਲ ਕੁਸ਼ਤੀ ਹੋਈ ਮੇਰੀ ਬਾਅਦ 'ਚ ਆ ਕੇ, ਤੇ ਇਹਦੇ ਨਾਲ ਘੁਲਿਆ ਕੀ ਆਪਣੇ ਪਦਾਰਥ ਭਲਵਾਨ ਦੇ ਅਖਾੜੇ 'ਚ ਪ੍ਰਿੰਸ ਭਲਵਾਨ, ਇਹਦੇ ਨਾਲ ਵੀ 19 'ਚ ਹੋਈ ਆ ਮੇਰੀ ਕੁਸ਼ਤੀ ਬਰਾਬਰ। ਤੇ ਬਾਕੀ ਹੋਰ ਘੁਲਿਆ ਵਧੀਆ ਭਲਵਾਨਾਂ ਨਾਲ। ਹਾਂਜੀ। ਤੇ ਪਹਿਲਵਾਨ ਜੀ ਮਤਲਬ ਅੱਜ ਦੀ ਜਨਰੇਸ਼ਨ ਨੂੰ ਬਹੁਤ ਸਾਰੇ ਬੱਚੇ ਤੁਹਾਨੂੰ ਦੇਖਦੇ ਹੋਣੇ ਆ, ਪਹਿਲਵਾਨ ਜਾਂ ਦਰਸ਼ਕ ਵੀਰ ਜਿਹੜੇ ਤੁਹਾਡੇ ਚਾਹਣ ਵਾਲੇ ਆ ਉਹ ਦੇਖਦੇ ਹੋਣੇ ਆ। ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਤਾਂ ਤੁਸੀਂ ਕੈਮਰੇ ਵੱਲ ਦੇਖ ਕੇ ਕੋਈ ਮੈਸੇਜ ਦੇ ਸਕਦੇ ਹੋ। ਮੈਸੇਜ ਤਾਂ ਇਹੀ ਹੈ ਜੀ ਬਈ ਦੇਸੀ ਭਲਵਾਨੀ, ਜਿਹੜੇ ਭਲਵਾਨੀ ਕਰਦੇ ਨੇ ਉਹਨਾਂ ਨੂੰ ਤਾਂ ਦੇਸੀ ਭਲਵਾਨੀ ਓ ਕਰਨੀ ਚਾਹੀਦੀ ਆ, ਕਿਉਂਕਿ ਜਿਹੜੇ ਦੇਸੀ ਭਲਵਾਨੀ ਵਾਲੇ ਨੇ ਉਹ ਲੰਬਾ ਚੱਲ ਜਾਂਦੇ ਨੇ। ਜਿਹੜੇ ਮੈਡੀਸਨ ਵਾਲੇ ਨੇ, ਮੈਡੀਸਨ ਵਾਲੇ ਲੰਬਾ ਨਹੀਂ ਚੱਲ ਸਕਦੇ ਹੈਗੇ। ਹਰੇਕ ਤਾਂ ਹੈ ਨਹੀਂ ਭਲਵਾਨ ਵੀ ਜਿਹੜਾ 올림픽 'ਚੋਂ ਜਾਂ ਵਰਲਡ ਚੈਂਪੀਅਨ ਬਣ ਜਾਊਗਾ। ਲੜਨੇ ਤਾਂ ਦੰਗਲੇ ਪੈਣੇ ਨੇ, ਠੀਕ ਹੈ ਕਿ ਨਹੀਂ। ਜੇ ਆਪਾਂ ਲੰਬੀ ਭਲਵਾਨੀ ਕਰਦੇ ਤਾਂ ਅਸੀਂ ਅੱਜ ਵੀ ਕਰੀ ਜਾਂਦੇ ਹਾਂ, ਕੋਈ ਔਖ ਨਹੀਂ ਹੈਗੀ ਸਰੀਰ ਨੂੰ ਵੀ ਜੇ ਆਪਾਂ ਕਹੀਏ ਕੋਈ ਔਖੇ ਹੁੰਦੇ ਹਾਂ ਅਸੀਂ ਨਾ। ਜਿੰਨੇ ਕੁ ਜਵਾਨੀ 'ਚ ਹੁੰਦੇ ਤੀ ਔਖੇ ਓਨੇ ਕੁ ਹੁੰਦੇ ਆ ਹੁਣ। ਸਮਾਂ 'ਤੇ ਜੇ ਜਵਾਨੀ ਦੇ ਵਿੱਚ ਜੇ ਦੋ ਦਿਨ ਮਿਹਨਤ ਨਹੀਂ ਲਾਉਂਦੇ ਸੀ ਤਾਂ ਨੀਂਦ ਆ ਜਾਂਦੀ ਸੀ, ਹੁਣ ਆਉਂਦੀ ਨਹੀਂ ਹੈਗੀ। ਹੁਣ ਨਸ਼ਾ ਹੀ ਇਹਦਾ ਹੋ ਗਿਆ। ਮੈਂ ਤਾਂ ਇਹ ਕਹਿਣਾ ਹਰੇਕ ਨੂੰ ਵੀ ਵਰਜਿਸ਼ ਦਾ ਹੀ ਉਹਨਾਂ ਨੂੰ ਨਸ਼ਾ ਕਰਨਾ ਚਾਹੀਦਾ, ਆ ਦੂਜਿਆਂ ਨਸ਼ਿਆਂ ਕੰਨੀ ਨਹੀਂ ਜਾਣਾ ਚਾਹੀਦਾ। ਚਾਹੇ ਕੋਈ ਗੇਮ ਕਰਨੀ ਆ, ਚਾਹੇ ਤੁਸੀਂ ਨਹੀਂ ਕਰਨੀ। ਹੁਣ ਮੈਂ ਇੱਥੇ ਆਪਣੇ ਪਿੰਡ ਵਗ ਜਾਂਦਾ ਸਕੂਲ ਦੇ ਵਿੱਚ, ਕਦੇ ਕਦੇ ਹਾਈ ਸਕੂਲ 'ਚ ਗਰਾਊਂਡ ਬਣਿਆ, ਅਤੇ ਉੱਥੇ ਮੇਰੇ ਨਾਲ ਦੇਖ ਕੇ ਜੀ ਮੈਨੂੰ 10 ਬੱਚੇ ਹੋਰ ਡੰਡ ਲਾਉਣ ਲੱਗ ਜਾਂਦੇ ਨੇ। ਉਹਨਾਂ ਨੂੰ ਵੀ ਇੱਕ ਕਿਸਮ ਦਾ ਨਸ਼ਾ ਹੀ ਹੋ ਗਿਆ। ਉਹ ਮੈਨੂੰ ਉਡੀਕਦੇ ਰਹਿੰਦੇ ਨੇ 5 ਵਜੇ ਤੱਕ ਵੀ ਭਲਵਾਨ ਆਊਗਾ ਨਾਲ ਡੰਡ ਲਾਵਾਂਗੇ ਇਹਦੇ। ਸੋ ਇਹ ਸੀਗੇ ਸੋਨੀ ਪਹਿਲਵਾਨ ਸਿਹੋੜਾ, ਜਿਨ੍ਹਾਂ ਨੇ ਬਹੁਤ ਵਧੀਆ ਮੈਸੇਜ ਵੀ ਦਿੱਤਾ ਕਿ ਖੇਡਾਂ ਦੇ ਨਾਲ, ਗੇਮਾਂ ਦੇ ਨਾਲ ਜੁੜੇ ਰਹੋ, ਆਪਣੇ ਸਰੀਰ ਨੂੰ ਸਾਂਭ ਕੇ ਰੱਖਿਓ। ਪਹਿਲਵਾਨ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਹਾਂਜੀ ਹਾਂਜੀ, ਧੰਨਵਾਦ ਜੀ ਤੁਹਾਡਾ ਵੀ, ਸਾਰੀ ਟੀਮ ਦਾ। ਤੁਸੀਂ ਆਏ ਇੰਟਰਵਿਊ ਲਈ, ਧੰਨਵਾਦ ਸਾਰਿਆਂ ਦਾ। ਸੋ ਦਰਸ਼ਕ ਵੀਰੋ, ਇਹ ਸੀਗੇ ਸੋਨੀ ਪਹਿਲਵਾਨ ਸਿਹੋੜਾ, ਜਿਨ੍ਹਾਂ ਨੇ ਲੰਮੇ ਸਮੇਂ ਤੋਂ ਪਹਿਲਵਾਨੀ ਖੇਤਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ। ਤੇ ਇਸੇ ਤਰ੍ਹਾਂ ਅਸੀਂ ਕਿਸੇ ਨਵੇਂ ਪਹਿਲਵਾਨ ਦੇ ਨਾਲ, ਕਿਸੇ ਹੋਰ ਪਹਿਲਵਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤੁਸੀਂ ਜੁੜੇ ਰਹੋ ਸਟਾਰ ਫਤਿਹ ਟੀਵੀ ਦੇ ਨਾਲ। ਮੈਂ ਜੱਸੀ ਰਾਈਏਵਾਲ, ਧੰਨਵਾਦ ਜੀ।